जो मेरा मुनाजरा शिया ने तलत साहब मेरा मुनाजरा होने दो, मुनाजरा कराओ। चलो जी करो जी मुनाजरा, उन्हें आख्या करो जी मुनाजरा करो जी। इको मैं टेस्टर लाया ते ना चीक झाड़ा पाता चौं बंदियां ने। ਬਹੁਤਾ ਸਭ ਤੋਂ ਬਹੁਤਾ ਚੀਕਿਆ ਵੀ ਤਲਬ ਸੀ ਫਿਰ ਇਹ ਤੁਸੀਂ ਮੁਨਾਜ਼ਰਾ ਉਹਦਾ ਸੀ ਤਾਂ ਤੁਹਾਨੂੰ ਕੀ ਉਹਦੇ ਚ ਤਾਮਲ ਸੀ ਹੈਗਾ ਇਹ ਕਿਉਂ ਨਹੀਂ ਕੀਤਾ ਮੈਨੂੰ ਡਾਊਟ ਸੀ ਕਿ ਸ਼ੀਆ ਨਹੀਂ ਹੈ। ਸ਼ੀਆ ਨਾ ਵੀ ਹੋਏ ਨਹੀਂ ਜੀ ਨਹੀਂ। ਅਮਰ ਭਾਈ ਮੈਂ ਰਾਤੀ ਨੂੰ ਬੜੀ ਦੇਰ ਤੱਕ ਸੁਣਿਆ ਜੇ ਉਹ ਪੱਕਾ ਐਲੇ ਤਸ਼ੀ ਹੈ। ਮੈਂ ਕਹਿੰਦਾ ਜਦੋਂ ਉਹ ਐਲੇ ਤਸ਼ੀ ਹੈ, ਜੇ ਉਹ ਐਲੇ ਤਸ਼ੀ ਹੈ, ਜਿਹੜੇ ਐਲੇ ਤਸ਼ੀ ਨੂੰ ਔਨ ਕਰਦੇ ਨੇ ਉਹ ਐਲੇ ਤਸ਼ੀ ਹੈ, ਰਾਫਜ਼ੀ ਨਹੀਂ ਹੈ। ਰਾਫਜ਼ੀਆਂ ਤਾਂ ਐਲੇ ਤਸ਼ੀ ਔਨ ਨਹੀਂ ਕਰਦੇ। अगर कोई बंदा सईदना अली रज़ी अल्लाह तआला नूं खुदा मनदा सी ते ओ शियाने अली चों नहीं, शियाने अली ने तो खुद उन्हां नूं कतल कीता है जिन्हां हज़रत अली नूं खुदा मनना शुरू इलाह मनना शुरू कर दिता सी। ऐसे तरह अगर कोई कम्यूनिटी किसी बंदे नूं या किसी एक छोटे जे ग्रोह नूं आउं नहीं करदी है ਤੇ ਉਹ ਉਸ ਕਮਿਊਨਿਟੀ ਵਿੱਚ ਤੇ ਨਹੀਂ ਤੁਸੀਂ ਕਰਾਰ ਦੇ ਸਕਦੇ ਕਿ ਅਹਿਲੇ ਤਸ਼ੀ ਨਹੀਂ ਹੈ, ਇਹ ਰਾਫਜ਼ੀ ਹੋ ਸਕਦਾ ਹੈ। ਜਿਹੜੇ ਕਾਇਦ ਨੇ ਰਾਫਜ਼ੀਆਂ ਦੇ ਤੇ ਅਹਿਲੇ ਤਸ਼ੀ ਦੇ ਬਿਲਕੁਲ ਸੇਮ ਨੇ। ਜਦੋਂ ਅਹਿਲੇ ਤਸ਼ੀ ਮੰਨਦੇ ਹੀ ਨਹੀਂ ਖੁਲਫਾਏ ਰਾਸ਼ਦੀਨ ਨੂੰ, ਮਾਮਲਾ ਇਹ ਵੀ ਉਹ ਕਹਿੰਦੇ ਨੇ ਹਜ਼ਰਤ ਅਲੀ ਜਿਹੜੇ ਨੇ ਪਹਿਲੇ ਖਲੀਫਾ ਨੇ। ਬਸ ਉਹਨੇ ਕੱਲ ਵੀ ਕਹਿ ਦਿੱਤਾ ਉਹਨਾਂ ਕਿ ਮੇਰੀ ਨਜ਼ਰ ਵਿੱਚ ਹਜ਼ਰਤ ਅਲੀ ਪਹਿਲੇ ਖਲੀਫਾ ਨੇ। ਉਹ ਮਸਲਾ ਇੰਨਾ ਨਹੀਂ ਹੈ ਪਹਿਲੇ ਖਲੀਫਾ। ਕੋਈ ਬੰਦਾ ਸਹਾਬਾ ਵਿੱਚੋਂ ਕਿਸੇ ਸਹਾਬੀ ਦੀ ਜ਼ਿਆਦਾ ਇੱਜ਼ਤ ਕਰਦਾ ਹੈ ਜਾਂ ਜ਼ਿਆਦਾ ਉਹਨਾਂ ਦਾ ਕਾਇਲ ਹੋਵੇ ਅਜ਼ਮਤ ਦਾ ਤੇ ਉਹ ਆਂਦੇ ਨੇ ਅਸੀਂ ਫਜ਼ੀਲਤ ਅਲੀ ਦੇ ਕਾਇਲ ਹਾਂ, ਇੰਨੀ ਗੱਲ ਹੈ। ਲੇਕਿਨ ਜਿਹੜਾ ਬੰਦਾ ਦੀਗਰ ਸਹਾਬਾ ਨੂੰ ਗਾਲਾਂ ਕੱਢਦਾ ਹੈ, ਉਮਹਾਤੁਲ ਮੋਮਿਨੀਨ ਨੂੰ, ਨਬੀ ਦੀਆਂ ਬੀਵੀਆਂ ਨੂੰ ਗਾਲਾਂ ਕੱਢਦਾ ਹੈ, ਹਾਂ ਤੇ ਉਹਨਾਂ ਨੂੰ ਜਾਂ ਹਜ਼ਰਤ ਅਲੀ ਨੂੰ ਖੁਦਾ ਮੰਨਦਾ ਹੈ, ਉਹਨੂੰ ਕੌਣ ਬੰਦਾ ਮੰਨਦਾ ਕਿ ਅਹਿਲੇ ਤਸ਼ੀਹ ਨੂੰ? ਨਹੀਂ 99% ਜਾਂ 90% ਸ਼ੀਏ ਹੈ ਜੀ ਤੇ ਨੇ ਜਿਹੜੇ ਖੁਲਫਾਏ ਰਾਸ਼ਦੀਨ ਨੂੰ ਨਹੀਂ, ਤੇਰਾ ਖੁਲਫਾ ਨੂੰ ਨਹੀਂ ਮੰਨਦੇ, ਉਹਨਾਂ ਨੂੰ ਬਿਲਕੁਲ ਗਲਤ ਨਾ ਮੰਨਣਾ ਹੋਰ ਚੀਜ਼ ਹੈ। ਗਲਤ ਸਮਝਣਾ ਤੇ ਸਹੀ ਵੀ ਨਹੀਂ ਸਮਝਦੇ, ਗਲਤ ਉਹਨਾਂ ਦੇ ਬਾਰੇ ਚ ਉਹਨਾਂ ਦਾ ਭਾਈ ਜੋ ਵੀ ਉਹ ਸਮਝਦੇ ਨੇ, ਲੇਕਿਨ ਗਾਲਾਂ ਨਹੀਂ ਕੱਢਦੇ। ਅਹਿਲੇ ਤਸ਼ੀਹ ਜਿਹੜੇ ਅਹਿਲੇ ਤਸ਼ੀਹ ਨੇ ਗਾਲਾਂ ਨਹੀਂ ਕੱਢਦੇ, ਵਰਦੇ ਹੋ ਜਾਂਦੇ, ਲੇਕਿਨ ਪ੍ਰਾਈਵੇਟ ਚ ਤੇ ਉਹ ਗਾਲਾਂ ਹੀ ਕੱਢਦੇ ਨੇ। ਉਹ ਨਹੀਂ ਸਹੀ। ਇਹ ਫਿਰ ਤੁਹਾਨੂੰ ਫਿਰ ਉਹਨਾਂ ਦੀ ਪ੍ਰਾਈਵੇਟ ਲਾਈਫ ਦਾ ਪਤਾ ਹੋਵੇਗਾ। ਅਸੀਂ ਤੇ ਫਤਵਾ ਜ਼ਾਹਿਰ ਤੇ ਦਿੰਦੇ ਆ, ਸ਼ਰੀਅਤ ਫਤਵਾ ਜ਼ਾਹਿਰ ਤੇ ਦਿੰਦੀ। ਅਮਰ ਭਾਈ ਕੱਲ ਤਲਕ ਦੀ ਬਰਾੜ ਦੇ ਉੱਤੇ ਜਿਹੜੇ ਬਰਾੜ ਬੰਦ ਹੋਈ ਉਹ ਇਸ ਮਾਮਲੇ ਤੋਂ ਹੋਈ, ਮੁਤਾ ਦੇ ਮਾਮਲੇ ਤੇ ਨਿਕਾਹ ਦੇ ਮਾਮਲੇ ਤੇ। हाँ लेकिन बात पे सरकार जो भी कर रहा है, आप लोगों को बारे इसमें इतना एतराज नहीं होना चाहिए। ਇਹ ਵੇਖੋ ਨਾ ਜ਼ਰਤਸ਼ਤ ਉੱਤੇ ਜਾ ਕੇ ਲੱਗੇ ਆ ਫੁਰਕਾਨ ਦੀ ਬਰਾੜ ਦੇ ਉੱਤੇ। आप लोग अपनी गुस्ताखी छुपाने के लिए हमारे ऊपर इल्जाम लगाते हो। ਹਾਂ हम तो आपकी अपनी किताबों के आपको ਇਹ ਸਾਡੀਆਂ ਕਿਤਾਬਾਂ ਚੋਂ ਕੱਢ ਕੇ ਤੇ ਇਹ ਹਵਾਲਾ ਪੇ ਦਿੰਦੇ ਨੇ, ਹਾਸ਼ੀਏ ਚੜਾ ਕੇ ਨਾ। ਸਹੀ ਬੁਖਾਰੀ ਖੋਲੀ ਏ, ਇਹ ਤੁਸੀਂ ਵੇਖੀ ਤਸਵੀਰ? ਇਹ ਸਹੀ ਬੁਖਾਰੀ ਖੋਲੀ ਏ, ਉਹਦੇ ਵਿੱਚੋਂ ਇਹ ਕੱਢ ਕੇ ਨਾ ਤੇ ਉਹਦੇ ਉੱਤੇ ਹਾਸ਼ੀਆ ਅਰਾਈ पे करते नहीं, हाशिया राय नहीं कर रहे। सुनिए, जहाँ तक हाशिया राय नहीं वो कर रहे, वो सिर्फ कहते हैं कि आप ये पढ़ लो, इसका जवाब दे दो, बस। हाशिया राय नहीं वो कर रहे। ਤੁਹਾਡੇ ਜ਼ਿਹਨ 'ਚ ਕੋਈ ਐਸੀ ਬੁਖਾਰੀ ਦੀ ਹਦੀਸ ਹੈ ਜਿਹਦਾ ਜਵਾਬ ਤੁਹਾਨੂੰ ਚਾਹੀਦਾ? नहीं, ਤੁਹਾਡੇ ਕੋਲੋਂ ਮੰਗਣ ਨਾ यार मैं अस्सलाम वालेकुम अदनान भाई। करा थोड़े दोस्त अदनान भाई वो पता है मैं कहता है, गलत हाँ। वो कहता है ये वाली लाइन पढ़ो इसका जवाब दो, ये वाली लाइन पढ़ो इसका जवाब दो। वो ना सियाको से बात पढ़ता है ना कोई उसके बारे में और कुछ पढ़ता है। वो कहता है ये लाइन का जवाब दो, ये इसको क्या कहते हैं आप? नहीं, वो आपको सिर्फ ये पढ़ दो और मुझे बस बता दो इसका क्या मतलब है, इतनी सी बात की थी आपसे। तो उसने यही बात की, मतलब आपको सब पता है। आप ਖੈਰ ਇਹਦੀ ਮਿਸਾਲ ਮੈਂ ਦੇਣਾ। ਇੱਕ ਮਿੰਟ ਉਸਮਾਨ ਸਾਹਿਬ, ਇੱਕ ਮਿੰਟ ਮਾਈਕ ਮਿਊਟ ਕਰੋ। ਇਹਦੀ ਮਿਸਾਲ ਮੈਂ ਦੇਣਾ ਵੀ ਮਿਰਜ਼ਾ ਸਾਹਿਬ ਦੀ ਤਹਿਰੀਰ ਤੁਹਾਡੇ ਅੱਗੇ ਰੱਖ ਕੇ ਤੇ ਮੈਂ ਕਹਾਂ ਦਨਾਨ ਸਾਹਿਬ, ਮਿਰਜ਼ਾ ਸਾਹਿਬ ਫਰਮਾਉਂਦੇ ਨੇ ਕਿ ਖੁਦਾ ਤਾਲਾ से मेरा एक ऐसा निहानी ताल्लुक है जो नाकाबिले बयान है। ਅੱਛਾ ਇਹਦੀ ਜ਼ਰਾ ਤੁਸੀਂ ਵਜ਼ਾਹਤ ਕਰ ਦਿਓ ਜੀ ਅਦਨਾਨ ਮਤਲਬ ਸਾਹਿਬ, ਤੁਸੀਂ ਜ਼ਰਾ ਦੀ ਵਜ਼ਾਹਤ ਕਰ ਦਿਓ ਜੀ। ਵਜ਼ਾਹਤ ਪਹਿਲੀ ਗੱਲ ਇਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ। ਕੋਈ ਵੀ ਤਹਿਰੀਰ ਪੇਸ਼ ਕਰੋ, ਉਹਦੀ ਵਜ਼ਾਹਤ ਤੁਸੀਂ ਮੰਨ ਸਕਦੇ ਹੋ, ਉਹਦੇ 'ਚ ਕੋਈ ਸਾਨੂੰ ਇਤਰਾਜ਼ ਨਹੀਂ ਹੈ। ਤੁਸੀਂ ਬਹਰਹਾਲ ਇਹ ਜ਼ਰੂਰ ਕੰਮ ਕਰਦੇ, ਤੁਸੀਂ ਹਾਸ਼ੀਆ ਰਾਈ ਜ਼ਰੂਰ ਕਰਦੇ ਹੋ। ਸਵੇਰੇ ਵੀ ਉਹ ਸੀਰਤੁਲ ਮਹਿਦੀ ਦੀ ਜਿਹੜੀ ਹੈਗੀ ਉਹ ਪੈਨਸ਼ਨ ਵਾਲੇ ਮਾਮਲਾਤ ਸਨ, ਉਹਦੇ 'ਚ ਤੁਸੀਂ ਬੇਤਹਾਸ਼ਾ ਹਾਸ਼ੀਆ ਰਾਈ ਕਰਨ ਦੇ ਸੀ। ਆਪਣੇ ਵੱਲੋਂ ਗਣਾ ਬਣਾ ਕੇ ਪਤਾ ਨਹੀਂ ਕੋਈ ਤੇ ਕਹਿ ਰਹੇ ਸੀ ਉਹ ਪੈਸੇ ਇੱਥੇ ਖਰਚ ਹੋਏ ਤੇ ਇੱਥੇ ਫਲਾਣੀ ਜਗ੍ਹਾ ਤੇ ਖਰਚ ਹੋਏ, ਉਹਦੇ ਤੁਸੀਂ ਕੋਈ ਕਸਰ ਛੱਡੀ ਨਹੀਂ ਸੀ, ਇੰਤਹਾ ਤੱਕ ਉਹਨੂੰ ਪਹੁੰਚਾਇਆ ਸੀ ਗੱਲਾਂ ਨੂੰ, ਜਿਹੜੀ ਗੱਲਾਂ ਉੱਥੇ ਨਹੀਂ ਸੀ ਲਿਖੀਆਂ। ਤੁਹਾਨੂੰ ਇਹਦੇ ਇਤਰਾਜ਼ਾਤ ਫਿਰ ਦੂਜਿਆਂ ਤੇ ਕਰਨਾ ਤੁਹਾਡੇ ਇਹ ਫਿਰ ਗੱਲ ਦਰੁਸਤ ਨਹੀਂ। ਜਿਹੜਾ ਤੁਸੀਂ ਆਪ ਕੰਮ ਨਹੀਂ ਕਰਦੇ
ਉਹਨੂੰ ਦੂਜਿਆਂ ਨੂੰ ਕਰਨ ਤੋਂ ਨਹੀਂ ਰੋਕ ਸਕਦੇ। ਇਹ ਗੱਲ ਤੇ ਤੁਹਾਡੇ ਮੈਂ ਤੁਹਾਨੂੰ ਸਾਰੇ ਦੋਸਤਾਂ ਨੂੰ ਮਸਲਾ ਆਸਾਨ ਕਰਾਂ। ਸਾਰੇ ਨਾ ਬੋਲੋ, ਸਾਰੇ ਨਾ ਬੋਲੋ, 2 ਬੰਦੇ ਪੇ ਬੋਲਦੇ ਨੇ। ਗੱਲ ਦਾ ਜਵਾਬ ਮੇਰੇ ਤੋਂ ਨਾ ਸਵਾਲ ਕੀਤਾ, ਮੈਨੂੰ ਜਵਾਬ ਦੇ ਲੈਣ ਦਿਓ ਕਿ ਤੁਸੀਂ ਬਹੁਤੀ ਗੱਲ ਕਰ ਲੈਂਦੇ ਹੋ। ਮੈਨੂੰ ਮੌਕਾ ਦੇ ਦਿਓ ਇਸ ਤੋਂ ਬਾਅਦ ਆਪਣੀ ਗੱਲ ਤੋਂ ਬਾਅਦ ਤਾਰਕ ਸਾਹਿਬ ਤੋਂ ਤੁਹਾਨੂੰ ਵੀ ਮੌਕਾ ਦਿੰਨੇ ਆ। ਅਦਨਾਨ ਮਤਲੂਬ ਸਾਹਿਬ ਜਿਨ੍ਹਾਂ ਦੀ ਤਹਿਰੀਰ ਪੇਸ਼ ਕਰਕੇ ਤੇ ਮੈਂ ਆਪਣੀ ਕੋਲੋਂ ਸ਼ਰ੍ਹਾ ਪੇਸ਼ ਕਰਨ ਲੱਗਿਆ ਜਾਂ ਐਕਸਪਲੇਨੇਸ਼ਨ ਪੇਸ਼ ਕਰਨ ਲੱਗਿਆ, ਉਹਨਾਂ ਨੂੰ ਮੈਂ ਝੂਠਾ ਮੰਨਣਾ। ਤੁਸੀਂ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਆਹੀ ਨਜ਼ਰੀਆਤ ਰੱਖਦੇ ਹੋ ਜੋ ਮੈਂ ਮਿਰਜ਼ਾ ਸਾਹਿਬ ਦੇ ਬਾਰੇ ਨਜ਼ਰੀਆਤ ਰੱਖਣਾ। ਉਹਨਾਂ ਨੇ ਉਹ ਹਾਸ਼ਿਆਰਾਈ ਨਹੀਂ ਕਰਨ ਦੇ, ਉਹ ਜਿਹੜੇ ਬੈਠੇ ਨੇ ਬੰਦੇ ਉੱਤੇ ਉਹ ਹਾਸ਼ਿਆਰਾਈ ਬਿਲਕੁਲ ਨਹੀਂ ਕਰਨ ਦੇ। ਹੁਣੇ ਹੀ ਤੇ ਤੁਹਾਨੂੰ ਵੇਖੋ ਵਕੀਲ ਸਾਰੇ ਹੀ ਉੱਥੋਂ ਆ ਗਏ ਉੱਠ ਕੇ, ਯਾਰ ਸਾਰੇ ਵਕੀਲ ਉਹਨਾਂ ਦੇ ਆ ਗਏ ਹੋ। ਆਖੋ ਵੀ ਅਸੀਂ ਸਾਨੂੰ ਸਾਰਿਆਂ ਨੂੰ ਸੂਟ ਕਰਦਾ ਹੈ ਕੰਮ, ਸਾਡੀ ਉਹ ਬਰਾੜ ਹੈ। ਝੂਠ ਹਲੀਮ ਸਾਹਿਬ ਨੂੰ ਸਮਝਾਓ। ਪੁੱਛਿਆ ਕਿ ਕਿੱਥੇ ਸਾਬਤ ਕਰੋ ਕਿ ਉਹਨਾਂ ਆਸ਼ਰੇ ਕੀਤੀ ਤੇ ਝੂਠ ਬੋਲ। ਸਭ ਤੋਂ ਪਹਿਲਾਂ ਨਾ ਗੱਲ ਸੁਣੋ ਮੇਰੀ, ਵੀ ਉਹ ਤੇ ਮੈਂ ਤੁਹਾਨੂੰ ਕਹਿਣ ਡਿਆ ਨਹੀਂ ਦੇਰ ਦਾ ਕਿ ਇਹਦਾ ਹੱਲ ਮੈਂ ਕਰ ਸਕਦਾ ਵਾਂ, ਹੋਰ ਕੋਈ ਨਹੀਂ ਕਰ ਸਕਦਾ ਇਸ ਨੁਕਤੇ ਦਾ, ਬਾਕੀ ਨਹੀਂ। ਇਸ ਨੁਕਤੇ ਦਾ ਸਭ ਤੋਂ ਪਹਿਲਾਂ ਤੇ ਇਹ ਮੰਨਣਾ ਪਏਗਾ ਸਾਡੇ ਅਹਿਮਦੀ ਦੋਸਤਾਂ ਨੂੰ ਕਿ ਉਹ ਅਹਿਮਦੀ ਹੈ ਜਾਂ ਜਿਹੜੀ ਨਹੀਂ। ਆਸ਼ਰੇ ਕੀਤੀ ਹੈ ਤੇ ਦੱਸੋ ਤੁਸੀਂ ਉਹਨੂੰ ਓਨ ਕਰ ਰਹੇ ਹੋ ਫੁਰਕਾਨ ਸਾਹਿਬ ਨੂੰ ਜਾਂ ਉਹਨੂੰ ਡਿਫੈਂਡ ਕਰ ਰਹੇ ਹੋ। ਰੁਕੋ, ਗੱਲ ਸੁਣੋ ਪਹਿਲਾਂ ਤੇ ਇਹ ਚੀਜ਼ ਵੇਖ ਲਓ ਕਿ ਉਹ ਅਹਿਮਦੀ ਹੈ ਨੇ ਕਿ ਨਹੀਂ ਹੈ। ਕੋਈ ਇੱਕ ਬੰਦਾ ਹੋਇਆ ਜਿਹੜਾ ਮੁਲਦ ਹੈ, ਉਹ ਆ ਕੇ ਸਿਰਫ ਉਹ ਹੀ ਹਦੀਸ ਪੜ੍ਹ ਰਿਹਾ ਹੋਇਆ ਜਿਹਦੇ ਵਿੱਚ ਆਇਸ਼ਾ ਨੇ ਕੁਝ ਕਿਹਾ ਹੋਇਆ, ਪੁੱਠੀਆਂ ਸਿੱਧੀਆਂ ਗੱਲਾਂ ਨੇ, ਮਤਲਬ ਇਸ ਤਰ੍ਹਾਂ ਦੀ ਗੱਲਾਂ ਨੇ ਜਿਹੜੀਆਂ ਮੁਨਾਸਬ ਨਹੀਂ ਹੈ ਨਹੀਂ ਉਹਨਾਂ ਦੇ ਕੋਈ ਮੁਤਾਬਕ। ਕੱਲ ਵੀ ਹਦੀਸ ਹੈ ਮੁਨਾਸਬ ਨਹੀਂ ਹੈ, ਉਹਦੀ ਐਕਸਪਲੇਨੇਸ਼ਨ ਹੋ ਸਕਦੀ ਹੈ, ਉਹਦੀ ਹਰ ਹਦੀਸ ਦੀ ਐਕਸਪਲੇਨੇਸ਼ਨ ਹੋ ਸਕਦੀ ਹੈ। ਬੜਾ ਵੱਡਾ ਲੇਕਿਨ ਹੈ, ਇਹ ਬੜਾ ਵੱਡਾ ਲੇਕਿਨ ਇਹਦੇ ਵਿੱਚ। ਲੇਕਿਨ ਉਹ ਪਤਾ ਕੀ ਹੈ, ਲੇਕਿਨ ਜਿਹੜੇ ਇਹ 73 ਫਿਰਕੇ ਨੇ ਨਾ, ਜਿਹੜੇ ਇਹਨਾਂ ਚੋਂ ਇੱਕ ਫਿਰਕਾ ਜਿਹੜਾ ਸਹੀ ਰਸਤੇ ਦੇ ਉੱਤੇ ਹੈ, ਉਹ ਵਾ ਮੈਂ ਫਿਰਕਾ, ਉਹ ਸਭ ਤੋਂ ਅੱਛਾ ਹੈ, ਸਭ ਤੋਂ ਫਿਰਕਾ ਹੈ। ਅਗਲੀ ਗੱਲ ਸੁਣਿਓ, ਵਕਤ ਦਾ ਇਮਾਮ ਕਿਹਦੇ ਕੋਲ ਹੈ? ਮੇਰੇ ਕੋਲ। ਹਕੀਕੀ ਇਸਲਾਮ ਕਿਹਦੇ ਕੋਲ ਹੈ? ਅਲੀ ਅਹਿਮਦ ਅਲੀ ਫਿਰਕੇ ਦੇ ਕੋਲ, ਅਦਨਾਨ ਮਤਲੂਬ ਦੇ ਫਿਰਕੇ ਦੇ ਕੋਲ। ਹਦੀਸ ਦਾ, ਕੁਰਾਨ ਮਜੀਦ ਦਾ, ਇਹਨਾਂ ਸਾਰੀਆਂ ਦਾ ਹਕੀਕੀ ਵਾਰਿਸ ਕੌਣ ਹੈ? ਹਕੀਕੀ ਵਾਰਿਸ ਹਕੀਕੀ ਇਸਲਾਮ ਜਿਹਦੇ ਕੋਲ ਹੈ, ਮੇਰੇ ਕੋਲ ਹੈ। ਜਵਾਬ ਕਿਹਨੇ ਦੇਣਾ ਹੈ? ਅਲੀ ਅਹਿਮਦ ਨੇ ਜਵਾਬ ਦੇਣਾ ਹੈ। ਸਮਝੋ, ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ, ਤੁਸੀਂ ਪਤਾ ਨਹੀਂ ਕਿੱਥੇ ਬੈਠੇ ਹੋ। ਮੇਰੀ ਹੁਣ ਠੀਕ ਹੈ ਆਵਾਜ਼? ਦੱਸੀ ਹੈ ਆਵਾਜ਼ ਠੀਕ ਹੈ ਮੇਰੀ ਹੁਣ ਤਾਰਕ ਸਾਹਿਬ? ਹਾਂਜੀ, अस्सलाम वालेकुम। ਵਾਲੇਕੁਮ, ਮੇਰੀ ਆਵਾਜ਼ ਠੀਕ ਹੈ? ਤੁਹਾਡੀ ਆਵਾਜ਼ ਤੇ ਆ ਰਹੀ ਹੈ। ਮੈਂ ਇਹ ਸਵੇਰੇ ਅਗਰ ਕੋਈ ਬੰਦਾ ਇਸ ਤਰ੍ਹਾਂ ਦੇ ਸਵਾਲ ਕਰਦਾ ਹੈ ਤੇ ਉਹਦੇ ਜਵਾਬਾਤ ਸਭ ਤੋਂ ਪਹਿਲਾਂ ਜਮਾਤੇ ਅਹਿਮਦੀਆ ਨੇ ਦੇਣੇ ਨੇ। ਉਹਦੀ ਵਜ੍ਹਾ ਇੱਕ, ਹਕੀਕੀ ਇਸਲਾਮ ਤੇ ਮੇਰੇ ਕੋਲ ਹੈ, ਅਸੀਂ ਜਵਾਬ ਦੇਣੇ ਨੇ। ਅਸੀਂ ਥੋੜੀ ਆਪ ਪੜ੍ਹ ਪੜ੍ਹੇ ਲੋਕਾਂ ਕੋਲ ਜਵਾਬ ਲੈਣੇ ਨੇ। ਹਾਂਜੀ, अस्सलाम वालेकुम। ਵਾਲੇਕੁਮ ਅਸਲਾਮ। ਉਹ ਮੈਂ ਬਾਹਰ ਨਿਕਲਿਆ ਤੇ ਵਾਈਫਾਈ ਤੋਂ ਸਿਗਨਲ ਜਿਹੜੇ ਨੇ ਨਾ ਉਹ ਰੈੱਡ ਹੋ ਗਏ ਸੀ। ਸਵੇਰੇ ਸਵੇਰੇ ਕੀ ਜਿਹੜਾ ਉਹ ਬੰਡੀ ਰੋਲਾ ਪੈ ਗਿਆ। ਕੋਈ ਉੱਥੇ ਇੱਕ ਬੰਦਾ ਹੈ ਜਮਾਤੇ ਅਹਿਮਦੀਆ ਅਮਨ ਜੀ, ਸਭ ਤੋਂ ਪਹਿਲੇ ਤੁਹਾਨੂੰ ਖਾਸ ਤੌਰ ਤੇ ਸਲਾਮ ਹੋਵੇ। ਵੈਲਕਮ, ਵਾਲੇਕੁਮ ਸਲਾਮ। ਤੁਹਾਡਾ ਤਾਂ ਕਿ ਤੁਹਾਡੇ ਜ਼ਿਹਨ ਜਮਾ ਗੱਲ ਹੈ ਕਿ ਕੋਈ ਵੀ ਅਹਿਮਦੀ ਜਿਹੜਾ ਨਾ, ਮੈਂ ਤਾਂ ਨਹੀਂ, ਭਾਵੇਂ ਸਹੀ ਬੁਖਾਰੀ, ਸਹੀ ਮੁਸਲਮ ਜਾਂ ਸਾਹ ਸੱਤਾ ਦੀ ਕੋਈ ਕਿਤਾਬ ਹੈ, ਮੇਰੇ ਖਿਆਲ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਕੋਈ ਪੜ੍ਹਨ ਨਾਲ ਕੋਈ ਸਾਡੀ ਇਲਮੀ ਜਿਹੜੀ ਕਾਬਲੀਅਤ ਉਹਦੇ ਇਜ਼ਾਫਾ ਨਹੀਂ ਹੁੰਦਾ। ਇਹ ਇੱਕ ਦੂਸਰੇ ਨੂੰ ਇਜ਼ਾ ਪਹੁੰਚਾਉਣਾ ਮੇਰੇ ਖਿਆਲ ਵਿੱਚ ਸਹੀ ਨਹੀਂ ਹੈ। ਤੇ ਇਹਦਾ ਬਿਹਤਰੀਨ ਹੱਲ ਪਤਾ ਕੀ ਅਮਨ ਨਜ਼ੀਰ ਸਾਹਿਬ? ਉਹ ਇਹ ਹੈ ਕਿ ਤੁਸੀਂ ਉਹਨੂੰ ਕਨਫਰੰਟ ਕਰੋ ਫੁਰਕਾਨ ਨੂੰ ਜਾ ਕੇ। ਇਹ ਮੇਰੀ ਤਜਵੀਜ਼ ਹੈ, ਕੋਈ ਮੇਰਾ ਮੈਂ ਤੁਹਾਨੂੰ ਇਹ ਨਹੀਂ ਕਹਿ ਬਹੁਤ ਜ਼ਬਰਦਸਤੀ ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛਾ। ਕਿਉਂਕਿ ਜਮਾਤੇ ਅਹਿਮਦੀਆ ਨੂੰ ਆਨ ਕਰਦੀ, ਜਮਾਤੇ ਅਹਿਮਦੀਆ ਨੂੰ ਆਨ ਕਰਦੀ, ਤੁਸੀਂ ਸਾਰੇ ਉਹਨੂੰ ਆਨ ਕਰਦੇ ਹੋ ਨਾ? ਨਹੀਂ, ਮੈਂ ਨਹੀਂ ਆਨ ਕਰਦਾ। ਗੱਲ ਪਤਾ ਕੀ ਹੈ, ਮੈਨੂੰ ਵੀ ਪਤਾ ਕੌਣ ਹੈ ਅਹਿਮਦੀ ਕੌਣ ਨਹੀਂ। ਮੈਂ ਐਵੇਂ ਸਾਰਿਆਂ ਦੀ ਜਿਹੜੇ ਜ਼ਮਾਨੇ ਜਿਹੜਾ ਬੰਦਾ ਉਹਨੂੰ ਆਨ ਕਰਦਾ ਹੈ ਉਹ ਮੈਨੂੰ ਆਖੇ ਨਾ, ਮੈਂ ਉਹਦਾ ਜਾ ਕੇ ਜਵਾਬ ਦੇ ਦੇਣਾ ਵਾ। ਜਾਂ ਤੁਸੀਂ ਖੁਦ ਉਹ ਇਤਰਾਜ਼ ਮੇਰੇ ਸਾਹਮਣੇ ਪੇਸ਼ ਕਰੋ। ਮੈਂ ਅਦਨਾਨ ਸਾਹਿਬ ਨੂੰ ਇਹੀ ਕਿਹਾ ਅੱਛਾ, ਮੈਂ ਕੋਈ ਹਦੀਸ ਤੁਹਾਡੀ ਨਜ਼ਰ ਗੱਲ ਹੈ ਕਿ ਮੈਂ ਬਾਕੀ ਹਦੀਸਾਂ ਨਹੀਂ ਪੜ੍ਹਦਾ ਜਿਹਦੇ 'ਚ ਨੇਕੀ ਦਾ ਹੁਕਮ ਹੈ, ਹੋਰ 3600 ਕਿਸਮ ਦੇ ਜਿਹੜੇ ਅਹਿਕਾਮਾਤ ਨੇ। ਤੇ ਮੈਂ ਇਤਰਾਜ਼ ਵਾਲੀ ਗੱਲ ਲੱਭ ਕੇ ਤੁਹਾਡੇ ਅੱਗੇ ਡਾਹਦਾ ਵੀ ਇਹਦਾ ਜਵਾਬ ਦਿਓ। ਜਾਂ ਤੁਸੀਂ ਮਿਰਜ਼ਾ ਸਾਹਿਬ ਦੀਆਂ ਤਹਿਰੀਰਾਂ ਪੜ੍ਹੋ, ਉਹਦੇ 'ਚ ਹੋਰ ਜਿਹੜੀਆਂ ਆਮ ਫਹਿਮ ਚੀਜ਼ਾਂ ਨੇ, ਜਾਂ ਨੇਕੀ ਵਾਲੇ ਜਾਂ
ਇਹਨਾਂ ਪਾਸੇ ਤਵੱਜੋ ਦਿਲਾਏਗੀ, ਉਹਨੂੰ ਛੱਡ ਕੇ ਤੇ ਉਹ ਚੀਜ਼ਾਂ ਜਿਹਦੇ ਤੇ ਇਤਰਾਜ਼ ਬਣਦਾ ਉਹ ਪੇਸ਼ ਕਰ ਦਿਓ। ਇਹ ਤਰੀਕੇਕਾਰ ਕੋਈ ਅੱਛੇ ਨਹੀਂ ਹੈਗੇ, ਇਹ ਫਾਸਲੇ बढ़ाएंगे घटाएंगे नहीं। लेकिन तारक साहब एक चीज बड़ी काबिले गौर है, जी जी फरमाओ। और ये है कि ਜਿਹੜਾ ਇਤਰਾਜ਼ ਵਾਲੀ ਚੀਜ਼ਾਂ ਅੱਗੇ ਪੇਸ਼ ਕਰਦੇ ਨੇ ਜਾਂ ਤੇ ਮੁਖਾਲਫ ਦੇ ਅੱਗੇ ਪੇਸ਼ ਕੀਤੀਆਂ ਜਾ ਸਕਦੀਆਂ ਨੇ। हाँ जी हज़रत बीबी आयशा या रसूल करीम सल्लल्लाहु अलैहि वसल्लम या ਕਿਸੇ ਸਹਾਬੀ ਇਹ ਰਸੂਲ ਦਾ ਜ਼ਿਕਰ ਹੈ ਤੇ ਉਧਰੋਂ ਗੱਲ ਜਿਹੜੀ ਥੋੜੀ ਜੀ ਸਮਝ ਰਹੇ ਨੇ ਲੋਕ ਨਿਦਾਨੇ ਦੀ ਵਜ੍ਹਾ ਤੋਂ ਕਿ ਯਾਰ ਇਹ ਗੱਲ ਬੜੀ ਭੈੜੀ ਹੈ। सर गल है कि ਲੇਕਿਨ ਉਹ ਗੱਲ ਜਮਾਤੇ ਅਹਿਮਦੀਆ ਵੱਲੋਂ ਨਹੀਂ ਆਉਂਦੀ, ਉਹ ਤਰੀਕ ਨਹੀਂ ਹੈ ਜਮਾਤੇ ਅਹਿਮਦੀਆ ਦਾ ਇਹ ਕੰਮ ਕਰਨ ਦਾ। ਇਹ ਕਰਦੇ ਨੇ ਰਾਫਸੀ ਜਮਾਤੇ ਅਹਿਮਦੀਆ ਤਰੀਕ ਨਹੀਂ ਕਰਦੀ ਕਿ ਹਾਂ ਵੀ ਦੱਸੋ ਵੀ ਬੀਬੀ ਆਇਸ਼ਾ ਨੇ ਇੱਥੇ ਆ ਕਹਿਤਾ ਆ ਹੋ ਗਿਆ, ਦੱਸੋ ਆ ਕੇ ਹੁਣ ਆ ਕਿੰਜ ਹੋਇਆ, ਦੱਸੋ। हाँ जी ਮੇਰੇ ਪੁਆਇੰਟ ਦਿੱਤਾ ਹੋਇਆ ਕਿ ਜਮਾਤੇ ਅਹਿਮਦੀਆ ਦਾ ਇੱਕ ਕਲੇਮ ਹੈ हाँ जी ਕਿ ਸਭ ਤੋਂ ਜਿਹੜਾ ਉਹ ਫਿਰਕਾ ਜਿਹਨੇ ਜੰਨਤ 'ਚ ਜਾਣਾ ਵਾ ਉਹ ਅਸੀਂ ਆ, हाँ ਹਕੀਕੀ जी ਇਸਲਾਮ ਅਸੀਂ ਆ। हाँ जी हाँ जी ਇਮਾਮ ਮੇ ਵਕਤ ਸਾਡੇ ਕੋਲ ਹੈ, ਖਲੀਫਾ ਵਕਤ ਸਾਡੇ ਕੋਲ ਹੈ, ਅਸੀਂ ਸਹੀ ਨੁਮਾਇੰਦਗੀ ਕਰ ਰਹੇ ਹਾਂ, ਪੂਰੀ ਦੁਨੀਆ ਨੂੰ ਅਸੀਂ ਜਾ ਕੇ ਦੱਸ ਰਹੇ ਹਾਂ ਕਿ ਮਸੀਹਾ ਹੈਜ਼ ਕਮ, ਵੀ ਆਰ ਦਾ ਰੀਅਲ ਮੁਸਲਿਮਸ, ਰੀਅਲ ਇਸਲਾਮ ਸਾਡੇ ਕੋਲ ਹੈ। ਇਹ ਗੱਲ ਠੀਕ ਹੈ? ये बिल्कुल सही है। पता है ਇਹਦਾ ਜਵਾਬ ਜਿਹੜਾ ਵਾ ਉਹ ਐਡੇ ਅਲੀਮ ਬੇਵਕੂਫ ਸਾਹਿਬ ਨਦਾਨ ਲੋਕ ਨੇ ਉਹ ਲੈ ਰਹੇ ਨੇ ਇਹਨਾਂ ਕੋਲੋਂ ਕਿ ਆ ਬਈ ਉੱਤੇ ਉਹ ਬਤਰੀਓ ਆ ਉੱਤੇ ਜਵਾਬ ਦਿਓ। ਉਹ ਨਦਾਨੋ ਪਾਗਲੋ, ਇਹ ਤੇ ਸਾਡੀ ਆਪਣੀ ਗੱਲ ਹੈ, ਜਵਾਬ ਵੀ ਅਸੀਂ ਦੇਣੇ ਨੇ। ਇਸ ਗੱਲ ਦਾ ਬੜਾ ਮੁਖਤਸਰ ਜਵਾਬ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨਾ। ਤੁਸੀਂ ਇਹ ਵੇਖੋ ਕਿ ਅਸੀਂ ਨਮੂਨਾ ਲੈਣਾ ਵੱਡਿਆਂ ਕੋਲੋਂ। ਕਿਆ ਆਜ਼ਮ ਸੀ ਮੌਦ ਨੇ ਕਿਸੇ ਮੁਨਾਜ਼ਰੇ ਵਿੱਚ ਮੁਸਲਮਾਨਾਂ ਨਾਲ ਕਿਸੇ ਬਹਿਸ ਵਿੱਚ ਇਹ ਚੀਜ਼ਾਂ ਪੇਸ਼ ਕੀਤੀਆਂ? ਸਵਾਲ ਹੀ ਨਹੀਂ ਪੈਦਾ ਹੁੰਦਾ ਹੈ ਖੁਲਫਾਏ ਅਹਿਮਦੀਅਤ ਨੇ ਇਹ ਚੀਜ਼ਾਂ ਪੇਸ਼ ਕੀਤੀਆਂ ਨੇ, ਸਵਾਲ ਹੀ ਨਹੀਂ ਪੈਦਾ ਹੁੰਦਾ ਹੈ ਜਾਂ ਜਿਹੜੇ ਮੁਨਾਜ਼ਰ ਸਾਡੇ ਜੈਦ ਉਲਮਾ ਗੁਜ਼ਰੇ ਨੇ ਉਹਨਾਂ ਨੇ ਪੇਸ਼ ਕੀਤੀਆਂ ਨੇ। ਉਹ ਇਹਨਾਂ ਦਾ ਦਫਾ ਕਰਦੇ ਰਹੇ ਨੇ। ਹਾਂਜੀ ਉਹ ਇਹਨਾਂ ਇਸ ਦਾ ਦਫਾ ਵਾਸਤੇ ਕਰਦੇ ਰਹੇ ਨੇ ਹਮੇਸ਼ਾ। ਖਲੀਫਾ ਰਾਬੇ ਦਫਾ ਕਰਦੇ ਰਹੇ ਨੇ, ਰਾਜੇਗੀ ਸਾਹਿਬ ਦਫਾ ਕਰਦੇ ਰਹੇ ਨੇ। ਮੈਂ ਇਹ ਬਕਾਇਦਾ ਤੌਰ ਤੇ ਬੇਸ਼ੁਮਾਰ ਵਾਕਿਆਤ ਪੜ੍ਹੇ ਨੇ। ਇਸ ਵਾਸਤੇ ਮੈਂ ਇਲਾਮਾ ਸਾਹਿਬ ਨੂੰ ਇਹ ਤਜਵੀਜ਼ ਪੇਸ਼ ਕਰਨਾ, ਤੁਸੀਂ ਇਹਨਾਂ ਨਾਲ ਉਹਨਾਂ ਦੀ ਬਰਾੜ ਤੇ ਟੁਰ ਜਾਓ ਤੇ ਉਹਨਾਂ ਕੋਲ ਵੀ ਗੱਲ ਹੈ ਕਿ ਇਹ ਤਰੀਕੇ ਨਾਲ ਗੱਲ ਕਰੋ। ਮੈਂ ਜਾਣ ਨੂੰ ਤਿਆਰ ਹਾਂ, ਮੈਂ ਜਮਾਤੇ ਅਹਿਮਦੀਆ ਦੇ ਹਰ ਬੰਦੇ ਨਾਲ ਮੁਨਾਜ਼ਰਾ ਕਰਨ ਨੂੰ ਤਿਆਰ ਹਾਂ, ਉਹਨੂੰ ਕਨਫਰੰਟ ਕਰਨ ਨੂੰ ਤਿਆਰ ਹਾਂ। ਤੁਸੀਂ ਉਹਨੂੰ ਆਉਣ ਤੇ ਕਰੋ, ਸਾਡੀ ਜਮਾਤ ਦਾ ਬੰਦਾ ਹੈ। ਨਹੀਂ ਗੱਲ ਅੱਛਾ ਆਮਨ ਨਜ਼ੀਰ ਸਾਹਿਬ ਗੱਲ ਪਤਾ ਕੀ ਹੈ, ਇੱਕ ਜਮਾਤ ਦਾ ਬੰਦਾ ਇਤਰਾਜ਼ ਕਰੇ ਤੇ ਤੁਸੀਂ ਉਹਨੂੰ ਜਿਹੜਾ ਕਨਫਰੰਟ ਕਰ ਸਕਦੇ ਹੋ, ਤੇ ਇੱਕ ਜਮਾਤ ਦਾ ਬੰਦਾ ਨਹੀਂ ਗੱਲ ਮੁਕਤਲ ਹੋਈ ਨਹੀਂ ਤੇ ਉਹ ਬੰਦਾ ਜਮਾਤ ਦਾ ਵੈ। ਇਹਨਾਂ ਦੇ ਬਕੌਲ ਜਿਹੜੇ ਬੰਦੇ ਨਾਲ ਬਹਿ ਕੇ ਹਵਾ ਦੇ ਰਹੇ ਨੇ ਉਹ ਜਮਾਤੇ ਅਹਿਮਦੀਆ ਦੇ ਨੇ। ਇਹ ਗੱਲ ਹੈ। ਨਹੀਂ ਉਹ ਇੱਕ ਬੰਦੇ ਦਾ ਮੌਕਫ ਪੂਰੀ ਜਮਾਤ ਦਾ ਤੇ ਨਹੀਂ ਨਾ ਹੋ ਸਕਦਾ। ਜੀ ਇਹਨਾਂ ਦਾ ਮੌਕਫ ਹੈ। ਗੱਲ ਇਹ ਵਾ, ਤਾਰਕ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਉਹ ਗੌਰ ਕਰੋ, ਜਮਾਤੇ ਅਹਿਮਦੀਆ ਦੇ ਕਿਸੇ ਅਕਾਬਰੀ ਖੁਲਫਾ ਦਾ ਇਹ ਤਰੀਕ ਨਹੀਂ ਰਿਹਾ। ਅਸੀਂ ਲੋਕ ਤੇ ਇਹਨਾਂ ਚੀਜ਼ਾਂ ਨੂੰ ਡਿਫੈਂਡ ਕਰਨ ਵਾਲੇ ਆ। ਮਸੀਹ ਮੌਦ ਨੇ ਸਾਰੀ ਜ਼ਿੰਦਗੀ ਰਸੂਲ ਕਰੀਮ ਦਾ ਤੇ ਡਿਫੈਂਡ ਕੀਤਾ ਤੇ ਅਸੀਂ ਆਪਣਾ ਲੀਮ ਸਾਹਿਬ ਮੇਰਾ ਇਹ ਸਵਾਲ ਹੈ ਤੁਹਾਡੇ ਕਿ ਜੇ ਤੁਸੀਂ ਉਹਨੂੰ ਕਹਿੰਦੇ ਫੁਰਕਾਨ ਫਿਰਸ ਤੁਹਾਡਾ ਬੰਦਾ ਨਹੀਂ ਤੇ ਦੂਜੇ ਬੰਦੇ ਨੂੰ ਵੀ ਮੰਨਦੇ ਹੋ ਕਿ ਤੁਹਾਡੀ ਜਮਾਤ ਦੇ ਨਹੀਂ ਹੈ? ਜ਼ਰਤਸ਼ ਹੋ ਗਿਆ, ਮੁਹੰਮਦ ਅਹਿਮਦ ਹੋ ਗਿਆ, ਉਹਨਾਂ ਦਾ ਵੀ ਗੱਲ ਕਰੋ ਨਾ ਕਿ ਉਹ ਵੀ ਨਹੀਂ ਜਮਾਤ ਦੇ ਜਿਹੜੇ ਉੱਥੇ ਬੈਠੇ ਨੇ ਜਾ ਕੇ। ਉਹ ਰੁਕ ਜਾਓ, ਤੁਸੀਂ ਸਾਰੇ ਮੋਟੇ ਦਿਮਾਗ ਦੇ ਬੰਦੇ ਬੈਠੇ ਹੋ, ਗੱਲ ਸੁਣੋ। ਸਾਰੀ ਉਮਰ ਅਸਾਂ ਕੱਟੇ ਖਾਦੇ ਨੇ, ਕੱਟਿਆਂ ਦਾ ਦਿਮਾਗ ਖਾਦਾ। ਅਸੀਂ ਗੱਲ ਅਸੀਂ ਇਹ ਕਰ ਰਹੇ ਹਾਂ, ਇਹਨਾਂ ਨੂੰ ਹਮੇਸ਼ਾ ਇਹਨਾਂ ਇਤਰਾਜ਼ਾਂ ਦਾ ਜਵਾਬ ਦੇਣ ਵਾਲੇ ਆ। ਮੇਰਾ ਮਕਸਦ ਸਮਝੋ, ਮੈਂ ਤੁਹਾਨੂੰ ਆਪਣਾ ਪੁਆਇੰਟ ਇੱਕ ਸਮਝਾਉਣ ਦੀ ਕੋਸ਼ਿਸ਼ ਕਰਨ ਡਿਆ। ਉਹ ਪੁਆਇੰਟ ਦੇ ਉੱਤੇ ਮੈਂ ਸਮਝ ਗਿਆ ਤੁਹਾਡਾ ਪੁਆਇੰਟ ਸਮਝ ਗਿਆ। ਮੈਂ ਇਹ ਜਵਾਬ ਜਮਾਤੇ ਅਹਿਮਦੀਆ ਨੇ ਦੇਣੇ ਨੇ, ਇਹਨਾਂ ਨੇ ਥੋੜੀ ਦੇਣੇ ਜਵਾਬ। ਬਿਲਕੁਲ ਤੁਹਾਡੀ ਗੱਲ, ਇਹ ਤੇ ਜਨਮੀ ਫਿਰਕੇ ਨੇ ਸਾਰੇ। ਹਾਂ ਇਹ ਗੱਲ ਦਿਓ ਜਵਾਬ ਫਿਰ ਆ ਕੇ ਸਮਝਾਓ ਕਿ ਅੱਲਾਹ ਦੇ ਉਹ ਬੰਦੇ ਹੋ, ਤੁਸੀਂ ਕੁਫਾਰ ਕੋਲੋਂ ਜਵਾਬ ਲੈ ਰਹੇ ਹੋ। ਰੀਅਲ ਇਸਲਾਮ ਤੋਂ ਤੁਹਾਡੇ ਕੋਲ ਤੁਸੀਂ ਇਹਨਾਂ ਦੇ ਜਵਾਬ ਦੇਣੇ ਨੇ। ਇਹ ਗੱਲ ਸਮਝੋ, ਜਾਂ ਉਹਦਾ ਉਹ ਕਲੇਮ ਛੱਡੋ ਜਾਂ ਇਹ ਕੰਮ ਛੱਡੋ। ਇਹ ਗੱਲ ਸਮਝੋ। ਤਾਰਕ ਸਾਹਿਬ, ਮੈਂ ਤੁਹਾਨੂੰ ਮਾਨੋ ਮਾਨੀ ਗੱਲ ਦਿਲ ਦੀ ਦੱਸਾਂ, ਜਮਾਤੇ ਅਹਿਮਦੀਆ ਦਾ ਇਹ ਹੀ ਅਸਲ ਰੂਪ ਹੈ ਜਿਹੜਾ ਇਹ ਮੁੜੇ ਪੇ ਪੇਸ਼ ਕਰਦੇ ਨੇ। ਐਵੇਂ ਤੁਸੀਂ ਗੁੱਸਾ ਕਰਨ ਲੱਗੇ ਹੋ। ਤੁਸੀਂ ਆਖੋ ਵੀ ਅਸੀਂ ਜਮਾਤੇ ਅਹਿਮਦੀਆ ਨੂੰ ਹੁਣ ਮੈਂ ਪੜ ਸਕਣਾ ਨਹੀਂ। ਮੈਂ ਉਹਨੂੰ ਮੇਰਾ ਪਿਓ ਵੀ ਹੋਵੇ ਨਾ, ਮੈਂ ਤੈਨੂੰ ਇੱਕ ਗੱਲ ਦੱਸਾਂ, ਮੇਰੀ ਗੱਲ ਸੁਣ। ਮੈਂ ਇਸ ਗੱਲ ਤੇ ਮੇਰਾ ਈਮਾਨ ਹੈ, ਮੇਰਾ ਪਿਓ ਵੀ ਇਹੋ ਜਿਹੀ ਗੱਲ ਕਰੇ ਨਾ ਜਾਂ ਇਹ ਚੀਜ਼ਾਂ ਪੜ੍ਹੇ ਤੇ ਮੈਂ ਉਹਨੂੰ ਵੀ ਕਹਾਂਗਾ ਇਹ ਅਹਿਮਦੀ ਕੋਈ ਨਹੀਂ। ਬਿਲਕੁਲ ਅਸੀਂ ਸਾਡਾ ਤਰੀਕ ਨਹੀਂ ਹੈ ਭਾਈ, ਕਿਉਂਕਿ ਅਸੀਂ ਅਹਿਮਦੀ ਜਿਹੜੇ ਨਾ, ਮੈਂ ਹਜ਼ੂਰ ਨਬੀ ਪਾਕ ਦੀ ਜ਼ਾਤ ਵਾਸਤੇ ਨਾ ਮੇਰਾ ਜਿਹੜਾ ਮੌਕਫ ਹੈ
ਉਹ 1 ਸੈਂਟੀਮੀਟਰ ਵੀ ਇੱਧਰ ਆਦਰ ਨਹੀਂ ਹੈਗਾ। ਬਾਦਸ ਖੁਦਾ ਬੇਇਸ਼ ਮੁਹੰਮਦ ਮੁਖਮਰਮ गर ई कुफ बखुदा सख्त काफरम। जे अल्लाह तो बाद सानू किसी का इश्क है ना तो मुहम्मद रसूल अल्लाह का है, तो जे एक कुफर है तो असी पक्के काफर हैं। इन्नी गल है। ਮੁੱਕ ਦੀ ਗੱਲ ਇੱਥੇ ਮੈਂ ਸੁਬਾਹ ਦੀ ਗੱਲ ਕਰਾਂ ਡੇਢ ਵਜੇ ਦੀ ਗੱਲ ਕਰਾਂ ਸਮਝ ਨਹੀਂ ਆ ਰਿਹਾ। ਤਲ ਆਪਣਾ ਤੁਸੀਂ ਕੀ ਨਾਂ ਤੁਹਾਡਾ? ਤਾਰਕ ਸਾਹਿਬ। जी ਮੁੜ जी ਤੁਸੀਂ 4-5 ਅਹਿਮਦੀ ਹੋ, ਬਾਕੀ ਸਾਰੇ ਆ ਮਰਜ਼ਾਈ ਜੇ। नहीं साढ़े खुलफा जड़े ने साढ़े बुजुर्ग साढ़े मनाजर मतलब मौलाना अब्दुल मालिक साहब ਨੂੰ ਮੈਂ ਸੁਣਿਆ, ਮੌਲਾਨਾ ਨਜ਼ੀਰ ਅਹਿਮਦ ਐਮਡੀ ਸਾਹਿਬ ਆਪਣਾ ਅਲੀਮ ਸਾਹਿਬ ਤੁਹਾਨੂੰ ਅਸੀਂ ਇਹ ਹੀ ਕਹਿੰਦੇ ਪਏ ਆ, ਤੁਸੀਂ 4-5 ਬੰਦੇ ਹੀ ਹੈ ਉਹ ਜਿਹੜੇ ਡਿਫੈਂਡ ਕਰਦੇ ਨੇ, ਵਰਨਾ ਸਾਰੇ ਉਹਨਾਂ ਕੋਲ ਨੇ। ਮੈਨੂੰ ਰਿਕਾਰਡਿੰਗ ਨਾਸਰ ਬੱਟ ਨੇ ਕੀਤੀ ਹੈ ਕਿ ਫੁਰਕਾਨ ਨਾਲ ਗੱਲ ਕਰਾਵਾਂ ਤੇ ਅਮਨ ਨਜ਼ੀਰ ਸਾਹਿਬ ਦੀ, ਤੂੰ ਲੈ ਕੇ ਉੱਥੇ ਆ, ਜੇ ਕਹਿੰਦੇ ਹੋ ਤਾਂ ਮੈਂ ਰਿਕਾਰਡਿੰਗ ਸੈਂਡ ਕਰ ਦਾਂਗਾ ਤੁਹਾਨੂੰ। नहीं मैं तो मेरी गल एक मिनट अली मेरी गल सुनो ਉਹ ਤੇਰਾ ਰਾਤ ਨੂੰ अली साहब नज़ीर साहब मेरी गल सुनो। मैं कहना कि तुसी ਉਹਨੂੰ ਐਜ਼ ਐਨ ਅਹਿਮਦੀ ਨਾ ਲਵੋ, ਤੁਸੀਂ ਇੱਕ ਮੁਖਾਲਫ ਦੇ ਤੌਰ ਤੇ ਉਹਨੂੰ ਕਨਫਰੰਟ ਕਰੋ, ਜਾ ਕੇ ਉਹਦੇ 'ਚ ਡਿਫੈਂਡ ਕਰੋ ਇਹਨਾਂ ਚੀਜ਼ਾਂ ਨੂੰ। ਜਮਾਤ ਦੇ ਬੰਦੇ ਵੀ ਕਈ ਗਏ ਨੇ, ਸਈਦ ਸਾਹਿਬ ਤੁਹਾਡੇ ਕੋਲ ਇੱਥੇ ਆਏ ਨੇ, ਇਹਨਾਂ ਨੇ ਵੀ ਜਾ ਕੇ ਡਿਫੈਂਡ ਕੀਤਾ ਵੀ ਤੁਸੀਂ ਕੀ ਕਰਨਾ ਇਹਨਾਂ ਡਿਫੈਂਡ ਤੇ ਗੱਲਾਂ ਕੋਈ 'ਚੋਂ। ਵੀ ਨਹੀਂ ਪਿਆ ਕਰਦਾ। ਡਿਫੈਂਡ ਉੱਥੇ ਖਲੋ ਕੇ ਉਹਦੇ ਮੋਢਾ ਤੇ ਥਪਥਪਾਉਂਦੇ ਨੇ ਤੇ ਸਾਨੂੰ ਚੈਲੰਜ ਪੇ ਕਰਦੇ ਨੇ, ਬਾਦਸ਼ਾਹ ਬੰਦੇ ਹੋ। ਉਹ ਭਾਈ ਜੀ ਇਹ ਕੈਸੀ ਗੱਲ ਸਈਦ ਕਰ ਰਹੇ ਸਾਹਿਬ ਹੋ? ਤੁਹਾਡੇ ਕੋਲ ਆਉਂਦੇ, ਉਹ ਸਈਦ ਸਾਹਿਬ ਤੁਹਾਡੇ ਕੋਲ ਆਉਂਦੇ ਰਹਿੰਦੇ ਨੇ, ਉਹਨਾਂ ਨੇ ਸਈਦ ਜਾ ਸਾਹਿਬ ਕੇ ਅੱਛੇ ਕਿਹਾ ਆਦਮੀ ਹੋਰ ਨੇ। ਸਈਦ ਸਾਹਿਬ ਕਨਫਰੰਟ ਹੋਰ ਕਰਨ ਤੇ ਨਹੀਂ ਨਾ ਗਏ, ਇਹਨਾਂ ਕੋਲ ਨੌਲੇਜ ਹੀ ਨਹੀਂ ਹੈ ਇਹਨਾਂ ਕਿ ਕਨਫਰੰਟ ਕਰਨਾ ਹੈ। ਨਹੀਂ ਇਹਨਾਂ ਦੇ ਕਹਿਣਾ ਨਾ ਵੀ ਤੁਸੀਂ ਇਸ ਗੱਲ ਚੋਂ ਕੱਢਣਾ ਕੀ ਹੈ, ਛੱਡੋ ਇਹਨਾਂ ਨੂੰ। ਨਹੀਂ ਨਾ ਆਖਿਆ ਇਹ ਤੇ ਨਹੀਂ ਨਾ, ਇੰਨੇ ਵੀ ਆਖਣ ਜੋ ਨਹੀਂ ਨਾ, ਇਹ ਉਹ ਭਲੇ ਕਿਹਾ ਮਾਸ ਬੰਦੇ ਇਹਨੇ ਨੇ। ਕਿਹਾ ਉਹ ਸਰ ਇਹਨਾਂ ਨੇ ਕਿਹਾ ਮੈਂ ਕੋਈ ਉਹਨਾਂ ਦੀ ਕਬਰੇ ਪੈਣਾ। ਜਿੰਨੀ ਉਹਨਾਂ ਨੂੰ ਇਹ ਜਾ ਕਹਿ ਕੇ ਉਹਨਾਂ ਗਿਆ। ਆਖਿਆ ਹੋਵੇ ਤਾਂ ਮੈਂ ਨਹੀਂ ਆਂਦਾ। ਹਾਂ ਹੁਣ ਬੰਦੇ ਮੰਨੋ ਚੰਗੇ ਨੇ। ਮੇਰੇ ਕੋਲ ਸਰ ਮੇਰੇ ਕੋਲ ਹਦੀਸ ਦੀ ਤਾਲੀਮ ਨਹੀਂ ਤੇ ਮੈਂ ਉਹਦੇ ਨਾਲ ਕੀ ਗੱਲ ਕਰਾਂ, ਮੈਨੂੰ ਵੀ ਨਹੀਂ ਅੱਛਾ ਲੱਗ ਰਿਹਾ। ਤਾਰਕ ਸਾਹਿਬ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸਈਦ ਸਾਹਿਬ ਵੀ ਅੱਛੇ ਤੇ ਭਲੇ ਮਾਨਸ ਬੰਦੇ ਨੇ, ਲੇਕਿਨ ਇਹਨਾਂ ਦਾ ਨੌਲੇਜ ਇੰਨਾ ਕਮਜ਼ੋਰ ਹੈ ਕਿ ਇਹਨਾਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦੇ। ਤੇ ਮਿਰਜ਼ਾ ਸਾਹਿਬ ਦੇ ਦਾਅਵੇ ਨੂੰ ਨਹੀਂ ਜਾਣਦੇ ਸਨ ਚੰਦ ਰੋਜ਼ ਪਹਿਲੇ, ਲੇਕਿਨ ਤੁਸੀਂ ਇਹਨਾਂ ਨੂੰ ਛੱਡ ਦਿਓ, ਉਹਨੂੰ ਕਨਫਰੰਟ ਕਰ ਨਹੀਂ ਰਹੇ। ਅਹਿਮਦੀ ਜਾ ਕੇ ਉਹਦਾ ਮੋਢਾ ਪੇ ਥਪਥਪਾਉਂਦੇ ਨੇ, ਪਿਆਉਂਦੇ ਨੇ ਠੀਕ ਪਿਆ। ਇਹ ਜ਼ਰਤਸ਼ ਦੇ ਆਂਦੇ ਤੇ ਮੈਂ ਲਾਈਵ ਪੇ ਚੱਲਦਾ ਆਵਾਜ਼ ਸੁਣਾ ਦੇਣਾ ਤੁਹਾਨੂੰ ਦੁਬਾਰਾ। ਕੀ ਪਿਆ ਨਹੀਂ ਸੁਣ ਲਓ। ਮੈਂ ਤਾਂ ਜ਼ਰਤਸ਼ ਮੈਨੂੰ ਪਤਾ ਹੈ, ਮੈਂ ਜ਼ਰਤਸ਼ ਦਾ ਮੁਤਫਕ ਸੁਣਿਆ, ਮੈਂ ਉਹਦੇ ਨਾਲ ਮੁਤਫਿਕ ਨਹੀਂ ਹੈਗਾ। ਹਾਂ ਤੇ ਫਿਰ ਮੈਂ ਤਾਂ ਹੀ ਅਰਜ਼ ਕੀਤੀ ਹੈ ਕਿ ਤੁਸੀਂ ਬੰਦੇ ਚੰਗੇ ਹੋ, 5-7 ਤੁਹਾਨੂੰ ਲਾਏ ਆ ਕੰਧ ਨਾਲ। ਇਹਨੇ ਨਵੀਦ ਵੜਾਜ ਪਰਸੋਂ ਤੁਹਾਨੂੰ ਕੰਧ ਨਾਲ ਲਾਇਆ ਸੀ ਉੱਥੇ ਸੈਣੀ ਸਾਹਿਬ ਦੀ ਬਰਾੜ ਤੇ, ਤੁਹਾਨੂੰ ਉਹਨੇ ਖਮੋਸ਼ ਕਰਵਾ ਛੜਿਆ। ਨਹੀਂ ਮੈਂ ਉਹ ਮੇਰੀ ਰਾਤੀ ਵੀ ਉਹਦੇ ਨਾਲ ਗੱਲ ਹੋਈ ਹੈ। ਨਹੀਂ ਗੱਲ ਤੇ ਹੋਈ ਹੋਵੇਗੀ, ਮੈਂ ਨਹੀਂ ਤਾਂ ਤੁਹਾਡਾ ਕੋਈ ਨਹੀਂ ਬਾਈਕਾਟ ਹੋ ਸਰ ਗਿਆ। ਮੈਂ ਜਿਹੜੇ ਮੇਰੀ ਗੱਲ ਸੁਣੋ, ਕਹਿੰਦਾ ਮੈਂ ਸੀ ਨਾ ਤੁਹਾਨੂੰ ਝੂਠਿਆਂ ਪਿਆ ਕਰਦਾ ਸੀ, ਤੁਹਾਨੂੰ ਪਿਆਂਦਾ ਸੀ ਤੁਹਾਡਾ ਕਿਹੜਾ ਦੀਨ ਹੈ ਕਿ ਜੇ ਅਸੀਂ ਗੱਲ ਕਰੀਏ ਤੇ ਉਹ ਅਮਰ ਨਜ਼ੀਰ ਜਿਹੜਾ ਸਾਡੇ ਮੁਸਲੇ ਮਊਦ ਨੂੰ ਜਾਂ ਮਸੀਹ ਮਊਦ ਨੂੰ ਪੈ ਜੇ ਤੇ ਤੁਹਾਡਾ ਤੇ ਇਹ ਦੀਨ ਹੈ, ਤੁਸੀਂ ਉਹਨੂੰ ਜਾਇਜ਼ ਸਮਝਦੇ ਹੋ। ਅਸੀਂ ਜਿਹੜੀ ਗੱਲ ਕਰੀਏ ਉਹ ਪਤਾ ਤੁਹਾਨੂੰ ਕੀ ਪਿਆਂਦਾ ਸੀ। ਮੈਂ ਉਹਨੂੰ ਇਹੀ ਕਿਹਾ ਸੀ ਨਾ, ਤੇ ਅਮਰ ਨਜ਼ੀਰ ਮੈਨੂੰ ਕਿਉਂ ਨਹੀਂ ਕਹਿੰਦਾ, ਅਲੀਮ ਦੇ ਅੱਗੇ ਕਿਉਂ ਨਹੀਂ ਇਸ ਤਰ੍ਹਾਂ ਦੀ ਗੱਲ ਕਰਦਾ, ਹੋਰ 3-4 ਬੰਦੇ ਨੇ ਉਹਨਾਂ ਨਾਲ ਕਿਉਂ ਨਹੀਂ ਇਹੋ ਜਿਹੀ ਗੱਲ ਕਰਦਾ। ਤੁਸੀਂ ਉਹਨੂੰ ਨਾ ਜੋਸ਼ ਤੈਸ਼ ਦਿਵਾਓ, ਨਾ ਐਸੀ ਗੱਲ ਕਰੋ, ਉਹਨੂੰ ਨਾ ਭਾਬੀ ਆਖੋ, ਉਹ ਸਾਨੂੰ ਮਰਜ਼ੋਟਾ ਨਹੀਂ ਆਖੇਗਾ। ਆਪਣੇ ਹਾਲ ਤੋਂ ਗੱਲ ਜਾਣ ਹੀ ਨਾ ਦਿੰਦੇ, ਆਪਣਾ ਤਾਂ ਕਸੂਰ ਮੰਨਣ ਨੂੰ ਉਹ ਤਿਆਰ ਨਾ ਹੀ ਨਹੀਂ ਹੈਗੇ। ਨਾ ਜਾਣਦੇ ਮੈਂ ਅਸੀਂ ਤੇ ਹੱਕ ਗੱਲ ਕਰਨੀ ਹੈ। ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ ਅਸੀਂ ਤੁਹਾਨੂੰ ਕਹਾਂ ਕਿ ਨਜ਼ੀਰ ਸਾਹਿਬ ਤੁਸੀਂ ਜ਼ਿਆਦਤੀ ਕੀਤੀ ਹੈ। ਕਰ ਲੋ ਫਿਰ ਹੱਕ ਗੱਲ ਕਰ ਲੋ। ਇੱਥੇ ਹੱਕ ਦਾ ਨਤੀਜਾ ਜੋ ਕੋ ਆਉਂਦਾ ਵੀ ਉਹ ਆਪਣੀਆਂ ਅੱਖਾਂ ਨਾਲ ਤੱਕ ਲੋ। दिन ब दिन आने आख्या ना मरीज इश्क पर लानत खुदा की, मरज बढ़ता गया जूं जूं दवा की। अगे एक बराड आई हुण 2 बराडा हो गई ने, अन करीब तीजी बराड भी खुल जानी ऐसे स्टाइल दी। ते नबी पाक नूं गालां कढ के उन्हें आखना करना है आओ मुसलमानों दफा करो नबी पाक दा। तुसां पिया आखना अहमदीयत दी तरबियत नहीं है, ਇਹ ਤਾਂ ਸਾਡੇ ਮਸੀਹ ਮੌਦ ਨੇ ਕੰਮ ਨਹੀਂ ਕੀਤਾ। ਜਦੋਂ ਮਲਾਨ ਕਾਲੂ ਨੇ ਕੀਤਾ ਸੀ ਨਾ ਤੇ ਲੀਮ ਸਾਹਿਬ ਦੀ ਵੀ ਬਰਾਡ ਉਂਝ ਬੰਨੀ ਸੀ, ਪਰ ਲੀਮ ਸਾਹਿਬ ਨੇ ਕੰਟਰੋਲ ਕਰ ਲਿਆ ਸੀ। ਸਿਰਫ ਇੱਕ ਬੰਦੇ ਲੀਮ ਜਿਹਨੇ ਕੰਟਰੋਲ ਕੀਤਾ ਹੈ। ਕੰਟਰੋਲ ਇਹਦੇ ਨਾਲ ਕੀਤਾ ਨਹੀਂ। ਤਲਤ ਸਾਹਿਬ ਤੇ ਲੀਮ ਸਾਹਿਬ ਤੇ ਤਾਰਕ ਸਾਹਿਬ ਕੰਟਰੋਲ ਕਮਜ਼ੋਰ ਬੰਦੇ ਨੇ। ਇਹ ਸਈਦ ਸਾਹਿਬ ਵੀ ਬੰਦੇ ਚੰਗੇ ਨੇ ਪਰ ਕਮਜ਼ੋਰ ਬੰਦੇ ਨੇ। ਅੱਛਾ ਜੇ ਇਹਨਾਂ ਦੀਆਂ ਹੁਣ ਤੂੰ ਸਾਨੂੰ ਡ੍ਰਿਪਾਂ ਦਵਾ ਦੇ। ਨਹੀਂ ਜੇ ਤੁਹਾਡੀਆਂ ਲੱਤਾਂ ਭਾਰ ਚੁੱਕਦੀਆਂ ਹੋਣ ਤੇ ਤੁਸੀਂ ਫੋਨ ਕਰਕੇ ਸੈਂਟਰ ਚ ਆਖੋ ਵੀ ਸਾਨੂੰ ਦੱਸੋ ਅਸੀਂ ਅਹਿਮਦੀ ਆ ਕਿ ਅਹਿਮਦੀ ਨੇ। ਇਹ ਨਵੇਂ ਜੰਮੇ ਜੇ ਅਹਿਮਦੀ
ਮੂੰਹ ਕਾਲਾ ਕਰਾਉਣ ਲੱਗੇ ਨੇ, ਸਾਡਾ ਨਬੀ ਪਾਕ ਨੂੰ ਗਾਲਾਂ ਕੱਢਣ ਲੱਗੇ ਨੇ, ਸ਼ਾਤਮੀਅਤ ਕਰਵਾਉਣ ਤੇ ਕਰਨ ਲੱਗੇ ਨੇ। ਬਹਰਾਲ ਮੈਂ ਇੱਕ ਜ਼ਰੂਰੀ ਦਫ਼ਤਰ ਜਾਂਦਾ ਪਿਆ ਤੇ ਮੈਂ ਇੰਨਾ ਕੁ ਜ਼ਰੂਰੀ ਸਮਝਿਆ ਕਿ ਅਮਨ ਵਜ਼ੀਰ ਭਾਈ ਤੇ ਅਲੀਮ ਸਾਹਿਬ ਜਿਹੜੇ ਨੇ ਸਵੇਰ ਦੇ ਲੱਗੇ ਹੋਏ ਨੇ ਤੇ ਮੈਂ ਇਹਨਾਂ ਨੂੰ ਜਿਹੜਾ ਮੇਰਾ ਹਿੱਸਾ ਮੈਂ ਪਾਦਾ, ਮੈਂ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ। ਗੱਲ ਖਤਮ, ਇੰਨੀ ਕੀ ਗੱਲ ਹੈ। ਤੁਸੀਂ ਉਹਨਾਂ ਨੂੰ ਜਵਾਬ, ਤੁਹਾਨੂੰ ਮੈਂ ਇਸ ਵਾਸਤੇ ਤਜਵੀਜ਼ ਦਿੱਤੀ ਸੀ ਕਿ ਤੁਹਾਡੇ ਕੋਲ ਹਦੀਸ ਦਾ ਇਲਮ ਹੈ, ਤੁਸੀਂ ਉਹਨਾਂ ਚੀਜ਼ਾਂ ਦਾ ਪਸ ਮੰਜ਼ਰ ਪੇਸ਼ ਕਰ ਸਕਦੇ ਮੈਂ ਮਿੰਟੂ ਪਹਿਲਾਂ ਨੂੰ ਪੁੱਠਿਆਂ ਟੰਗ ਦਿਆਂਗਾ ਇਨਸ਼ਾਅੱਲਾ। ਲੇਕਿਨ ਜਿਹੜੇ ਉਹਨੇ ਅੱਗੂ ਬਕਵਾਸ ਕਰਨੇ ਨੇ, ਤੁਸੀਂ ਭੌਂਕਿਆ ਹੈ ਨਾ ਅਸੀਂ ਇਹਨੂੰ ਅਹਿਮਦੀ ਨਹੀਂ ਮੰਨਦੇ, ਮੈਂ ਤਾਂ ਪਿਆ ਨਾ ਤੁਸੀਂ ਆਖੋ ਅਹਿਮਦੀ ਹੈ ਆਉਣ ਕਰੋ, ਤੇ ਮੈਂ ਹੁਣੇ ਸ਼ਾਮਾਂ ਤੋਂ ਪਹਿਲਾਂ ਨੂੰ ਪੁੱਠਿਆਂ ਨਾਲ ਟੰਗਿਆ ਤੇ ਆਖਿਓ ਬਈ ਜਣਾ ਹੀ ਨਹੀਂ ਹੋਇਆ। ਲੀਮ ਸਾਹਿਬ ਇੱਥੇ ਆ ਕੇ ਰਿਕੁਐਸਟ ਪਾਉਂਦਾ, ਤੁਸੀਂ ਉੱਤੇ ਨਹੀਂ ਲੈਂਦੇ ਉਹਨੂੰ, ਸਿਰਫ ਤੁਸੀਂ ਹੋਵੋਗੇ ਨਾ ਉਹਨੂੰ ਉੱਤੇ ਲੈ ਕੇ ਤੁਹਾਡੇ ਸਾਹਮਣੇ ਗੱਲ ਕਰਾਵਾਂਗੇ। ਰਾਤੀ ਨੇ ਨਾ ਤੱਲਾ ਸਾਹਿਬ ਉੱਥੇ ਡਰਾਮਾ ਕਰਾਇਆ ਤੇ ਮੈਂ ਕਿਹਾ ਮੈਂ ਆ ਗਿਆ, ਹਟ ਜਾਓ ਪਿੱਛੇ ਮੁਨਾਜ਼ਰਾ ਕਰੀਏ। ਤਾਰਕ ਸਾਹਿਬ ਉੱਥੇ ਇੱਕ ਬੰਦਾ ਜਾ ਕੇ ਚੈਲੰਜ ਕਰਕੇ ਆਏ ਕਿ ਤਾਰਕ ਸਾਹਿਬ ਰਾਤੀ ਉਸ ਸ਼ੀਆ ਨੂੰ ਕਨਫਰੰਟ ਕਰਨ ਗਿਆ ਸੀ ਕਿ ਨਹੀਂ? ਮੈਂ ਗਿਆ ਸੀ, ਤੁਸੀਂ ਉੱਥੇ ਹੀ ਸੋ। ਇੱਥੇ ਬੁਲਾ ਲਓ। ਨਹੀਂ ਉੱਥੇ ਤੁਸੀਂ ਉਹਨੂੰ ਕਨਫਰੰਟ ਨਹੀਂ, ਉੱਥੇ ਤੁਸੀਂ ਸਾਨੂੰ ਅਟੈਕ ਕੀਤਾ ਵੀ ਇਹ ਮੈਂ ਜਿਹਨੂੰ ਮਰਜ਼ੀ ਅੱਛਾ ਮੈਂ ਕਨਫਰੰਟ ਉਸਮਾਨ ਸਾਹਿਬ ਜਾਓ ਜ਼ਰਾ ਉਧਰ, ਉਸਮਾਨ ਭਾਈ ਉੱਧਰ ਜਾਈਓ ਜ਼ਰਾ। ਗੱਲ ਹੈ ਜਿਹੜੇ ਉਹਨਾਂ ਦੇ ਕਾਇਦ ਤੁਹਾਡੇ ਬਾਰੇ ਜਾਂ ਤੁਹਾਡੇ ਕਾਇਦ ਉਹਨਾਂ ਬਾਰੇ ਨੇ, ਉਹਨਾਂ ਦੀ ਗੱਲ ਉਹਨਾਂ ਨਾਲ ਕਰੋ। ਮੈਂ ਕਨਫਰੰਟ ਜਿਸ ਤਰ੍ਹਾਂ ਵੀ ਕਰਨਾ, ਮੈਂ ਬੰਦਾ ਚੈੱਕ ਕਰਨਾ ਪਹਿਲਾਂ। ਹੋ ਸਕਦਾ ਬੰਦਾ ਢੋਂਗੀ ਹੋਵੇ, ਫਰਾਡੀ ਹੋਵੇ, ਝੂਠਾ ਹੋਵੇ, ਸਹੀ ਹੈ, ਸ਼ੀਆ ਹੋਵੇ ਹੀ ਨਾ। ਤੁਸੀਂ ਵੀ ਜਾਓ ਇਹਨੂੰ ਜਾ ਕੇ ਲਿਟਮਸ ਟੈਸਟ ਲਾ ਕੇ ਚੈੱਕ ਕਰੋ ਅਹਿਮਦੀ ਹੈ ਵੀ ਹੈ ਕਿ ਨਹੀਂ ਹੈ। ਤੁਸੀਂ ਸਾਰੇ ਸ਼ੁਕਰ ਕੀਤਾ ਇਹੋ ਜਿਹਾ ਬੰਦਾ ਲੱਭਾ। ਅਸੀਂ ਤੇ ਪਿਆਨੇ ਆ ਨਹੀਂ ਅਹਿਮਦੀ, ਇੰਨਾ ਲੀਲਾ ਬੜੇ ਮੈਂ ਐਲੋ ਸਈਦ ਸਾਹਿਬ ਕਹਿੰਦੇ ਨੇ ਅਸੀਂ ਤੇ ਪਿਆਨੇ ਅਹਿਮਦੀ ਨਹੀਂ ਹੈ। ਉਹ ਅਹਿਮਦੀ ਨਹੀਂ ਤੇ ਜਿਹੜੇ ਦੂਜੇ ਨਾਲ ਬੈਠੇ ਨੇ ਉਹ। ਮੈਂ ਤੇ ਹਰਕਤ ਇੰਨਾ ਲੀਲਾ ਬੜਾ ਲਾ ਰਿਹਾ ਜੀ। ਲੋ ਮੈਂ ਵੀ ਥੱਲੇ ਢਲਣਾ ਵਜ਼ੂ ਕਰਨ ਵਾਸਤੇ, ਫਿਰ ਗੱਲ ਹੁੰਦੀ ਇੰਸ਼ਾ ਓਕੇ ਜੀ, ਅੱਲਾ ਹਾਫਿਜ਼ ਜੀ। ਅਲੀਮ ਭਾਈ ਤੁਹਾਡੀ ਗੱਲ ਜਿਹੜੀ ਹੈ ਉਹ ਮੈਂ ਅੰਡਰਸਟੈਂਡ ਕੀਤੀ ਹੈ। ਬੰਦੇ ਬੈਠੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਅਗਰ ਉਹ ਹਜ਼ੂਰ ਸੱਲਮ ਦੀ ਉਸ ਤਰ੍ਹਾਂ ਇੱਜ਼ਤ ਕਰਦੇ ਨੇ ਜਿਸ ਤਰ੍ਹਾਂ ਹੋਣੀ ਚਾਹੀਦੀ ਹੈ ਮੁਸਲਮਾਨ ਦੇ ਦਿਲ ਦੇ ਵਿੱਚ, ਤੇ ਉਹਨਾਂ ਨੂੰ ਉਸੇ ਟਾਈਮ ਕਹਿਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਗੱਲਾਂ ਨਾ ਕਰੋ, ਕੋਈ ਹੋਰ ਗੱਲ ਕਰੋ, ਜਾਂ ਇਸ ਤਰ੍ਹਾਂ ਦੀ ਹਦੀਸਾਂ ਨਾ ਪੇਸ਼ ਕਰੋ, ਕੋਈ ਹੋਰ ਚੰਗੀਆਂ ਹਦੀਸਾਂ ਪੇਸ਼ ਕਰੋ। ਇਹ ਤੁਹਾਡੀ ਮੈਂ ਸੁਣੀ ਜੋ ਮੈਸੇਜ ਤੁਹਾਡੇ ਜ਼ਿੰਮੇਵਾਰ ਦੇ ਉੱਤੋਂ। ਅਗਰ ਇਹ ਵੀ ਕਰਨ ਤੇ ਇਹਨਾਂ ਨੂੰ ਵੀ ਡਿਫੈਂਡ ਕਰਨਾ ਚਾਹੀਦਾ ਉਹਨਾਂ ਨੂੰ, ਉਹ ਜਵਾਬ, ਕਿਉਂਕਿ ਅਸਲ ਵਿੱਚ ਮੁਸਲਮਾਨ ਤੇ ਉਹ ਨੇ ਨਾ, ਕਲੇਮ ਤੇ ਸਾਡਾ ਉਹ, ਇਹ ਮੈਂ ਬਿਲਕੁਲ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ। ਇਹ ਗੱਲ ਮੈਂ ਸਮਝਾਉਂ ਇਹ ਕਿਉਂ ਕਿ ਭਾਈ ਰੀਅਲ ਇਸਲਾਮ ਤੁਸੀਂ ਹੋ, ਰੀਅਲ ਇਸਲਾਮ ਕੌਣ ਹੈ? ਲੀਮ ਸਾਹਿਬ ਤੁਸੀਂ ਮੇਰੀ ਅਰਜ਼ ਨਹੀਂ ਸੁਣੀ, ਮੇਰੀ ਬਰਾੜ ਤੇ ਆਂਦਾ ਹੈ, ਅਸੀਂ ਗੱਲ ਕਰਨੇ ਹੁੰਨੇ ਆ, ਤੁਸੀਂ ਨਹੀਂ ਵੇਖਿਆ, ਉਹ ਇੱਥੇ ਆਂਦਾ ਰਹਿੰਦਾ, ਅਸੀਂ ਰਿਕੁਐਸਟ ਮੈਂ ਸੋ ਚੁੱਕ ਲੈਣਾ ਵਾ, ਉਸਮਾਨ ਨੂੰ ਥੱਲੇ ਸੱਟ ਸਕਦਾ ਹੈ, ਠੀਕ ਹੈ ਨਾ। ਮੈਂ ਡਿਫੈਂਡ ਕਰਨਾ ਵਾ ਉਹਨਾਂ ਹਦੀਸ ਨੂੰ। ਜਾਓ ਉਹਨੂੰ ਕਹੋਗੇ ਇੱਥੇ ਐਸ ਬਰੋਡ ਦੇ ਉੱਥੇ ਮੈਨੂੰ ਜਾਣ ਤੇ ਖਤਰਾ ਹੈ, ਕਿ ਉੱਥੇ ਉਹਨਾਂ ਨੇ ਮੈਨੂੰ ਸ਼ਦੀਦ ਕਿਸਮ ਦੀਆਂ ਗਾਲਾਂ ਕੱਢ ਕੇ ਮੈਨੂੰ ਮੇਰੀ ਗੱਲ ਨਹੀਂ ਸੁਣਨੀ। ਯਕੀਨ ਮੰਨ ਲਓ ਉਹਨੂੰ ਮੈਂ ਕੋਤਰ 100 ਵਾਰੀ ਲੈਣਾ ਵਾ, ਉਸਮਾਨ ਨੂੰ ਥੱਲੇ ਲਾ ਦਿੰਦਾ, ਕਹਿੰਦਾ ਉੱਥੇ ਨਹੀਂ ਲਾਣਾ। ਮੈਂ ਕਿਹਾ ਜ਼ਿਆਦਾ ਦੇਰ ਮੈਂ ਨਹੀਂ ਬਹਿ ਸਕਦਾ, ਮੈਂ ਫਿਰ ਨਿਕਲ ਆਇਆ। ਮੈਂ ਉਹਨਾਂ ਦਾ ਇਲਾਜ ਕਰਨਾ ਸੀ ਲੇਕਿਨ ਉਹਨਾਂ ਨੂੰ ਚੁੱਕਿਆ ਨਹੀਂ ਡਾਕਟਰਾਂ ਨੇ। ਅਲੀਮ ਭਾਈ ਅਸੀਂ ਸਿਰਫ ਕੁਝ ਨਹੀਂ ਕਹਿ ਰਹੇ ਕਿ ਤੁਸੀਂ ਜਾ ਕੇ ਉਹਨਾਂ ਦਾ ਸਿਰ ਪਾੜੋ ਜਾਂ ਕਿਸ ਦਾ ਕਰੋ, ਸਿਰਫ ਇੰਨੀ ਅਰਜ਼ ਕਰ ਰਹੇ ਹਾਂ ਜਿਹੜਾ ਤੁਸੀਂ ਮੁੱਦਾ ਬਿਆਨ ਕੀਤਾ ਬਿਲਕੁਲ ਸਹੀ ਹੈ ਕਿ ਜਿਹੜੇ ਉੱਥੇ ਬੈਠੇ ਨੇ ਉਹ ਆਪਣੇ ਆਪ ਨੂੰ ਕਲੇਮ ਕਰਦੇ ਨੇ ਰੀਅਲ ਇਸਲਾਮ ਦਾ, ਤੇ ਇਹ ਉਹਨਾਂ ਦਾ ਫਰਜ਼ ਬਣਦਾ ਵੀ ਅਗਰ ਤੁਹਾਡਾ ਥੋੜੀ ਫਰਜ਼, ਤੁਸੀਂ ਜ਼ਮੀਨ ਸਿੱਖੇ ਹੋ। ਬਿਲਕੁਲ ਇਹ ਪੁਆਇੰਟ ਹੈ। ਇਹ ਤੁਹਾਡੇ ਜਿਹੜੇ ਬਾਕੀ ਸਾਥੀ ਨੇ ਇਹ ਗੱਲ ਸਮਝਦੇ ਨਹੀਂ ਪਏ, ਇਸ ਗੱਲ ਨੂੰ ਤੁਹਾਡਾ ਜਿਹੜਾ ਪੁਆਇੰਟ ਹੈ ਉਹਨਾਂ ਨੂੰ ਸਹੀ ਸਮਝ ਨਹੀਂ ਆ ਰਿਹਾ, ਤਾਂ ਮੈਂ ਕਿਹਾ ਮੋਟਾ ਦਿਮਾਗ ਹੈ। ਲੀਮ ਸਾਹਿਬ ਮੈਂ ਇਹ ਜ਼ਰਤਸ਼ ਹੋਣਾ ਕੋਲ ਬਹਿਣਾ ਹਾਂ, ਜਿਸ ਮੈਂ ਇਹ ਹਰਕਤਾਂ ਮੈਂ ਵੇਖੀਆਂ ਹਨ ਤੇ ਮੈਂ ਲਾਨਤ ਪਾ ਕੇ ਇੱਥੇ ਆ ਗਿਆ ਹਾਂ। ਮੈਨੂੰ ਨੇ ਕਿਹਾ ਸੀ ਮਜੋਕਾ ਜ਼ਰਤਸ਼ ਨੇ ਕੋਈ ਫੈਸਲਾ ਕਰ ਲੈ, ਤੂੰ ਕੀ ਫੈਸਲਾ ਕਰਨਾ? ਮੈਂ ਕਿਹਾ ਮੈਂ ਫੈਸਲਾ ਇਹ ਕਰਨਾ, ਮੈਂ ਤੇਰੇ ਤੇ ਲਾਨਤ ਪਾਣਾ ਜੋ ਤੂੰ ਹਰਕਤਾਂ ਕਰਨਾ ਹੈ। ਬੇਸ਼ੱਕ ਜਾ ਕੇ ਤੁਸੀਂ ਜ਼ਰਤਸ਼ ਕੋ ਪੁੱਛ ਸਕਦੇ ਹੋ ਮੇਰਾ। ਅਹਿਮਦ ਅਲੀ ਸਾਹਿਬ ਇੱਕ ਤਾਂ ਨਾ ਯਾਰ ਤੇਰਾ ਸ਼ੋਰ ਹੀ ਬੜਾ ਯਾਰ, ਆਪਣੀ ਸਾਡਾ ਸ਼ੋਰ ਬੜਾ ਹੁੰਦਾ ਹੈ। ਦੂਸਰੀ ਗੱਲ ਹੈ ਤੁਸੀਂ ਪਰਸਨਲ ਵਾਲੇ ਪਾਸੇ ਗੱਲ ਕਰਨ ਦੇ, ਅਸੀਂ ਉਹ ਗੱਲ ਨਹੀਂ ਕਰਨ ਦੇ, ਮਜਮੂਈ ਤੌਰ ਤੇ ਗੱਲ ਕਰਨ ਦੇ। ਮਜਮੂਈ ਤੌਰ ਤੇ ਗੱਲ ਹੈ, ਮਜਮੂਈ ਤੌਰ ਤੇ ਗੱਲ ਹੈ। ਸਿੰਪਲ ਸਟ੍ਰੇਟ ਫਾਰਵਰਡ ਆਨਸਰ ਹੈ ਵੇ ਕਿ ਜਮਾਤੇ ਅਹਿਮਦੀਆ ਦੇ ਬੰਦਿਆਂ ਨੂੰ ਚਾਹੀਦਾ ਹੈ ਕਿ ਅਗਰ ਉਹ ਸਮਝਦੇ ਨੇ ਕਿ ਉਹੀ ਮੁਸਲਮਾਨ ਨੇ ਤੇ ਉਹਨਾਂ ਵਾਸਤੇ ਇੱਜ਼ਤ ਇਹਤਰਾਮ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਆਲ ਦਾ, ਉਹਨਾਂ ਦੀ ਅਹਿਲੇ ਬੈਤ ਦਾ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਇੱਜ਼ਤ ਉਹਨਾਂ ਉਸੇ ਤਰ੍ਹਾਂ ਹੀ ਹੈ, ਤੇ ਉਹਨਾਂ ਨੂੰ ਉਸੇ ਟਾਈਮ ਉਹਨੂੰ ਸ਼ਟ ਅਪ ਕਰਨਾ ਚਾਹੀਦਾ। ਸਾਨੂੰ ਕਿਉਂ ਬੁਲਾਉਂਦੇ ਪਏ ਨੇ ਕਿ ਆ ਬਈ ਤੂੰ ਜਵਾਬ ਦੇ, ਆ ਬਈ ਤੂੰ ਜਵਾਬ ਦੇ? ਔਰ ਇਹ ਗੱਲ ਸਮਝਦੇ ਨਹੀਂ ਹੈ। ਇਹ ਮੈਂ ਤੁਹਾਨੂੰ ਇਹ ਦੱਸ ਰਿਹਾ ਵਾਂ, ਤੁਹਾਨੂੰ ਮੈਂ ਜਿਹੜੇ ਬੰਦੇ ਨੇ ਜਾ ਕੇ ਗੱਲ ਕਰਨੀ ਹੈ, ਮੈਂ ਉਹਨੇ ਸਾਰੇ ਦੋਸਤਾਂ ਸਾਹਮਣੇ, ਅਹਿਮਦੀ ਦੋਸਤ ਥੱਲੇ ਸੁਣ ਰਹੇ ਨੇ ਮੇਰੀ ਗੱਲ, ਮੈਂ ਅਹਿਮਦੀ ਦੋਸਤਾਂ ਨੂੰ ਇਹ ਮੁਖਾਤਬ ਹਾਂ ਕਿ ਵੇਖੋ ਦੋਸਤੋ, ਰੀਅਲ ਇਸਲਾਮ ਅਸੀਂ ਆ, ਅਸੀਂ ਇਹ ਸਾਡਾ ਦਾਵਾ ਹੈ। ਖਲੀਫਾ ਵਕਤ ਸਾਡੇ ਕੋਲ ਹੈ, ਰਹਿਨੁਮਾਈ ਸਾਡੇ ਕੋਲ ਹੈ, ਖੁਦਾ ਤਾਲਾ ਦੀ ਤਈਦੋ ਨੁਸਰਤ ਸਾਡੇ ਕੋਲ ਹੈ। ਅਸੀਂ ਆ ਇਸਲਾਮ ਦੇ ਸਹੀ ਦਾਅਵੇਦਾਰ। ਤੇ ਇਹ ਜਿਹੜੇ 72 ਜਨਮੀ ਫਿਰਕੇ ਨੇ ਜਿਹਨਾਂ ਨੂੰ ਤੁਸੀਂ ਲੈ ਕੇ ਬਹਿੰਦੇ ਹੋ, ਇਹਨਾਂ ਕੋਲੋਂ ਜਵਾਬ ਨੇ, ਇਹਨਾਂ ਨੇ ਨਹੀਂ ਦੇਣਾ, ਜਵਾਬ ਅਸੀਂ ਦੇਣਾ ਹੈ। ਤੇ ਜਿਹੜੇ ਮੇਰੇ ਪਿਆਰੇ ਦੋਸਤ ਬੈਠੇ ਨੇ ਉਹਨਾਂ ਨੇ ਇਹਦਾ
ਕਰਨਾ ਮੈਂ ਦਫਾ ਕਰਨਾ ਹੈ ਉਸ ਹਦੀਸ ਦਾ, ਜਵਾਬ ਉਹਨਾਂ ਨੇ ਦੇਣਾ ਹੈ ਤੇ ਖੁਦ ਜਵਾਬ ਦੇਣਾ ਤੁਸੀਂ ਔਰ ਖੁਦ ਸੁਣਨੀ ਹੈ ਔਰ ਉਹਨਾਂ ਨੂੰ ਮੂੰਹ ਤੋੜ ਜਵਾਬ ਖੁਦ ਤੁਸੀਂ ਦੇਣਾ ਹੈ ਕਿਉਂਕਿ ਕਲੇਮ ਸਾਡਾ ਹੈ। ਇਹ ਪੁਆਇੰਟ ਹੈ, ਇਹ ਨੁਕਤਾ ਹੈ, ਸਮਝੋ ਤੇ ਤੁਹਾਡਾ ਮਸਲਾ ਮੁੱਕ ਜਾਏਗਾ। ਜਿਹੜਾ ਬੰਦਾ ਵੀ ਇੱਥੋਂ ਜਾਂਦਾ ਹੈ ਇਹ ਜਾ ਕੇ ਉਹਨਾਂ ਨੂੰ ਇਹ ਗੱਲ ਸਮਝਾਏ ਕਿ ਜਮਾਤੇ ਅਹਿਮਦੀਆ ਅਸਲ ਇਸਲਾਮ ਹੈ, ਇਹੀ ਉਹ ਜਨਤੀ ਫਿਰਕਾ ਹੈ ਤੇ ਮਿਹਰਬਾਨੀ ਕਰੋ ਜ਼ਰਾ ਆਪ ਅੱਗੇ ਹੋ ਕੇ ਗੱਲ ਕਰੋ, ਖੁਦ ਇਹਨੂੰ ਮਨਾ ਕਰੋ। ਜੀ ਠੀਕ ਹੋ ਗਿਆ ਜੀ। ਮਹਿਸੂਸ ਹੈ ਤੁਸੀਂ ਕੁਝ ਕਹਿਣ ਲੱਗੇ ਸੋ? ਜਾਂ ਗੱਲ ਨਹੀਂ ਹੁੰਦੀ ਉੱਥੇ, ਜਾਂ ਕਲੇਮ ਵਾਪਸ ਹੋਏਗਾ ਕਿ ਨਹੀਂ ਅਸੀਂ ਰੀਅਲ ਇਸਲਾਮ ਹੈ, ਜਾਂ ਉਹ ਅੱਗੇ ਉਹ अच्छा फारसी साहब मैं ਤੁਹਾਡੇ ਨਾਲ ਵੀ ਮੁਖਾਤਬ ਹਾਂ, मैं फारसी दोस्त थले है, वो हदीस के खिलाफ नहीं बोल रहे, ये आप लिख रहे हैं। मैं क्या हदीस के खिलाफ ना बोलन, बिल्कुल नहीं बोल रहे। मैं ते ਜ਼ਾਹਰੀ ਗੱਲ ਹੈ ਕਿ ਮੈਂ ਉੱਥੇ ਨਹੀਂ ਗਿਆ, ਤਰਜਮੇ ਦੇ ਖਿਲਾਫ ਬੋਲ ਰਹੇ। ਉਹ ਤਰਜਮਾ ਜਿਨ੍ਹਾਂ ਨੇ ਕੀਤਾ ਹੈ ਉਹ ਵੀ ਮਸੀਹ ਮੌਤ ਤੋਂ ਪਹਿਲਾਂ ਨੇ ਕੀਤਾ, ਉਹਦੀ ਤਸਹੀਹ ਵੀ ਤੁਸੀਂ ਕਰਾਉਣੀ ਹੈ, ਅਸਲ ਗੱਲ ਤੁਸੀਂ ਸਮਝਾਉਣੀ ਹੈ। फारसी साहब ये हमने समझाना है इनको कि असल वो क्या बात थी जो हदीस शरीफ में लिखी गई है। ये तो काफर है ये बाकी लोग, असल इस्लाम हम है, तो ये हमने बताना है कि वो हदीस का असल मतलब। अपना ਲੀਮ ਸਾਹਿਬ ਮੈਂ ਤੁਹਾਡੀ ਗੱਲ ਟੋਕ ਲਵਾਂਗਾ। ਪੀਰ ਸਾਹਿਬ ਬੈਠੇ ਨੇ, ਪਿਛਲੇ ਦਿਨ ਵੀ ਉਹ ਬਹਿਸ ਕਰਦਾ ਰਿਹਾ, ਫਿਰ ਪੀਰ ਸਾਹਿਬ ਨੇ ਉਹਨੂੰ ਸਮਝਾਇਆ। ਉਦੋਂ ਇੱਥੇ ਕਲੇਮ ਇਹ ਲੈ ਕੇ ਆਇਆ ਸੀ ਤੁਹਾਡੀ ਜਮਾਤ ਦਾ ਬੰਦਾ ਫੁਰਕਾਨ ਫੋਰਸ ਲਿਖ ਕੇ ਕਿ ਆਪ ਸਰਕਾਰ ਕਾਫਲੇ ਲੁਟਾਉਂਦੇ ਹਨ, ਉਹ ਇਹ ਹਦੀਸ ਉਦੋਂ ਲੈ ਕੇ ਆਇਆ ਸੀ ਤੇ ਪੀਰ ਸਾਹਿਬ ਨੇ ਬੜਾ ਅੱਛਾ ਜਵਾਬ ਉਹਨੂੰ ਦਿੱਤਾ ਸੀ। ਪੀਰ ਸਾਹਿਬ ਜਰਾ ਮਾਈਕ ਓਪਨ ਕਰਿਓ। ਇੱਕ ਮੈਂ ਗੁਜ਼ਾਰਿਸ਼ ਕਰਾਂ ਅਹਿਮਦ ਅਲੀ ਸਾਹਿਬ ਤੁਹਾਡੇ ਨਾਲ, ਤੁਹਾਨੂੰ ਗੱਲ ਦਾ ਬਹੁਤ ਇਤਰਾਮ ਦੇ ਨਾਲ, ਤੁਸੀਂ ਬੜੇ ਮੇਰੇ ਪਿਆਰੇ ਦੋਸਤ ਹੋ, ਬੜੇ ਇਤਰਾਮ ਦੇ ਨਾਲ ਤੁਸੀਂ ਗੱਲ ਨੂੰ ਸਮਝ ਨਹੀਂ ਹੁੰਦੇ ਕਿਹੜੇ ਟੌਪਿਕ ਤੇ ਗੱਲ ਹੁੰਦੀ ਹੈ, ਤੁਸੀਂ ਉਹ ਗੱਲ ਨੂੰ ਫਿਰ ਇਲਮੀ ਵਾਲੇ ਪਾਸੇ ਕਦੇ ਲੈ ਜਾਂਦੇ ਹੋ, ਕਦੇ ਇੰਤਜ਼ਾਮੀ ਵਾਲੇ ਪਾਸੇ ਲੈ ਜਾਂਦੇ ਹੋ। ਹਾਲੇ ਤਾਂ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਚੀਜ਼ ਦਾ ਜਵਾਬ ਕਿੰਨੇ ਦੇਣਾ ਹੈ, ਇੱਥੇ ਤੱਕ ਆ ਰਹੇ ਹਾਂ। ਤੁਸੀਂ ਪੀਰ ਸਾਹਿਬ ਵਿੱਚ ਇਨਵੋਲਵ ਕਰ ਰਹੇ ਹੋ, ਉਹ ਬਾਅਦ ਦੀ ਗੱਲ ਹੈ, ਉਹ ਗੱਲ ਫਿਰ ਖਲਤੇ ਮਬਸ ਹੋ ਜਾਂਦੀ ਹੈ, ਮੈਂ ਸਮਝ ਨਹੀਂ ਆਉਂਦੀ ਗੱਲ ਦੀ। ਨਹੀਂ ਅਲੀਮ ਸਾਹਿਬ, ਮੈਨੂੰ ਇਸ ਗੱਲ ਸਮਝ ਨਹੀਂ ਆਈ ਵੀ ਉਹਨਾਂ ਨੂੰ ਜਵਾਬ ਕੀ ਦੇਣਾ ਹੈ। ਮੈਂ ਤਾਂ ਇਹ ਆਨਾ ਵਾ, ਮੈਂ ਤਾਂ ਇਹ ਗੱਲ ਕਰਨਾ ਪਿਆ ਸਹੀ ਜਵਾਬ ਦੇਣਗੇ। ਉਹਦੀ ਵਜ੍ਹਾ ਇੱਕ ਕਿਉਂਕਿ ਸਹੀ ਜਿਹੜਾ ਇਸਲਾਮ ਦੀ ਸਹੀ ਤਸ਼ਰੀਹ ਕੀਤੀ ਹੈ ਨਾ ਉਹ ਜਮਾਤ ਅਹਿਮਦੀਆ ਨੇ ਕੀਤੀ ਹੈ, ਸਹੀ ਇਸਲਾਮ ਨੂੰ ਹਦੀਸ ਨੂੰ ਜਮਾਤ ਅਹਿਮਦੀਆ ਸਮਝੀ ਹੈ। ਇਹ ਜਵਾਬ ਸਹੀ ਦਾ ਮਤਲਬ ਤੁਸੀਂ ਦੇ ਸਕਦੇ ਹੋ, ਮੈਂ ਦੇ ਸਕਣਾ ਵਾ, ਇਹ ਨਹੀਂ ਦੇ ਸਕਦੇ, ਜਾਂ ਤੁਸੀਂ ਤੇ ਮੈਂ ਹਿੰਮਤ ਕਰੀਏ ਸਮਝਾਈਏ। ਮੇਰੀ ਇੱਕ ਮਿੰਟ ਗੱਲ ਸੁਣਿਓ। ਉਸਮਾਨ ਮਲਕ ਸਾਹਿਬ ਨੂੰ ਉੱਤੇ ਲਈ, ਮਲਕ ਸਾਹਿਬ ਨੂੰ ਮਤਲਬ ਜ਼ਹੂਰ ਸਾਹਿਬ ਨੂੰ, ਜਿੱਥੇ ਕਿਧਰੇ ਵੀ ਉਹ ਹਲੀਮ ਸਾਹਿਬ ਬੰਦੇ ਉਹ ਤੁਹਾਡੇ ਨੇ ਤੇ ਉਹ ਜਿਹੜੇ ਬੈਠੇ ਨੇ ਬੰਦੇ ਦਾ ਝਾਟ ਫਰੇ ਉਹ ਬੰਦੇ ਤੁਹਾਡੇ ਨੇ ਹੋਈ ਹੈ। ਮਲਕ ਸਾਹਿਬ ਵੀ ਆ ਗਏ ਨੇ, ਹਲੀਮ ਸਾਹਿਬ ਆ ਗਏ ਪਿਆਰੇ ਆ ਗਏ। ਜਦੋਂ ਮੈਂ ਗਿਆ ਪਹਿਲੀ ਜਦੋਂ ਕਿਤਾਬ ਖੋਲਣ ਲੱਗਾ ਉਹ ਬੰਦਾ ਜਿਹੜਾ ਉਸ ਟਾਈਮ ਤੇ ਮੈਂ ਉੱਥੇ ਉਹ ਬੰਦੇ ਹੀ ਤੁਹਾਡੇ ਨੇ ਤੇ ਮਾਲਕ ਮਸੂਦ ਸਾਹਿਬ ਨਾਲ ਵੀ ਗੱਲ ਕਰਨ ਲੱਗਿਆ ਸੀ। ਇਸ ਤੋਂ ਬਾਅਦ ਸਿਰਫ 1 ਮਿੰਟ ਮੈਨੂੰ ਪਿਆਰੇ ਨਾਲ ਸਲਾਮ ਲੈ ਲੈਂਦੇ ਹੋ। ਪਿਆਰੇ ਹੋ ਆ ਗਏ ਹੋ, ਕਿੱਥੇ ਸੁਬਾ ਦੇ ਅੱਖੀਆਂ ਉਡੀਕਦੀਆਂ, ਦਿਲ ਵਾਜਾ ਮਾਰਦਾ, ਕਦੀ ਅੱਗੇ ਤੇ ਕਦੀ ਪਿੱਛੇ, ਕਦੀ ਖੱਬੇ ਤੇ ਕਦੀ ਸੱਜੇ। ਅੱਛਾ ਅਸੀਂ ਤੇ ਆਵਾਜ਼ਾਂ ਮਾਰ ਮਾਰ ਕੇ ਰਹਿ ਗਏ ਹਾਂ ਕਿ ਪਿਆਰੇ ਕਿੱਥੇ ਨੇ ਸਾਡੇ ਸੁਬਾ ਦੇ। ਹਾਂ ਬਿਸਮਿਲ੍ਲਾ ਨੌਕਰ ਮਸੂਦ ਸਾਹਿਬ ਨਾਲ ਸਲਾਮ ਅਲੈਕੁਮ। ਲਓ ਮਸੂਦ ਸਾਹਿਬ ਮੇਰੇ ਖਿਆਲ ਚ ਪਹਿਲੀ ਦਫਾ ਤਸ਼ਰੀਫ ਲੈ ਆਏ ਨੇ, मैं नहीं इस्लाम दुआया ना। सारे भाइयों को, सारे प्यारे भाइयों को प्यार भरा सलाम। वालेकुम सलाम। वलीम साहब ਤੁਹਾਡੀ ਨਾ ਐਮਓਐਲਐਸ ਵੀ ਆ ਗਈ, ਵਕੀਲ ਵੀ ਆ ਗਿਆ, ਤੁਹਾਡਾ ਸਾਰਾ ਬੰਦਾ ਹੈ, ਵਕੀਲ ਵੀ ਹੈ ਤੁਹਾਡਾ ਤੇ ਐਮਓਐਲਐਸ ਵੀ ਜੀ ਹੈ। ਮਲਕ ਅਹਿਮਦ ਭਾਈ ਕਰ ਰਿਹਾ ਤੁਸੀਂ ਗਲਤੀ मेरा नाम लेना है, सही लफ्ज़ ना लिया करो, क्या करो सज्जन आ गया, सज्जन आ गया। हाँ जी ये गल है ना। सारे जरा मसूद साहब ਨੂੰ ਗੱਲ ਕਰ ਲੈਂਦੇ ਹੋ। ਦੋ ਗੱਲਾਂ ਨੇ ਜੀ, ਇੱਕ ਤਾਂ ਤੁਸੀਂ ਜਿਹਦੇ ਤੇ ਬਹਿਸ ਕਰਦੇ ਸੋ ਪਹਿਲਾਂ ਤੇ ਉਹ ਕਹਿੰਦੇ ਸਨ ਪਏ ਕਿ ਸਾਡੇ ਚੋਂ ਨਹੀਂ ਹੈ ਬੰਦਾ। ਇੱਕ ਪੰਜਾਬੀ ਦਾ ਸ਼ੇਰ ਹੈ, ਕਿਉਂਕਿ ਇੱਥੇ ਪੰਜਾਬੀ ਜ਼ਿਆਦਾ ਸਮਝਦੇ ਨੇ, ਤੇ ਮੈਂ ਕਿਹਾ ਉਹ ਸ਼ੇਰ ਸੁਣਾ ਦਿਆਂ ਇਹਨਾਂ ਨੂੰ, ਖੁਸ਼ ਹੋ ਜਾਣਗੇ ਅਹਿਮਦ ਸਾਹਿਬ ਵੀ ਔਰ ਸਾਰੇ ਦੂਸਰੇ ਦੋਸਤ ਵੀ, ਕਿ ਚੋਰ ਤੇ ਲਾਠੀ ਦੋ ਜਣੇ, ਮੈਂ ਤੇ ਲਾਲਾ ਇਕੱਲੇ। ਇਸ ਗੱਲ ਤੇ ਗੌਰ ਕਰਿਓ, ਚੋਰ ਤੇ ਲਾਠੀ ਦੋ ਜਣੇ, ਮੈਂ ਤੇ ਲਾਲਾ ਇਕੱਲੇ, ਬੱਲੇ ਬੱਲੇ ਉਹ ਚੋਰ ਸਾਡੇ ਵੈਰ ਪੈ ਗਏ। ਇਹ ਗੱਲ ਗੌਰ ਤਲਬ ਹੈ ਜਮਾਤ ਅਹਿਮਦੀਆ ਦੇ ਲੋਕ ਜਿਹੜੇ ਗੱਲਾਂ ਕਰ ਰਹੇ ਨੇ ਉਹਨਾਂ ਵਾਸਤੇ। ਜੀ ਇਹ ਗੱਲ ਜਿਹੜਾ ਨਾ ਅਲੀਮ ਸਾਹਿਬ ਨੇ ਕੀਤੀ ਹੈ ਕਿ ਜਿਹੜਾ ਨਾ ਗੱਲ ਸ਼ੇਰਾ ਸ਼ਾਇਰੀ ਤੇ ਆ ਗਈ, ਫੈਸਲਾ ਜਿਹੜਾ ਵੇ ਉਹ ਉਹਨਾਂ ਨੇ ਹੀ ਕਰਨਾ ਹੈ, ਜਿਹੜੇ ਜਮਾਤ ਅਹਿਮਦੀਆ ਦੇ ਲੋਕ ਨੇ ਉਹਨਾਂ ਨੇ ਡਿਫੈਂਡ ਕਰਨਾ ਹੈ। ਉਹ ਨਾ ਰਲਣ ਚੋਰ ਦੇ ਨਾਲ, ਲਾਠੀ ਚੋਰ ਦੇ ਨਾਲ ਨਾ ਰਲੇ, ਲਾਠੀ ਜਿਹੜੀ ਹੈ ਚੋਰ ਨੂੰ ਕੁੱਟੇ। ਇਹ ਬਿਲਕੁਲ ਤੁਹਾਡੀ ਜਿਹੜੀ ਗੱਲ ਹੈ ਨਾ, ਕਰਨਗੇ ਬਣ ਜਾਣਗੇ ਉਹਦੀ, ਨਹੀਂ ਤੇ ਚੋਰ ਆਪਣੀ ਮਰਜ਼ੀਆਂ ਨਾਲ ਕਰੀ ਜਾਓ। ਹਲੀਮ ਸਾਹਿਬ
ਹਾਂਜੀ ਹਾਂਜੀ ਹਲੀਮ ਸਾਹਿਬ, ਜੀ ਸਰਕਾਰ ਉਹ ਜਿਹੜਾ ਮੁਹੰਮਦ ਅਹਿਮਦ ਹੈ, ਸਰਕਾਰ ਉਹ ਜਿਹੜਾ ਮੁਹੰਮਦ ਅਹਿਮਦ ਹੈ, ਉਹ ਕਿਹਨਾਂ ਦਾ ਹੈ? ਕੌਣ ਹੈ ਉਹ? ਤੁਸੀਂ ਲੇਟ ਹੋ, ਇਹ ਗੱਲ ਮੁਕਾ ਕੇ ਅੱਗੇ ਮੈਨੂੰ ਉਸ ਬੰਦੇ ਪੁੱਛਿਆ, ਭਾਈ ਜੀ ਮੈਨੂੰ ਉਸ ਬੰਦੇ ਪੁੱਛਿਆ ਮੁਹੰਮਦ ਅਹਿਮਦ ਨੇ, ਤੇ ਤੂੰ ਕਿਹੜੇ ਫਿਰਕੇ ਨਾਲ ਤਲਕ ਰਹਿਣਾ? ਮੇਰਾ ਫਿਰਕੇ ਤਲਕ ਵਾਸਤਾ ਨਹੀਂ, ਤੂੰ ਦੁਬਾਰਾ ਗੱਲ ਕਰੋ ਜਿਹੜੀ ਕਰਦਾ ਪਿਆ, ਬਕਵਾਸ ਜਿਹੜੀ ਕਰ ਰਿਹਾ ਉਹ ਦੁਬਾਰਾ ਕਰ, ਤੇ ਫਿਰ ਮੈਂ ਤੈਨੂੰ ਦੱਸਾਂ। ਇਹ ਗੱਲ ਹੈ, ਮੈਨੂੰ ਉਹਨੇ ਥੱਲੇ ਲਾਈ ਤੁਸੀਂ ਉਹਨਾਂ ਦਾ ਦਫਾ ਸਹੀ ਕਰ ਸਕਦੇ ਹੋ ਕ੍ਰਿਸਟਸ ਪੋਰਸ ਨਹੀਂ, ਦਫਾ ਨਹੀਂ ਕਰ ਸਕਦੇ ਤੁਸੀਂ, ਚੋਰ ਤੇ ਨਾ ਚਤਰ। ਇਹਨਾਂ ਨੂੰ ਨਾ ਕੋਈ ਆਖਿਓ। ਇਹ ਉੱਤੇ ਆਏ ਨੇ ਮਲਕ ਸਾਹਿਬ ਨਜ਼ਰ ਆ ਰਹੇ। ਮਲਕ ਸਾਹਿਬ ਕੀ ਹਾਲ ਨੇ ਜਨਾਬ? ਸਾਹਿਬ ਇਹੋ ਜੀ ਬਰਾਦਰੀ ਨੂੰ ਨਾ ਅੱਲਾ ਦੀ ਮਲਕ ਕਸਮ ਸਾਹਿਬ ਖਾ ਕੇ ਮੈਂ ਨਾ, ਮੇਰੇ ਹੋਣ ਨਾਲ ਤਾਂ ਮੈਂ ਸ਼ਾਮ ਤੋਂ 1 ਮਿੰਟ ਵੀ ਲਾਇਆ ਬਰਾਦਰੀ ਰਹਿਣ ਤੋਂ 1 ਮਿੰਟ ਛੱਡ ਕੇ ਨਾ ਜਾਵਾਂ। 3 ਤਲਾਕਾਂ ਸ਼ਾਮੋਂ ਪਹਿਲਾਂ 3 ਤਲਾਕਾਂ ਦਵਾਂ ਜਿਹੜੇ ਹਰ ਰੋਜ਼ ਇਲਾਮਾ, ਹਰ ਰੋਜ਼ ਇਲਾਮਾ, ਹਰ ਰੋਜ਼ ਇਲਾਮ ਸਾਹਿਬ ਇਲਾਮਾ। ਤੁਸੀਂ ਤੇ ਤਲਾਕਾਂ ਜੇ ਦੇਣੀਆਂ, ਅਸੀਂ ਤਲਾਕਾਂ ਦੇ ਕੇ ਤੇ ਸਮਾਨ ਚੁੱਕ ਕੇ ਵੀ ਆ ਗਏ। ਕਿੱਥੋਂ ਗਏ ਸੋ? ਜਿਨ੍ਹਾਂ ਨੂੰ ਦੇਣੀਆਂ ਸਨ ਦੇ ਆਇਓ। ਜ਼ਮਾਨੇ ਹੋ ਗਏ 20 ਅੱਛਾ ਸਾਲ ਸੁਣਾਓ ਗੱਲ ਜ਼ਰਾ, ਕਿਸ ਤਰ੍ਹਾਂ ਦੇ ਕੇ ਆਇਓ? 20 ਸਾਲ ਹੋ ਗਏ। ਅੱਛਾ ਉਹ ਸਾਨੂੰ ਤਲਾਕ ਦੇ ਕੇ ਤੱਲਾ ਸਾਹਿਬ ਉਧਰ ਟੁਰ ਗਏ ਨੇ। ਅੱਛਾ ਠੀਕ ਹੋ ਗਿਆ। ਤੁਸੀਂ ਫਿਰ ਜਾਓ ਨਾ, ਉਹ ਜਿਹੜਾ ਫੁਰਕਾਨ ਪਾ ਪੜਦਾ ਹੈ ਭਾਰਤ, ਉਹ ਬੁਖਾਰੀ ਸ਼ਰੀਫ ਖੋਲ ਕੇ ਪੜਦਾ ਹੈ ਪਿਆ, ਤੇ ਉਹਨੂੰ ਜਨਾਬ ਤੁਸੀਂ ਆਉਨ ਕਰੋ ਤੇ ਆਖੋ ਵੀ ਇਹ ਜਮਾਤ ਅਹਿਮਦੀਆ ਦਾ ਮੌਕਫ ਹੈ, ਤੁਹਾਨੂੰ ਤੇ ਅਸਾਂ ਦਿੱਤੀਆਂ ਤਲਾਕਾਂ, ਤੇ ਇਹ ਨੇ ਜਿਹੜੇ ਇਹਨਾਂ ਨੇ ਮਿਰਜ਼ਾ ਸਾਹਿਬ ਦੇ ਪੈਰੋਕਾਰਾਂ ਦਾ ਇਹ ਅਸਲ ਮੌਕਫ, ਉਹਨੂੰ ਆਉਨ ਕਰੋ, ਬਿਸਮਿਲ੍ਲਾ ਪੜੋ ਤੇ ਨਾਲ ਬਵੋ ਜਾ ਕੇ। ਦੇਖੇ ਤੁਸੀਂ 4-5 ਬੰਦੇ ਕਿਉਂ ਸਾਡੇ ਸਾਹਮਣੇ ਚੰਗੇ ਬਣੇ, ਚੰਗੇ ਭਲੇ ਮਾਨਸ ਬੰਦੇ। ਆਮਿਰ ਨਜ਼ੀਰ ਸਾਹਿਬ देखिए अभी समझा के तुआई करके थक गया, लेकिन तुसा नहीं समझना, तुसा हमेशा यही काम करना है। हर बंदे दी अपनी सोच है, समझे। जिस तुसी माशाल्लाह हफ्ते 2 दफ़ा अपने बंदियां नू समझाते हो रहे, आ जाओ मेरी बराड़ ते मेरे WhatsApp नंबर ते आओ, मैं समझावा इंज नहीं करना, इंज करना है, इंज नहीं करना, इंज करना है। हल समझो, हर बंदे दी अपनी सोच है, समझे। असी सिर्फ जिम्मेदार हाँ मिर्जा गुलाम अहमद अलैहिस्सलाम दे। बिल्कुल जो कुछ उन्होंने फरमाया सी उन्होंने ऑन करने अलल ऐलान, डंके दी चोट ते नुक्ते नू ऑन करने, नुक्ते। उस तो इलावा कोई गल करदा है उन्होंने अपने दिमाग नाल ईमान नाल जाके मिलाने है ठीक ते ठीक है, नहीं है ते नहीं है। दुरुस्त ਇਹ ਗੱਲ ਮਲਕ ਸਾਹਿਬ ਨਾ ਡਾਕਟਰ ਹੋਲੀ ਸਪਿਰਿਟ ਨੂੰ ਬੁਲਾ ਕੇ ਲਿਆਏ ਇੱਥੇ ਮਲਕ ਸਾਹਿਬ ਨੂੰ ਜਿਹੜਾ ਹਾਂਜੀ ਕਾਫੀ ਲੰਮਾ ਸਫ਼ਰ ਹੋ ਗਿਆ ਤੁਹਾਡਾ। जल्दी करो, मेरे को टाइम कोई नहीं, मेरे को ऑक्सीजन भी थोड़ी ਜਿਹੀ है ਤੇ ਜਿਹੜਾ ਮਰੀਜ਼ ਹੈ ਲਿਆ ਹੋ ਜਿਹਦਾ ਆਪਰੇਸ਼ਨ ਕਰਾਣਾ ਨੇ। ਇਹ ਗੱਲ ਤੁਹਾਡੀ ਮਲਕ ਸਾਹਿਬ ਬਿਲਕੁਲ ਠੀਕ ਹੈ। ਇਹਨਾਂ ਦੇ ਵੀ ਉਹ ਦੋਸਤ ਨੇ ਜਿਨ੍ਹਾਂ ਨੂੰ ਇਹ ਵੀ ਸਮਝਾਉਂਦੇ ਨੇ, ਨਹੀਂ ਸਮਝਦੇ ਤੇ ਮਤਲਬ ਇਹ ਥੋੜੀ ਹੈ ਕਿ ਹੁਣ ਉਹਦਾ ਜਿਹੜਾ ਸਾਰਾ ਭਾਰ ਹੈ ਮਲਕ ਸਾਹਿਬ ਨੇ ਚੁੱਕਣਾ ਤੇ ਲੀਮ ਨਹੀਂ ਚੁੱਕਣਾ। ਉਹ ਬਾਈ ਲੀਮ ਸਾਹਿਬ ਤੇ ਤੱਲਤ ਸਾਹਿਬ ਉਹ ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਉਹ ਬੁੱਲਿਆ 10 ਖੱਟੀਆਂ ਹੀ ਕੇਸ ਇਸ਼ਕ ਪਿੱਛੇ, ਉਹ ਫਿਰ ਤੁਸੀਂ ਖੱਟੀ ਕੇ ਖੱਟੀ ਏ, ਫਿਰ ਜੇ ਇਹੋ ਕੋਈ ਕਰਨਾ ਤੇ ਇੱਥੇ ਰਹਿਣਾ। ऐसा आखिरत खट्टी है, अल्लाह ले आखिरत खट्टी है। ਨਹੀਂ ਉਹ ਤੇ ਆਖਰਤ ਤੇ ਲੱਭ ਗਈ। ਮੈਂ 2 ਮਿੰਟ ਵਿੱਚ ਥੱਲੇ ਚੱਲਾਂ, ਆਖਰਤ ਦਾ ਤੇ ਪਤਾ ਲੱਗ ਜਾਏਗਾ ਜਿਸ ਵੇਲੇ ਆਵਾਜ਼ ਆਈ ਹਲਕੀ। ਤੁਸੀਂ 2 ਮਿੰਟ ਥੱਲੇ ਚੱਲੇ ਹੋ ਤੇ ਥੱਲੇ ਹੀ ਆਵਾਜ਼ ਆ ਜਾਏਗੀ, ਹੁਣੇ ਆਖਰਤ ਮਿਲਦੀ ਹੈ ਇੱਥੋਂ। ਲੋਕਾਂ ਨੂੰ ਅੱਲਾਹ ਨੇ ਦਿਖਾ ਵੀ ਛੜਿਆ ਕਿ ਕੋਈ ਬਰੂਜ਼ੀ ਕੋਈ ਕਿਸੇ ਕਿਸਮ ਦੀ ਕੋਈ ਸ਼ਾਇਰੀ ਲੱਭਦੀ ਤੁਹਾਡੇ ਪਈ? ਨਹੀਂ ਲੱਭ ਰਹੀ। ਅੱਛਾ ਮਸੂਦ ਸਾਹਿਬ ਨਾਲ ਮੁਲਾਕਾਤ ਨਹੀਂ ਹੈ। ਮਸੂਦ ਸਾਹਿਬ ਤੁਹਾਡਾ ਜ਼ਹਿਨ ਕਿੱਥੇ ਟੁਰ ਗਿਆ? ਲੋਕਾਂ ਨੂੰ ਰਹਿਮਤ ਲਿਲ ਆਲਮੀਨ ਨਹੀਂ ਪਿਆ ਲੱਭਦਾ, ਤੁਸੀਂ ਦਿੱਲੀ ਬਰੂਜ਼ੀ ਪੇ ਢੂੰਡਦੇ ਹੋ। ਮਲਕ ਸਾਹਿਬ ਇੱਕ ਮਿੰਟ, ਮਸੂਦ ਸਾਹਿਬ ਨੂੰ ਗੱਲ ਕਰ। ਅਲੀਮ ਭਾਈ ਕੀ ਕੁਐਸਚਨ ਤੁਹਾਡਾ? ਮੈਂ ਕਿਹਾ ਮਸੂਦ ਸਾਹਿਬ ਮੇਰੇ ਖਿਆਲ 'ਚ ਮੇਰੀ ਪਹਿਲੀ ਮੁਲਾਕਾਤ ਹੈ, ਅਕਸਰ ਦੋਸਤਾਂ ਦੀ ਪਹਿਲੀ ਹੋਏਗੀ। ਕੋਈ ਤਾਰਫ ਥੋੜਾ ਜਿਹਾ ਹੋ ਜਾਏ ਮਸੂਦ ਸਾਹਿਬ, ਤੁਹਾਡਾ ਤਾਰਫ ਨਹੀਂ ਹੈ? ਤਾਰਫ ਕਰਾ ਦੇ ਮਸੂਦ ਸਾਹਿਬ। ਇਸ ਤੋਂ ਵੱਡਾ ਕੀ ਤਾਰਫ ਹੋ ਸਕਦਾ ਹੈ ਕਿ ਮੇਰਾ ਨਾਮ ਮਸੂਦ ਹੈ? ਨਹੀਂ ਠੀਕ ਹੈ ਤੁਹਾਡਾ ਤਲਕ ਜਮਾਤ ਨਾਲ ਹੈ ਜਾਂ ਜਮਾਤ ਨਾਲ ਸੀ ਜਾਂ ਜਮਾਤ ਨਾਲ ਕਦੀ ਨਹੀਂ ਰਿਹਾ? ਅੱਲਾ ਨਾ ਕਰੇ ਕਦੀ ਉਸ ਜਮਾਤ ਦਾ ਮੇਰਾ ਕੋਈ ਤਾਲੁਕ ਹੋਏ, ਮੈਂ ਉਹਨਾਂ ਨੂੰ ਗੈਰ ਮੁਸਲਿਮ ਸਮਝਦਾ। ਠੀਕ ਹੋ ਗਿਆ ਸਹੀ ਹੈ।
ਇੱਕ ਹੋਰ ਦੋਸਤ ਨੇ ਲੇਕਿਨ ਮਸੂਦ ਸਾਹਿਬ ਪੂਰੀ ਵੀ ਗੱਲ ਦੱਸੋ ਨਾ ਕਿ ਮੈਂ ਉੱਥੋਂ ਹੋ ਕੇ ਆਇਆ ਵਾਂ, ਮੁਲਾਕਾਤਾਂ ਕਰ ਗਿਆ, ਮਿਲੇ ਛਿਲੇ, ਇਹ ਵੀ ਪੂਰੀ ਮਸੂਦ ਗੱਲ ਸਾਹਿਬ ਦੱਸਿਆ ਦਾ ਕਰੋ। ਬਿਲ ਮੁਸ਼ਾਫਾ ਜਿਹੜਾ ਤਾਲੁਕ ਰਿਹਾ ਮਿਰਜ਼ਾ ਨਾਸਰ ਮੇਰੀ ਜਾਨ, ਇਹਨਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਤਾਹਿਰ ਸਾਹਿਬ ਨਾਲ ਇਹਨਾਂ ਦੇ ਤੁਸੀਂ ਗੁਫ਼ਤਗੂ ਤੋਂ ਅੰਦਾਜ਼ੇ ਲਾ ਸਕਦੇ ਹੋ ਕਿ ਇਹ ਕਿੱਧਰ ਜਾਂਦੇ ਪਏ ਨੇ। ਫਿਰ ਕੋਈ ਫਰਕ ਨਹੀਂ ਪੈਂਦਾ। ਜਦੋਂ ਮੈਂ ਅਗਰ ਕਹਾਂਗਾ ਕਿ ਨਬੀ ਕਰੀਮ ਦੇ ਬਾਅਦ ਜਿੰਨੇ ਵੀ ਕਲੇਮ ਕੀਤਾ ਹੈ ਉਹ ਕਜ਼ਾਬ ਹੈ, ਤੇ ਉਹ ਇਹਨਾਂ ਦਾ ਦਿਲ ਦੁਖੇਗਾ, ਤੇ ਮੈਂ ਉਹ ਗੱਲ ਹੀ ਕਿਉਂ ਕਰਾਂ ਜਿੰਨਾ ਕਿਸੇ ਦਾ ਦਿਲ ਦੁਖੇ। ਮੈਂ ਕਿਉਂ ਨਾ ਖਾਮੋਸ਼ ਹੀ ਰਵਾਂ, ਉਹਦੇ 'ਚ ਬਿਹਤਰੀ ਇਹੀ ਹੈ। ਭਾਈਜਾਨ ਇਹ ਨਹੀਂ ਕਿ ਜਾਣਦੇ ਨਹੀਂ ਹੈ, ਜਾਣਦੇ ਸਭ ਕੁਝ ਨੇ, ਫਿਰ ਇਹਨਾਂ ਨੇ ਉਹ ਗੱਲਾਂ ਮੰਨੀਆਂ ਨਹੀਂ ਜਿਹੜੀਆਂ ਮੈਂ ਸਵੇਰ ਗੱਲਾਂ ਬਿਆਨ ਕੀਤੀਆਂ ਨੇ। ਉਸ ਸ਼ਖਸ ਨੇ ਚੁੱਪ ਕਰਕੇ ਨਹੀਂ ਕਿਹਾ ਹਾਂ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਹੁਣ ਨਹੀਂ ਹੁੰਦਾ, ਕਿਹਾ ਉਹਨੇ ਜਾਂ ਨਹੀਂ ਕਿਹਾ। ਯਾਨੀ ਜੀ ਉਹ ਅਹਿਮਦ ਸਾਹਿਬ ਇਹਨਾਂ ਦੀ ਜਮਾਤ ਦੇ ਬੰਦੇ ਨੇ ਗੱਲ ਕੀਤੀ ਇਸ ਰੂਪ 'ਚ, ਤੇ ਉੱਥੋਂ ਅੰਦਾਜ਼ੇ ਕਰ ਲਓ ਤੁਸੀਂ। ਉਹ ਲਕੀਰ ਦਾ ਫਕੀਰ ਬੰਦਾ, ਉਹਨੂੰ ਨਹੀਂ ਤੁਸੀਂ ਬਦਲ ਸਕਦੇ। ਲਾਈ ਆਓ ਤੇ ਲੋਕਾਂ ਨੂੰ ਕਾਫਰ ਬਣਾਈ ਆਓ, ਸ਼ਾਬਾਸ਼। ਉਹ ਆਪੇ ਕਾਫਰ ਬਣਾਈਏ, ਕਾਫਰ ਆਲਮੀਨ ਹੀ ਨਹੀਂ ਮੰਨਦਾ, ਕਾਫਰ ਦੇ ਆਪੇ ਹੀ ਬੰਦਾ ਹੋ ਜਾਂਦਾ ਹੈ। ਓ ਭਾਈਜਾਨ, ਉਹਦਾ ਕੋਈ ਹੱਜ ਨਹੀਂ ਕੰਮ ਆਉਂਦਾ, ਉਹਦਾ ਕੋਈ ਉਮਰਾ ਨਹੀਂ ਕੰਮ ਆਉਂਦਾ। ਜਿਹੜਾ ਜਿਸ ਕੋਲ ਅਕਲ ਹੈ ਆਪਣੀ ਜ਼ਬਾਨ ਨੂੰ ਹੁਣ ਮਾਲੀਆਂ ਕੱਟਦੇ, ਆਪਣੀ ਜ਼ਬਾਨ ਨੂੰ। ਮੇਰੇ ਭਰਾ ਜੀ ਜਿਹੜੇ ਸਮਝਦੇ ਨੇ ਹੱਜ ਉਮਰਾ ਨਹੀਂ ਕੰਮ ਆਉਂਦਾ, ਉਹ ਤੇ ਹੱਜ ਉਮਰਾ ਤੇ ਜਾਂਦੇ ਹੀ ਨਹੀਂ, ਉਹਨਾਂ ਨੂੰ ਕੀ ਫਰਕ ਪੈਂਦਾ। ਤੱਲਰ ਸਾਹਿਬ ਜਾਂ ਆਪਣੀ ਜ਼ਬਾਨ ਨੂੰ ਕੱਟ ਦਿਓ ਜਾਂ ਮੰਨ ਲਓ, ਮਾਫੀ ਮੰਗ ਲਓ ਰੱਬ ਕੋਲੋਂ। ਜ਼ਬਾਨ ਨੂੰ ਕੱਟ ਲਵੇ, ਦਿਮਾਗ ਹਰ ਇਨਸਾਨ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਕੋਈ ਪਤਾ ਨਹੀਂ ਉਹ ਕਿਹੜੇ ਲਈ ਗਲਤੀ ਕਰ ਰਿਹਾ ਹੁੰਦਾ ਹੈ, ਲੇਕਿਨ ਹਟ ਧਰਮ ਇਨਸਾਨ ਨੂੰ ਹਰ ਵੇਲੇ ਮਾਫੀ ਮੰਗਣੀ ਚਾਹੀਦੀ ਹੈ। ਉਹ ਹੋਰ ਹੀ ਨਹੀਂ ਕਰਨਾ ਚਾਹੁੰਦਾ ਕਿ ਗਲਤ ਕੀ ਹੈ। ਤੁਸੀਂ ਲੋਕਾਂ ਕੋਲੋਂ ਮਾਫੀ ਮੰਗਾਉਣ ਵਾਸਤੇ ਆਏ ਹੋ, ਮਾਫੀ ਮੰਗਣ ਵਾਸਤੇ, ਕਿਉਂਕਿ ਤੁਸੀਂ ਮਾਫੀ ਪ੍ਰੂਫ ਹੋ। ਤੁਸੀਂ ਨੇ ਲੋਕਾਂ ਕੋਲੋਂ ਮੰਗਾਣੀ ਹੈ। ਮਾਫੀ ਦੀ ਗੱਲ ਹੀ ਨਹੀਂ ਕੀਤੀ, ਮਾਫੀ ਦੀ ਗੱਲ ਵੀ ਤੁਸੀਂ ਕੀਤੀ ਹੈ, ਤੇ ਆਪਣੀਆਂ ਗੱਲਾਂ ਦੂਸਰਿਆਂ ਲਈ ਨਾ ਮੁਨਾਸਿਬ ਸਮਝੋ। ਜੋ ਕੋਈ ਗੱਲ ਨਹੀਂ, ਉਹਨਾਂ ਨੂੰ ਬਿਆਨ ਕਰੀ ਜਾਓ ਤਾਂ ਕਿ ਤੁਸੀਂ ਚਲੋ ਇੱਕ ਇੱਕ ਕਰਕੇ ਬੰਦਾ ਗੱਲ ਕਰੇ। ਮਲਕ ਸਾਹਿਬ ਹਜੇ ਤਾਰਫ ਨਹੀਂ ਇਹਨਾਂ ਨਾਲ ਲੈ ਤੁਹਾਡਾ ਆਸਾ ਆਸਾ ਪਤਾ ਚੱਲਦਾ। ਵੀ ਉਹੀ ਅਰਜ਼ ਕਰ ਰਿਹਾ ਸਾਂ ਕਿ ਤਾਰਫ ਨਹੀਂ ਪੂਰਾ। ਮਸੂਦ ਸਾਹਿਬ ਬੜੀ ਦਿਲਚਸਪ ਸ਼ਖਸੀਅਤ ਹੈ। ਮਸੂਦ ਸਾਹਿਬ ਕਰਿਆ ਕਰੋ ਆਸਤਾ ਆਸਤਾ, ਕੋਈ ਨਹੀਂ ਮਸਲਾ। ਮੇਰੇ ਅਲੀਮ ਭਾਈ, ਅਗਰ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਨਾ, ਤੁਹਾਡੇ ਗੱਲ ਕਰਨ ਦਾ ਤਰੀਕਾ ਤੇ ਮਲਕ ਸਾਹਿਬ ਦੇ ਗੱਲ ਕਰਨ ਤਰੀਕੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਮਲਕ ਸਾਹਿਬ ਜ਼ਰਾ ਲਾਊਡ ਕਿਸਮ ਦੇ ਗੱਲ ਕਰਦੇ ਨੇ, ਤੇ ਇਸ ਵਾਸਤੇ ਜਿਹੜਾ ਉਹਨਾਂ ਦਾ ਤਰੀਕਾ ਕਰ ਡਿਫਰੈਂਟ ਹੈ। ਤੁਹਾਡਾ ਤਰੀਕਾ ਕੁਐਸਚਨ ਕਰਨ ਦਾ ਹੁੰਦਾ ਵੇ। ਨਹੀਂ ਮਲਕ ਸਾਹਿਬ ਨੂੰ ਵੀ ਉਹਨਾਂ ਦਾ ਤਾਰਫ ਨਹੀਂ ਹੈ, ਨਾ ਮੈਨੂੰ ਤਾਰਫ ਹੈ। ਉਹਨਾਂ ਨੂੰ ਤਾਰਫ, ਫਿਰ ਉਹਨਾਂ ਕੋਲ ਤਾਰਫ ਲੈ ਲਓ ਨਾ। ਉਹਨਾਂ ਨੇ ਗੱਲ ਤੁਹਾਡੇ ਸਾਹਮਣੇ ਕੀਤੀ ਹੈ ਕਿ ਮੈਂ ਕਿਸੇ ਦੇ ਨਬੀ ਦੇ ਬਾਰੇ 'ਚ ਜਾਂ ਉਸ ਕਾਬਰੀਨ ਦੇ ਬਾਰੇ 'ਚ ਕੋਈ ਗੱਲ ਨਹੀਂ ਕਰੀ ਜਿਹਦਾ ਦਿਲ ਅਜ਼ਾਰੀ ਹੋਇਆ। ਇਸ ਤੋਂ ਵੱਡੀ ਹੋਰ ਕਿਹੜੀ ਦਲੀਲ ਹੋਗੀ ਕਿ ਬੰਦਾ ਕਿਸ ਤਰ੍ਹਾਂ ਦਾ ਵੇ? ਠੀਕ ਹੈ। ਗੱਲ ਇਹ ਹੈ ਕਿ ਮਸੂਦ ਸਾਹਿਬ ਦੀ ਸ਼ਕਲ ਦੇ ਵਿੱਚ ਇੱਕ ਹੋਰ ਇਜ਼ਾਫਾ ਹੋਇਆ ਵਾ ਸਾਡੇ ਮੁਖਾਲਫੀਨ ਦੇ ਵਿੱਚ ਤੇ ਇਸ ਪਾਰਟੀ ਦੇ ਵਿੱਚ, ਇੰਨੀ ਕੁ ਗੱਲ ਹੈ। ਤੇ ਬਾਕੀ ਮਸੂਦ ਸਾਹਿਬ ਸਾਡੀ ਤਰਬੀਅਤ ਫਰਮਾਉਂਦੇ ਰਹਿਣਗੇ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਸਾਰੇ ਦੋਸਤ। ਮਲਕ ਸਾਹਿਬ ਇੰਨੀ ਕੀ ਗੱਲ ਹੀ ਹੈ, ਮਸੂਦ ਸਾਹਿਬ ਕੋਲ ਤਰਬੀਅਤ ਲੈਂਦੇ ਰਹਾਂਗੇ। ਬਿਲਕੁਲ ਜੀ ਹਾਂ, ਤੁਸੀਂ ਫਿਲਹਾਲ ਤੇ ਇਹ ਕਹਿ ਰਹੇ ਸੋ ਕਿ ਮੈਂ ਤਰਬੀਅਤ ਕਰ ਰਿਹਾ ਵਾਂ, ਤੁਸੀਂ ਕਰ ਰਹੇ ਹੋ। ਯਾਨੀ ਤੁਸੀਂ ਫਰਮਾ ਰਹੇ ਸੋ ਥੋੜੀ ਦੇਰ ਪਹਿਲਾਂ ਹੀ ਕਿ ਸਾਡਾ ਤੇ ਇਹ ਹਿਸਾਬ ਕਿਤਾਬ ਹੈ ਤੇ ਅਸੀਂ ਤੇ ਇਹ ਸਮਝਾਉਂਦੇ ਪਏ ਹਾਂ, ਤੇ ਹੁਣ ਤੁਸੀਂ ਸਾਨੂੰ ਕਹਿੰਦੇ ਹੋ ਅਸੀਂ ਤਰਬੀਅਤ ਕਰੀਏ। ਪਹਿਲਾਂ ਆਪਣੇ ਲਫ਼ਜ਼ਾਂ ਤੇ ਗੌਰ ਕਰ ਲਿਆ ਕਰੋ, ਆਪਣੇ ਜਿਹੜੇ ਜੁਮਲੇ ਬਿਆਨ ਕਰ ਰਹੇ ਹੁੰਦੇ ਉਹਨਾਂ ਤੇ ਗੌਰ ਕਰਕੇ ਫਿਰ ਸਵਾਲ ਕਰਿਆ ਕਰੋ। ਮੈਂ ਇਹ ਕਿਹਾ ਕਿ ਮੈਂ ਤਰਬੀਅਤ ਕਰ ਰਿਹਾ ਵਾਂ, ਮੈਂ ਤਾਂ ਨਹੀਂ ਕਿਹਾ ਜੇ ਤੁਹਾਨੂੰ ਗਲਤਫਹਿਮੀ ਹੋਈ ਹੈ। ਨਹੀਂ, ਮੈਨੂੰ ਗਲਤਫਹਿਮੀ ਨਹੀਂ ਹੋਈ। ਤੁਸੀਂ ਅੱਲਲ ਐਲਾਨ ਕਿਹਾ ਹੈ ਕਿ ਸਾਡਾ ਨਹੀਂ ਹੈ, ਤੁਹਾਡਾ ਮਸਲਾ ਹੈ, ਤੇ ਮੈਂ ਤੁਹਾਡੇ ਕੋਲ ਇਸ ਬਾਰੇ ਇਹ ਗੱਲ ਲੈ ਕੇ ਆਇਆ ਕਿ ਤੁਸੀਂ ਇਹਦਾ ਹੱਲ ਨਿਕਾਲੋ। ਇਹ ਤਰਬੀਅਤ ਕਰਨ ਦਾ ਹੀ ਤਰੀਕਾ ਹੁੰਦਾ ਨਾ। ਸਾਡਾ ਮਸਲਾ ਹੈ ਤੁਹਾਡਾ। ਮੈਂ ਤੁਸੀਂ ਮਸੂਦ ਸਾਹਿਬ ਮੈਨੂੰ ਨਹੀਂ ਸਮਝ ਆਈ ਤੁਹਾਡੀ ਗੱਲ ਦੀ ਕਿ ਮੈਂ ਕਿਹਾ ਕਿ ਮੈਂ ਤਰਬੀਅਤ ਕਰ ਰਿਹਾ ਵਾਂ ਕਿਸੇ ਦੀ। ਮੈਂ ਤੇ ਨਲਾਇਕ ਆਦਮੀ ਜੀ, ਮੈਂ ਤੇ ਨਹੀਂ ਕਰਦਾ ਤਰਬੀਅਤ। ਮਾਸ਼ਾਅੱਲਾ, ਇਹ ਗੱਲ ਜਿਹੜੀ ਹੈ ਨਾ, ਇਹ ਤੇ ਗੌਰ ਕਰੋ, ਇਹ ਜਿਹੜੀ ਆਖਰ ਚ ਕੀਤੀ ਹੈ। ਹਾਂਜੀ, ਮੈਂ ਵਾਕਈ ਨਲਾਇਕ ਆਦਮੀ ਆ। ਮਸੂਦ ਸਾਹਿਬ ਬੜੇ ਅੱਛੇ ਬੰਦੇ ਨੇ ਅਹਿਮਦੀ ਜਮਾਤ ਦੇ, ਤੁਹਾਨੂੰ ਪਤਾ ਚੱਲ ਜੇ ਤਾਂ ਆਪ ਹੀ ਕਿ ਇਹਨਾਂ ਚ ਕੀ ਫਰਕ ਹੈ ਬੋਲਣ ਦੇ ਵਿੱਚ। ਅਹਿਮਦ ਭਾਈ, ਗੁਫ਼ਤਗੂ 'ਚ ਕੋਈ ਐਸਾ ਮਸਲਾ ਨਹੀਂ ਹੁੰਦਾ ਪਿਆ, ਗੁਫ਼ਤਗੂ ਕਰਨ ਦਿਆ ਕਰੋ ਪਲੀਜ਼ ਯਾਰ। ਇਸੇ ਤਰ੍ਹਾਂ ਹੀ ਗੱਲ ਹੁੰਦੀ ਹੈ, ਇੱਕ ਸਮਝਣ ਦਾ ਤਰੀਕਾ ਕਰੇ, ਮੁਕਾਲਮਾ ਕਰਦਾ। ਮੈਂ ਨਹੀਂ ਇਸ ਚੀਜ਼ ਦਾ ਕਦੀ ਕਲੇਮ ਕੀਤਾ ਕਿ ਕੋਈ ਮੈਂ ਤਰਬੀਅਤ ਕਰਨੀ, ਅਸੀਂ ਕਰਨੀ। ਅਸੀਂ ਤਾਂ ਲੈਨੇ ਆ ਜਨਾਬ ਤਰਬੀਅਤ। ਮੈਂ ਤੁਹਾਨੂੰ ਕਹਿ ਰਿਹਾ ਕਿ ਸਾਨੂੰ ਅੱਛੀਆਂ ਗੱਲਾਂ ਪਿਆਰੀਆਂ ਦੱਸਿਆ ਕਰੋ। ਅਹਿਮਦ ਸਾਹਿਬ, ਦੁਨੀਆ ਤੇ ਜਿਹੜਾ ਸ਼ਖਸ ਆਇਆ ਸੀ ਨਾ ਤਰਬੀਅਤ ਕਰਨ ਲਈ, ਉਹ ਸ਼ਖਸ ਤਰਬੀਅਤ ਕਰਕੇ ਕਦੋਂ ਦਾ ਚਲਾ ਗਿਆ ਵਾ, ਔਰ ਉਹਨੇ ਆਪਣਾ ਜ਼ਰੀਆ ਤਰਬੀਅਤ ਵੀ ਦੱਸ ਦਿੱਤਾ ਵਾ। ਉਹਦੇ ਤੇ ਅਸੀਂ ਅਮਲ ਕਰੀਏ ਜਾਂ ਨਾ ਕਰੀਏ, ਸਾਡੀ ਆਪਣੀ ਗਲਤੀ ਹੈ। ਠੀਕ ਹੈ,
ਸਹੀ ਹੈ ਨਹੀਂ ਤੇ ਬੜੀ ਅੱਛੀ ਗੱਲ ਹੈ ਲੇਕਿਨ ਕੋਈ ਚੰਗੀਆਂ ਗੱਲਾਂ ਉਸ ਤਰਬੀਅਤ ਦੇ ਵਿੱਚ ਸਾਨੂੰ ਦੱਸਿਆ ਕਰੋ, ਸਮਝਾਇਆ ਕਰੋ, ਅਸੀਂ ਸੁਣਨੇ ਆ ਗੱਲ ਤੇ ਵੈਲਕਮ ਹੈ ਤਾਂ ਤੁਹਾਨੂੰ ਦੱਸਿਆ ਕਰੋ ਬਲਕਿ ਗੱਲ। ਤੇ ਅੱਜ ਤੁਸੀਂ ਕਿਹੜੀ ਗੱਲ ਜਿਹੜੀ ਹੈ ਕੋਈ ਤੁਹਾਨੂੰ ਬੁਰੀ ਲੱਗੀ ਹੈ, ਕੋਈ ਮੇਰੀ ਗੱਲ ਦੇ ਵਿੱਚੋਂ ਮਤਲਬ ਕਵਾਨ ਸਾਹਿਬ ਦੀ ਗੱਲ ਦੇ ਵਿੱਚੋਂ ਕਿਹੜੀ ਗੱਲ ਤੇ ਤੁਹਾਨੂੰ ਅੱਜ ਜ਼ਿਆਦਾ ਗੁੱਸਾ ਆਇਆ ਜਾਂ ਕੋਈ ਬੁਰੇ ਲੱਗਾ ਹੈ? ਮੈਨੂੰ ਇੱਕ ਤੇ ਗੱਲ ਹੈ ਵੀ ਗੁੱਸਾ ਕਰਨ ਦੀ ਆਦਤ ਹੀ ਨਹੀਂ ਹੈ, ਦੂਸਰੀ ਗੱਲ ਹੈ ਵੀ ਕਿ ਮੈਨੂੰ ਕਿਸੇ ਗੱਲ ਤੇ ਗੁੱਸਾ ਆਇਆ ਵੀ ਨਹੀਂ ਹੈ। ਮੈਨੂੰ ਤਕਰੀਬਨ ਅੰਦਾਜ਼ੇ ਨੇ ਕਿ ਕੌਣ ਜਿਹੜਾ ਹੈ ਕਿਸ ਤਰ੍ਹਾਂ ਦੀ ਗੱਲ ਕਰਦਾ ਪਿਆ ਔਰ ਅੱਛਾ ਲੱਗਾ ਉਹਨਾਂ ਨੂੰ ਸੁਣ ਕੇ। ਠੀਕ ਹੈ, ਸਹੀ ਹੈ ਜੀ, ਬਹੁਤ ਸ਼ੁਕਰੀਆ। ਤੇ ਬਿਲਕੁਲ ਜਿਹੜੀ ਤੁਹਾਨੂੰ ਲੱਗੇ ਕਿ ਅਸੀਂ ਕੋਈ ਗੱਲ ਗਲਤ ਕਰਨ ਦੇ ਆ ਸਾਡੇ ਨਾਲ ਗੱਲ ਕਰਿਆ ਕਰੋ, ਸਾਨੂੰ ਦੱਸਿਆ ਕਰੋ, ਸਮਝਾਇਆ ਕਰੋ ਸਾਨੂੰ। अस्सलाम वालेकुम प्यारे हो, क्या हाल चाल है? ठीक हो? ਪਿਆਰਿਓ ਤੇ ਸਵਾਲ ਇਹ ਵੇ ਮਸਊਦ ਸਾਹਿਬ ਦੀ ਤਰਫੋਂ ਮੈਂ ਕਰ ਦੇਣਾ ਸਵਾਲ ਵੀ ਜਿਹੜਾ ਤਰਬੀਅਤ ਕਰਨ ਵਾਲਾ ਆਇਆ ਸੀ ਤੇ ਉਹ ਕਰਕੇ ਚਲਾ ਗਿਆ, ਉਹਦੀ ਤਰਬੀਅਤ ਵਿੱਚ ਕਿਹੜੀ ਕਮੀ ਰਹਿ ਗਈ ਸੀ ਕਿ ਤੁਸੀਂ ਨਵਾਂ ਤਰਬੀਅਤ ਕਰਨ ਵਾਲਾ ਜਾਂਚ ਲਿਆ, ਤੇ ਜਿਹਨੇ ਨਵੇਂ ਨੇ ਤਰਬੀਅਤ ਕੀਤੀ ਉਹ ਵੀ ਤੁਹਾਡੇ ਸਾਹਮਣੇ, ਇਹ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿ ਤਰਬੀਅਤ ਜਿਹਨੇ ਕੀਤੀ ਹੈ ਆ ਕੇ 100 ਸਾਲ ਪਹਿਲੇ ਉਹਦਾ ਰਿਜ਼ਲਟ, ਜੇ ਇਹੋ ਹੀ ਰਿਜ਼ਲਟ ਲੈਣਾ ਸੀ ਤੇ ਉਹ 1400 ਸਾਲ ਵਾਲਾ ਰਿਜ਼ਲਟ ਰੱਖਣਾ ਸੀ। ਉੱਥੇ ਵੀ ਤੇ ਇਹ ਹਿਸਾਬ ਹੈ ਨਾ ਕਿ ਅਸੀਂ ਕਿਸੇ ਨੂੰ ਬੁਲਾ ਕੇ ਸਮਝਾਉਂਦੇ ਹੁੰਦੇ ਆ ਨਾ ਕਰੋ ਇਹ ਕੰਮ ਨਾ ਕਰੋ, ਇਹੋ ਹੀ ਕੰਮ ਤੁਸੀਂ ਵੀ ਕਰਦੇ ਹੋ ਤੇ ਖੱਟੀ ਤੁਸੀਂ ਕੀ ਖੱਟੀ ਉਸੇ ਪੁਰਾਣੀ ਤਰਬੀਅਤ ਤੇ ਰਹਿਣਾ ਸੀ। ਆਮਦ ਸਾਹਿਬ ਜੀ ਸਾਹਿਬ, ਆਮਦ ਸਾਹਿਬ ਇਹ ਤੇ ਗੱਲ ਹੈ ਕਿ ਕਿਆ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੋਂ ਪਹਿਲੇ ਜਿਹੜੇ ਤਰਬੀਅਤ ਕਰਨ ਆਏ ਸਨ ਉਹ ਤਰਬੀਅਤ ਉਹਨਾਂ ਦੀ ਠੀਕ ਨਹੀਂ ਸੀ ਕਿ ਫਿਰ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਯਾਨੀ ਦੁਬਾਰਾ ਤਸ਼ਰੀਫ ਲੈ ਕੇ ਆਉਣਾ ਪਿਆ? ਸਿਰਫ ਉਹ ਲੋਕ ਨਬੀ ਦੀ ਵਫਾਤ ਤੋਂ ਬਾਅਦ ਉਹਦੀ ਤਰਬੀਅਤ ਤੋਂ ਫਿਰ ਜਾਂਦੇ, ਅੱਗੇ ਪਿੱਛੇ ਹੋ ਜਾਂਦੇ, ਆਪਣੀਆਂ ਦੀਨ ਵਿੱਚ ਬਿਦਾਤਾਂ ਬਣਾ ਲੈਂਦੇ ਤੇ ਫਿਰ ਨਵੇਂ ਨੂੰ ਭੇਜਣਾ ਪੈਂਦਾ। ਅੱਲਾਹ ਤਾਲਾ ਨੇ ਤਰਬੀਅਤ ਜਿਹਨੇ ਕੀਤੀ ਹੈ ਬਿਲਕੁਲ ਐਕੂਰੇਟ ਸੀ, ਲੇਕਿਨ ਕਿਆ ਤੁਸੀਂ ਤਰਬੀਅਤ ਯਾਫਤਾ ਹੋ ਗਏ ਹੋ? ਕਿਆ ਤੁਸੀਂ ਨੇ ਉਹਨਾਂ ਦੀ ਤਰਬੀਅਤ ਨੂੰ ਫੜ ਲਿਆ? ਅਗਰ ਫੜ ਲਿਆ ਤੇ ਸਾਨੂੰ ਦੱਸੋ, ਆਪਣੇ ਨਮੂਨੇ ਦੱਸੋ ਭਈ ਯਾਰ ਅਸਾਂ ਨੇ ਨਬੀ ਜਿਹੜੇ ਆਏ ਸੀ ਉਹਨਾਂ ਦੀ ਤਰਬੀਅਤ ਨੂੰ ਫੜੇ ਦੇ। ਇਹ ਗੱਲ ਹੈ, ਬਹੁਤ ਪਿਆਰੀ ਬਾਤ, ਬਹੁਤ ਪਿਆਰੀ ਬਾਤ। ਅਮਨ ਨਜ਼ੀਰ ਸਾਹਿਬ, ਤਰਬੀਅਤ ਦੀ ਜ਼ਰੂਰਤ ਕੋਈ ਮੌਜੂਦ ਸੀ, ਦੁਨੀਆ ਭਟਕ ਚੁੱਕੀ ਸੀ, ਇਸਲਾਮ ਦਾ ਬੁਰਾ ਹਾਲ ਤੁਸੀਂ ਲੋਕਾਂ ਨੇ ਕਰ ਦਿੱਤਾ ਹੈ ਤੇ ਫਿਰ ਜ਼ਰੂਰਤ ਪੈਦਾ ਹੋ ਗਈ ਸੀ ਨਾ, ਤੇ ਫਿਰ ਤਾਂ ਹੀ ਆਏ ਨੇ। ਉਹ ਮੈਂ ਇੱਕ ਐਸੀ ਜਮਾਤ ਹੈ, ਇਹਨਾਂ ਦੀ ਹੁਣ ਗੱਲ ਦਾ ਜਵਾਬ ਮੈਂ ਦੇਣਾ ਕਿ ਤੁਸੀਂ ਦੇਣਾ? ਚਲੋ ਤੁਸੀਂ ਦੇ ਦਿਓ, ਇਜਾਜ਼ਤ ਦੇ ਦਿਓ ਇੱਕ ਫਿਕਰੇ ਦੀ ਬਸ। ਫਿਰ ਉਹ ਅਲਹਮਦੁਲਿਲਾ ਉਹ ਜਮਾਤ ਤਿਆਰ ਕੀਤੀ ਹੈ, ਜਿਹੜੀ ਜਮਾਤ ਜਿਹੜੀ ਹੈ ਇਸ ਟਾਈਮ ਦੁਨੀਆ ਜਿਹੜੀ ਇਹ ਤਾਂ ਭਟਕੀ ਨਹੀਂ, ਜਿਹੜੀ ਭਟਕੀ ਨਹੀਂ ਭਟਕੀ, ਅਲਹਮਦੁਲਿਲਾ ਨਹੀਂ ਭਟਕੀ। 14 ਉਹਦੀ ਉਮਤ ਨੂੰ 14 ਸਦੀਆਂ ਗੁਜ਼ਰ ਗਈਆਂ ਤੇ ਤੁਹਾਡੀ ਨੂੰ ਕਿੰਨੇ ਸਾਲ ਹੋਏ ਨੇ? ਮਿਰਜ਼ਾ ਸਾਹਿਬ ਦੇ ਫੌਤ ਹੋਣ ਤੋਂ ਕਿੰਨੀ ਦੇਰ ਬਾਅਦ 2 ਹਿੱਸੇ ਹੋ ਗਏ ਸੋ? ਬੋਲਦੇ ਨਹੀਂ ਹੁਣ। ਉਹ ਮਿਰਜ਼ਾ ਸਾਹਿਬ ਦੇ ਫੌਤ ਹੋਣ ਤੋਂ ਬਾਅਦ ਕਿੰਨੀ ਦੇਰ ਬਾਅਦ ਤੁਹਾਡੀ ਤਰਬੀਅਤ ਜਿਹੜੀ ਹੈ ਵੱਖੋ ਵੱਖ ਹੋ ਗਈ ਹੈ ਜੀ, ਅੱਧੋ ਅੱਧ ਹੋ ਗਈ, 2 ਫਾਂਗਾ ਹੋ ਗਈ ਹੈ ਜੀ। ਆਮਰ ਸਾਹਿਬ ਤੁਸੀਂ ਇੱਕ ਸਵਾਲ ਦਾ ਜਵਾਬ ਤੇ ਦਿਓ ਪਲੀਜ਼। ਤੁਸੀਂ ਹਰ ਨਹੀਂ ਸਕਦੇ, ਮੈਨੂੰ ਪਤਾ ਹੈ, ਮੈਂ ਤੁਹਾਡੇ ਬਾਰੇ ਜਿਹੜੇ ਰਿਮਾਰਕਸ ਮੇਰੇ ਐਨ ਸੁਣ ਸਾਰਾ ਪਤਾ ਕਿ ਤੁਸੀਂ ਝੂਠ ਨੂੰ ਸੱਚ ਔਰ ਸੱਚ ਨੂੰ ਝੂਠ ਕਰਨ ਦੇ ਮਾਸਟਰ ਹੋ। ਤੁਸੀਂ ਨੇ PhD ਕੀਤਾ ਹੈ, ਡਬਲ ਮਾਸਟਰ ਕੀਤਾ, ਡਬਲ, ਇੱਕ ਸਿੰਗਲ ਮਾਸਟਰ ਡਬਲ ਮਾਸਟਰ ਕੀਤਾ ਹੈ। ਔਰ ਮੈਂ ਇਹਦਾ ਇਕਰਾਰ ਕਰਨਾ। ਮੈਨੇ ਦੱਸੋ ਅਗਰ ਕਿਸੇ ਦੀ ਲੋੜ ਨਹੀਂ, ਉਹ ਅਸੀਂ ਤੇ ਇੱਕ ਲੈ ਕੇ ਆਏ, ਤੁਸੀਂ 2 ਲੈ ਕੇ ਆ ਰਹੇ ਹੋ, ਇੱਕ ਈਸਾ अलैहिस्सलाम ਨੂੰ, ਇੱਕ ਇਮਾਮ ਮਹਿਦੀ ਨੂੰ। ਉਹ ਜਿਲੇ ਇਹਨਾਂ ਦੀ ਲੋੜ ਹੀ ਨਹੀਂ ਹੈ ਤੇ ਉਹਨਾਂ ਨੇ ਕੀ ਕਰਨ ਵਾਲਾ ਹੈ, ਕਿਉਂ ਇੰਤਜ਼ਾਰ ਕਰ ਰਹੇ ਹੋ? ਮੈਂ ਦੱਸਾਂਗਾ, ਦੱਸੋ ਜੀ, ਮੈਂ ਜਵਾਬ ਦੇਣਾ। ਉਹਨਾਂ ਦੋਵਾਂ ਦੇ ਵਿੱਚੋਂ ਫਿਨੀਤੋ ਜੇ ਕਿਸੇ ਇੱਕ ਦਾ ਵੀ ਇਹ ਕਿਰਦਾਰ ਤੁਸੀਂ ਸਾਬਤ ਕਰ ਦਿਓ, ਉਹਨਾਂ ਦੋਵਾਂ ਦੇ ਵਿੱਚੋਂ ਕਿਸੇ ਇੱਕ ਦਾ ਵੀ ਕਿਰਦਾਰ ਇਹ ਸਾਬਤ ਕਰ ਦਿਓ ਕਿ ਜਿਹੜੀ ਨਬੀ अलैहिस्सलातु वस्सलाम ਨੇ ਤਰਬੀਅਤ ਕੀਤੀ ਸੀ ਜਾਂ ਜਿਹੜੀ ਸ਼ਰੀਅਤ ਛੱਡੀ ਸੀ ਉਹ ਲੋਕ ਭੁੱਲ ਗਏ ਸਨ ਤੇ ਉਹਨੂੰ ਆ ਕੇ ਅੱਜ ਸਰੇ ਨੋ ਉਹਨਾਂ ਨੇ ਤਾਜ਼ਾ ਕਰਨਾ ਹੈ। ਇੱਕ ਬੰਦੇ ਦਾ ਵੀ ਕਿਰਦਾਰ ਹਦੀਸ ਚੋਂ ਕੁਰਾਨ ਚੋਂ ਕੱਢ ਕੇ ਵਿਖਾ ਦਿਓ। ਇਮਾਮ ਮਹਿਦੀ ਆਵਣਗੇ ਤੇ ਉਹ ਸ਼ਰੀਅਤ ਦੀ ਜਿਹੜੀ ਮਿੱਟੀ ਸ਼ਕਲ ਉਹਨੂੰ ਸਿੱਧਿਆਂ ਕਰਨਗੇ, ਜਾਂ ਮਸੀਹ ਇਬਨ ਮਰੀਮ ਆਵਣਗੇ ਤੇ ਸ਼ਰੀਅਤ ਮਸਕ ਸ਼ੁਦਾ ਸ਼ਰੀਅਤ ਨੂੰ ਅੱਜ ਸਰੇ ਨੋ ਤਾਜ਼ਾ ਫਰਮਾ ਦੇਣਗੇ। ਦੱਸੋ ਕਿੱਥੇ ਲਿਖਿਆ? ਇੱਕ ਦੀ ਦਲੀਲ ਦੇ ਦਿਓ। ਤੁਸੀਂ ਮੈਨੇ ਦੱਸ ਦਿਓ ਅਗਰ ਇਹ 2 ਹੀ ਚੀਜ਼ਾਂ ਨਹੀਂ ਹੋਣੀਆਂ ਉਹਨਾਂ ਦੋਹਾਂ ਨੇ ਆ ਕੇ ਕਰਨਾ ਕੀ ਹੈ? ਉਹ ਮੈਂ ਦੱਸਾਂਗਾ। ਉਹਨਾਂ ਨੇ ਬਕੌਲ ਤੁਹਾਡੇ ਖੰਜ਼ੀਰ ਨੂੰ ਮਾਰਨਾ ਆ ਕੇ ਫਾਇਰਿੰਗ ਕਰਨੀ ਹੈ। ਨਹੀਂ ਉਹਨਾਂ ਮਹਮਦੀ ਬੇਗਮ ਨਾਲ ਵਿਆਹ ਕਰਨਾ ਆਵਣਾ ਹੈ। ਖੰਜ਼ੀਰ ਟੂੰਡੇ ਜਿੱਥੇ ਮਿਲੇ ਖੰਜ਼ੀਰ ਨਹੀਂ ਉਹਨਾਂ ਮਹਮਦੀ ਬੇਗਮ ਨਾਲ ਵਿਆਹ ਕਰਨਾ ਆਵਣਾ ਹੈ। ਸੁਣ ਲਓ
ਦੂਸਰਾ ਉਹਨਾਂ ਮੁਹੰਮਦੀ ਉਹਨਾਂ ਬੇਗਮ ਨਾਲ ਨੇ ਵਿਆਹ ਕਰਨਾ ਹੁਣ ਉਹ ਗੱਲ ਤੇ ਸੁਣ ਲਓ ਨਾ, ਹੁਣ ਉਹਨਾਂ ਨੇ ਤੁਰ ਜਾਣਾ ਹੈ ਅਮਰੀਕਾ, ਫਰਾਂਸ, ਯੂਨਾਨ, ਜਿੱਥੇ ਜਿੱਥੇ ਉਹਨਾਂ ਨੂੰ ਨਜ਼ਰ ਆਉਂਦਾ ਹੈ ਸਲੀਬ ਹੈ ਉੱਤੇ ਚੜ ਜਾਓ ਜਾਂ ਥੋੜੇ ਲੈ ਕੇ, ਜਿਸ ਤਰ੍ਹਾਂ ਤੁਸੀਂ ਨਹੀਂ ਨਹੀਂ ਉਹ ਮਾਸਟਰ ਕਲਰਕ ਦੀ ਕੋਠੀ 'ਚ ਅਬਦੁੱਲਾ ਆਦਮ ਦਾ ਮਨਾਜ਼ਰਾ ਕਰਨ ਜਾਣਾ ਉਹਨੂੰ। इजाजत मंगी है ना, इजाजत मंगी ਅੱਛਾ ਜਲਦੀ ਕਰੋ, ਮੈਂ ਥੱਲੇ ਉਤਰਨਾ ਗੱਡੀ ਤੋਂ। तुसा ने थल्ले उतरना, मैं ते उत्ते चढ़ना है। ते गल है भाईजान कि अगर उन्होंने आके खंजीर नूं ही कतल करना है बकौल थोड़े, और सलीबां तोड़नियां दूआं ने जाके सलीबां किथे किथे हैं, ओने एक शहर दी सारी जिंदगी लगे ना सलीबां नहीं तोड़ सकते, थोड़े दसना ना मैं और खुद माशाल्लाह अमेरिका वाले और दूसरे लोग जड़े हैं माशाल्लाह खुद दावत देंगे, आ जाओ साडे मुल्कां साड़ियां सलीमां तोड़ो। सबसे पहले सुन इसराइल दावत देगा कि मेरे मुल्क विच आओ ते मेरे सारे मुल्क विच जड़ियां ईसाइयां क्रिश्चियनां दी सलीबां ने ना के मरोड़ो तरोड़ो। ਹਾਂ ਇਹ ਅਸਲ ਦੇ ਵਿੱਚ ਉਹਨਾਂ ਨੇ ਤੇ ਸਲੀਬ ਕੇ ਤੋੜਨੀ ਸੀ। ਉਹ ਮਿਰਜ਼ਾ ਸਾਹਿਬ ਉਹਨਾਂ ਦੀ ਥਾਂ ਆਏ ਨੇ ਤੇ ਉਹ ਐਸੀ ਸਲੀਬ ਤੋੜ ਕੇ ਗਏ ਨੇ, ਆਪਣੇ ਸਾਲੇ ਨੂੰ ਵੀ ਸਾਈ ਕਰਵਾਏ ਸਨ ਤੇ ਜਿਹਨੂੰ ਮਨਾਜ਼ਰਾ ਕਰਨ ਵਾਸਤੇ ਸਾਲਸ ਬਣਾ ਕੇ ਟੋਰਿਆ ਸੀ ਸ਼ਰਾਇਤ ਤੈਅ ਕਰਨ ਵਾਸਤੇ, ਉਹ ਯੂਸਫ ਪਠਾਨ ਨੂੰ ਵੀ ਸਾਈ ਕਰਵਾਏ ਸਨ। ਤੇ ਜਿਹੜੇ ਜੰਡਿਆਲੇ ਦੇ ਮੁਸਲਮਾਨ ਮੁਨਸ਼ੀ ਇਸਮਾਈਲ ਵਗੈਰਾ ਸਨ ਉਹ ਵੀ ਸਾਰੇ ਸਾਈ ਹੋ ਗਏ ਸਨ। ਇਹਨਾਂ ਸਲੀਬ ਤੋੜ ਛੜੀ, ਉਹਨਾਂ ਕੋਲ ਸਲੀਬ ਟੁੱਟਣੀ ਕਿੱਥੇ ਜੇ ਈਸਾ ਅਲੈਹਿਸਲਾਮ ਆ ਵੀ ਗਏ ਤੇ ਉਹਨਾਂ ਕੋਲ ਸਲੀਬ ਕਿੱਥੇ ਟੁੱਟਣੀ। ਸ਼ੁਕਰ ਹੈ ਮਿਰਜ਼ਾ ਸਾਹਿਬ ਆਏ ਨੇ ਤੇ ਤਰੋੜ ਗਏ ਨੇ ਸਲੀਬ ਤੁਹਾਡੀ। ਭਾਈ ਮੈਂ ਆਇਆ 2 ਮਿੰਟ ਬਾਅਦ, 2 ਮਿੰਟ ਬ੍ਰੇਕ, ਮੈਂ ਨਹੀਂ ਸੁਣਿਆ ਮੈਂ ਆਉਣਾ। अगर सोडा म्यार है ते नबी करीम सल्लल्लाहु अलैहि वसल्लम दे ਜਿਹੜੇ ਖੁਦ ਕਾਤਬੇ ਵਹੀ ਸਨ ਉਹ ਮੁਰਤਦ ਹੋ ਗਏ ਸਨ। ਇਹਨਾਂ ਦੀ ਆਪਣੀ ਫੈਮਿਲੀ ਵਿੱਚ ਕਈ ਲੋਕ ਮੁਸਲਮਾਨ ਈਮਾਨ ਨਹੀਂ ਲੈ ਕੇ, ਇਹ ਕਿਹੜਾ ਮਿਆਰ ਮੁਕਰਰ ਕਰ ਰਹੇ ਹੋ ਤੁਸੀਂ? ਐਸਾ ਪੈਮਾਨਾ ਮੁਕਰਰ ਕੀਤਾ ਕਰੋ ਜਿਸ ਵਿੱਚ ਖੁਦ ਵੀ ਤੁਲ ਕਰ ਦਿਖਾਇਆ ਕਰੋ ਕਿ ਇਹ ਅਸੀਂ ਪੂਰਾ ਕਰਦੇ ਹਾਂ, ਤੁਸੀਂ ਪੂਰਾ ਉਤਰ ਕੇ ਦਿਖਾਓ। ਐਸੇ ਪੈਮਾਨੇ ਜਿਹੜੇ ਆਪਣੇ ਵਾਸਤੇ ਹੋਰ ਕੁਰਾਨ ਵਿੱਚ ਅੱਲਾਹ ਤਾਲਾ ਫਰਮਾਉਂਦਾ ਤੁਸੀਂ ਲੋਕਾਂ ਨੂੰ ਉਹ ਗੱਲ ਕਿਉਂ ਕਹਿੰਦੇ ਹੋ ਜੇ ਖੁਦ ਨਹੀਂ ਕਰਦੇ? ਖੁਦ ਕਰਦੇ ਨਹੀਂ, ਲੋਕਾਂ ਅੱਗੇ ਪੈਮਾਨੇ ਰੱਖੀ ਤੁਲੀ ਆਓ ਅਸੀਂ ਨਹੀਂ ਹੈ ਸਨ ਵੀਟੋ ਪਾਵਰ ਹੈ ਸਾਡੇ ਕੋਲ। ਪਤਾ ਨਹੀਂ ਕਿਹੜੇ ਟੈਬ ਦੇ ਮੁਸਲਮਾਨ ਕੌਣ ਲੋਕ। ਹਾਏ ਹਾਏ ਵਾਹ ਮਲਕ ਸਾਹਿਬ, ਆਪਾਂ ਹੀ ਕਰਦੇ ਪਏ ਨਾ, ਗੱਲ ਗੌਰ ਨਾਲ ਸੁਣੋ, ਇਹਨਾਂ ਦੀ ਗੱਲ ਦਾ ਹੀ ਜਵਾਬ ਦਿਓ। ਉਹ ਜਿਹੜੇ ਮੁਰਤਦ ਹੋ ਗਏ, ਯਾਨੀ ਇਹਨਾਂ ਨੇ ਕਿਹਾ ਕਿ ਅਸੀਂ ਮੁਰਤਦ ਹੋ ਗਏ ਹਾਂ ਤੇ ਸਾਨੂੰ ਬੁਰਾ ਕਹਿੰਦੇ ਪਿਓ, ਤੇ ਉਹ ਮੁਰਤਦ ਹੋ ਗਏ ਸਨ ਤੇ ਉਹਨਾਂ ਨੂੰ ਚੰਗਾ ਕਹਿੰਦੇ ਹੋ। ਇਹਨਾਂ ਦਾ ਇਹ ਕਹਿਣ ਦਾ ਮਕਸਦ ਜਿਹੜਾ ਦੀ ਗੱਲ ਤੇ ਗੌਰ ਕਰੋ, ਆਪਣੀ ਗੱਲ 'ਚ ਆਪਣਾ ਹੀ ਜਵਾਬ ਦਿੰਦੇ ਪਏ। ਮਾਸ਼ਾਅੱਲਾ ਮਾਸ਼ਾਅੱਲਾ, ਹਜ਼ਰਤ ਅਲੀ ਦਾ ਫਰਮਾਨ ਮੈਨੂੰ ਯਾਦ ਆ ਗਿਆ, हजरत अली दा फरमान याद आ गया, बोल के तू पहचाना जाए। माशाअल्लाह तुसीं अपने इल्म दा इज़हार फरमा दिता है। जेड़ा आमिर नज़ीर साहब ने कहा है कि मिर्ज़ा साहब दे रिश्तेदार वगैरह वगैरह ईसाई हो गए सन, क्रिश्चियन हो गए सन, ये जवाब है। लेकिन ये गल्लां माशाअल्लाह थोड़े अकीदे वालियां दे सिर तो उत्तों लग जांदियां, क्योंकि थोड़ा कोल इल्म दा थोड़े कोल निशान भी नहीं है। नाम दसिया यूसुफ खान दा नाम दसिया, मीर इस्माइल दा नाम दसिया, दूसरे साले दा नाम दसिया, तुसी भी ते कोई नाम दसो किहड़े किहड़े मुर्तद होए ने नबी करीम सल्लल्लाहु अलैहि वसल्लम ना दिले मोहम्मद ਨਾਲ ਜੀ ਉਹ ਛੱਡ ਦਿਓ। ਇਹਨਾਂ ਦੇ ਆਪਣੇ ਜਿਹੜੇ ਲੋਕ ਰਾਏ ਰਾਸਤੇ ਆ ਰਹੇ ਨੇ, ਇਹਨਾਂ ਦੀ ਕਿਤਾਬ ਪੜ੍ਹ ਕੇ ਜ਼ਰਾ ਇਹਨਾਂ ਨੂੰ ਦੱਸ ਦਿਓ ਉਹ ਕਿਹੜੇ ਕਿਹੜੇ ਮਜ਼ਮੂਨ ਨੇ ਜਿਹੜੇ ਉਹ ਪੜ੍ਹ ਕੇ ਆਪਣੇ ਰਾਏ ਰਾਸਤੇ ਆ ਰਹੇ। ਬਸ ਇਹਨਾਂ ਨੂੰ ਪਤਾ ਤੇ ਹੈ, ਲੇਕਿਨ ਇਹਨਾਂ ਨੇ ਫੇਰ ਵੀ ਇਗਨੋਰ ਕਰਨਾ। ਸਾਡੇ ਜਿਹੜੇ ਸੁਣੀ ਸੁਣਾਈ ਵਾਲੇ ਅਕੀਦੇ ਨਾ, ਸੁਣੀ ਸੁਣਾਈ ਵਾਲੇ ਜਿਨ੍ਹਾਂ ਦਾ ਨਾ ਸਿਰ ਹੈ ਨਾ ਪੈਰ, ਉਹਨਾਂ ਅਕੀਦਿਆਂ ਨੂੰ ਛੱਡ ਕੇ ਅਸੀਂ ਐਮਜੀ ਹੋਏ ਨੇ। ਕੋਈ ਮਿਰਜ਼ਾ ਸਾਹਿਬ ਦੇ ਰਿਸ਼ਤੇਦਾਰਾਂ ਦੀ ਜਮਾਤ ਨਹੀਂ ਹੈ, ਉਹ ਕਿਤਾਬਾਂ ਤੇ ਪੜੋ। ਮਿਰਜ਼ਾ ਸਾਹਿਬ ਦੇ ਰਿਸ਼ਤੇਦਾਰਾਂ ਦੀ ਜਮਾਤ ਨਹੀਂ ਹੈ। ਸਾਡੇ ਜੇ ਇਹਨਾਂ ਮੁਮਨਾ ਚੋ, ਸ਼ੀਆਂ ਚੋ, ਸੁਨੀਆਂ ਚੋ, ਵਾਬੀਆਂ ਤੋਂ, ਈਸਾਈਆਂ ਯਹੂਦੀਆਂ ਚੋ ਲੋਕ ਛੱਡ ਕੇ ਐਮਡੀ ਹੁੰਦੇ। ਸਾਡੇ ਕੋ ਛੱਡ ਕੇ ਜਮਾਤ ਹੋਈ। ਤੱਲਾ ਸਾਹਿਬ ਬ੍ਰੇਕਾਂ ਮਾਰ ਦੋ, ਨਵੀਆਂ ਬ੍ਰੇਕਾਂ ਤੁਹਾਂ ਪਵਾਈਆਂ ਨਾ ਸਪੀਡ ਫੜੋ ਇਧਰ ਮੇਰੇ ਵੱਲ ਕਰੋ। ਅੱਛਾ ਜੀ ਬ੍ਰੇਕਾਂ ਤੇ ਮੇਰੇ ਕੋਲ ਮਿਰਜ਼ਾ ਸਾਹਿਬ ਇੰਜਣ ਵੀ ਨਵਾਂ ਪਾਇਆ ਤੇ ਨੇ ਖਿਆਲ ਰੱਖਣਾ, ਐਕਸਲੇਟਰ ਫੁੱਲ ਲੈਂਦਾ ਨੇ। ਕੋਈ ਨਹੀਂ ਤੁਹਾਨੂੰ ਰਾਤੀ ਦੱਸੀਏ ਤੇ ਐਨੇ ਬ੍ਰੇਕਾਂ ਵੀ ਚੈੱਕ ਕਰਾਈਆਂ, ਡਿਸਕਾਂ ਵੀ ਨਵੀਆਂ ਚੈੱਕ ਕਰਾਈਆਂ ਨੇ। ਤੁਸੀਂ ਇੰਜ ਕਰੋ, ਮੇਰੇ ਵੱਲ ਮੂੰਹ ਕਰੋ ਤੇ ਦੱਸੋ ਬਈ ਉਹ ਕਸਰੇ ਸਲੀਬ ਜਿਹੜੀ ਮਿਰਜ਼ਾ ਸਾਹਿਬ ਕਰਕੇ ਗਏ ਸਨ ਉੱਥੇ ਅੰਮ੍ਰਿਤਸਰ, ਜਿਹੜੀ ਕੀਤੀ ਸਨ ਕਸਰੇ ਸਲੀਬ, ਉਹਦੇ ਬਾਰੇ ਕੀ ਖਿਆਲ ਤੁਹਾਡਾ? ਮੈਂ ਤੁਹਾਡੇ ਉਲਮਾ ਦੀ, ਜਿਨ੍ਹਾਂ ਨੂੰ ਤੁਸੀਂ ਸਾਰੇ ਮੁਸਲਮਾਨ ਉਲਮਾ ਮੰਨਦੇ ਹੋ, ਬਹੁਤ ਇਲਮ ਵਾਲੇ ਬੰਦੇ, ਉਹਨਾਂ ਦੇ ਬਿਆਨ ਲਾਣਾ ਕਿ ਈਸਾਈਆਂ ਦੇ ਮੂੰਹ ਬੰਦ ਕਰਨ ਵਾਲੇ ਮਿਰਜ਼ਾ ਗੁਲਾਮ ਅਹਿਮਦ अलैहिस्सलाम ਸਨ। और और इजाजत 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 इतने थोड़े हौसला नहीं है जिले गल करो विच अल्लाह नहीं करी थी। अल्लाह करदा जिसको जवाब नहीं होंदा।
ਉਹ ਠੀਕ ਹੈ, ਗਾਲਾਂ ਠੀਕ ਕਰਦਾ ਹੈ। ਤੁਸੀਂ ਤੇ ਮਾਸ਼ਾਅੱਲਾ ਛੋਟੀ- ਨਹੀਂ ਹੋ, ਤੁਸੀਂ ਤੇ ਜਵਾਬ ਹੁਣ ਤੁਹਾਡੇ ਕੋਲ ਬੇਤਹਾਸ਼ਾ। ਇੱਕ ਮਿੰਟ ਚ ਗੱਲ ਮੁਕਾਓ ਤੇ ਮੈਂ ਵੀ 1 ਮਿੰਟ ਚ ਮੁਕਾਵਾਂ। ਚਲੋ ਜੀ ਕਰੋ ਜੀ, ਇੱਕ ਮਿੰਟ ਤੋਂ ਲੰਮੀ ਨਹੀਂ ਕਰਨੀ। ਤੁਹਾਡੇ ਭਾਈ ਹੁਣ ਮੈਂ 1 ਮਿੰਟ ਠੀਕ 1 ਮਿੰਟ ਵਿੱਚ ਮੁਕਾ ਦੇਣਾ। ਸਾਡੇ ਉਲਮਾ ਦੇ ਬਿਆਨਾਤ ਮੌਜੂਦ ਹਨ ਇਸ ਜ਼ਮਾਨੇ ਦੇ, ਜਿਹੜੇ ਆਪਣੇ ਦੌਰ ਦੇ ਉਲਮਾ ਨੂੰ ਕਹਿ ਰਹੇ ਹਨ ਕਿ ਸਾਡੇ ਉਲਮਾ ਤੇ ਪੜ੍ਹਦੇ ਨਹੀਂ ਲਾਈ ਲਾਗਨ, ਉਹ ਆਪਣਾ ਨਹੀਂ ਪੜ੍ਹਦੇ ਤੇ ਉਹਨਾਂ ਦਾ ਕੀ ਪੜ੍ਹਨਾ ਹੈ। ਤੇ ਮਿਰਜ਼ਾ ਸਾਹਿਬ ਨੇ کیا نام ہے عیسائیوں نو مسیحاں دے جواب دیتے، انہاں دے منہ بند فرمائے اور پھر مسلماناں کی آنکھوں کے تارے بن گئے۔ وہ تسی نہ خدا نو مندے ہو، نہ نبی نو مندے ہو، نہ حقائق نو مندے ہو، تسی اپنے عقیدے تو علاوہ کسی نو مندے ہی نہیں ہو۔ ٹھیک ہو گیا، منٹ ہو گیا۔ اچھا گزارش یہ ہے کہ ساڈے علماء نے یہ بھی غلطی کیتی ہے کہ انہوں نے آکھیا بعض نے غلطی کر کے جڑے لا علم سن، جنہاں کول نالج نہیں سی ہسٹری دا، انہوں نے خلاف حقیقت گل کیتی ہے۔ تو انہوں نے آکھیا کہ مرزا صاحب نے عیسائیاں تے ہندوؤں دے منہ بند کر دیتے نے، لیکن ساڈے ہی علماء نے جنہاں نے آکھیا او جنڈیالے کے میرے بولے بالے مسلمان بھائیو، او مجھے بتاؤ تو صحیح آج تک اس شخص نے اسلام کی کیا خدمت کی ہے، او مجھے بتاؤ تو صحیح اس نے آج تک کون سے غیر مسلم کو شکست دی ہے کسی مناظرے میں۔ اس نے غیر مسلموں کو اسلام پر صرف ہنسایا ہے، اس نے کک خدمت نہیں کی۔ اس کو آگے پیش نہ کرو اور یہ تمہیں ذلیل کروائے گا، اور جنڈیالے کے مسلمانوں باز آ جاؤ، یہ بھی ہمارے مسلمانوں نے کہا، اور ہمارے مسلمانوں نے ثبوت پیش کیے ہیں کہ بھائی یہ غیر مسلموں کو اسلام پر ہنساتا رہا ہے۔ پشاور سے چل کے آ گیا تھا لیکرام، روز آ کے مرزا صاحب کا دروازہ کھٹکھٹا کے قادیان میں کہتا تھا مرزا صاحب باہر نکلو اور اپنا اعلان پیش کرو۔ فبہت الذی کفر کا مصداق بنے مرزا صاحب اس کا منہ دیکھ رہے ہوتے تھے۔ کون سا اعلان مرزا صاحب نے لیکرام کے سامنے پیش کیا؟ وہ مرزا صاحب کا دروازہ کھٹکھٹانے کے بعد قادیان کے چوک میں جا کے کھڑا ہو کے نبی علیہ الصلوۃ والسلام کو بھی گالیاں دیتا، مرزا صاحب کو گالیاں دیتا۔ خود مرزا صاحب نے اپنی کتاب فریاد درس میں لکھا ہوا ہے کہ لیکرام پشاور سے چل کے آ گیا، میرا دروازہ کھٹکا، اس کے بعد جا کے چوک میں قادیان کے چوک میں کھڑے ہو کے آریوں کو اکٹھا کر کے نبی پاک کو بھی گالیاں دیتا، مجھے بھی گالیاں کہتا تھا۔ نہ محمد رسول اللہ کے پاس کوئی معجزہ ہے، نہ اس کے پاس کوئی معجزہ ہے۔ تماشا بنایا انہیں مولویوں نے، مسلمانوں نے۔ یہ خدمت کی آپ نے، یہ منہ بند کیا آپ نے ہندوؤں کا اور عیسائیوں کا۔ اگر کسی عالم دین نے یہ بات کہہ دی ہے، غلط بات کہی ہے، میرے پاس ثبوت موجود ہیں۔ اگر آپ کے پاس کوئی ایسا ثبوت موجود ہے اور بتائیں کہ فلاں مناظرے میں فلاں موقع پر فلاں جگہ پر ہمارے مسیح موعود نے منہ بند کر دیا تھا مخالف، ٹھیک ہے چلو اسمبلی میں اتنے ایمان چپ بندے چپ 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 خاموش خاموش۔ مزے کی بات یہ ہے کہ جب اللہ تعالیٰ کا کوئی نبی نبوت کا اعلان کرتا ہے، اس سے پہلے سب لوگ مانتے ہیں نیک ہے، اچھا ہے، امانتدار، پیارا ہے، بہت ان اخلاق میں افضل ہے۔ جب وہ نبوت کا دعویٰ کر دیتا ہے تو اس کا کیا حال ہوتا ہے، یہ سابقہ نبیوں سے آپ دیکھ لو۔ ہم تو نہیں کہہ رہے ہیں کہ بھائی مرزا صاحب کو، سابقہ نبیوں کے حالات دیکھ لو، واقعات موجود ہیں، آپ کی تاریخ میں لکھے ہوئے ہیں۔ جماعت احمدیہ کے پاس کوئی تاریخ نہیں، آپ کے پاس ہے، اس میں یہی لکھا ہوا ہے کہ جب نبی نبوت کا دعویٰ کر دیتا ہے، سچے نبی کو لوگ کہنے شروع ہو جاتے ہیں تو جھوٹا ہے، توبہ نعوذ باللہ، بے ایمان ہے، کذاب ہے، وغیرہ وغیرہ وغیرہ۔ تو آپ نے بھی یہی کام کیا۔ جب تک وہ انہوں نے دعویٰ نہیں کیا تھا، آپ کو کہتے تھے نیک ہیں، صالح ہیں، ایمان کی بہت خدمت کر رہے ہیں، اور آپ کے علماء کہتے تھے، عام انسان نہیں، علماء عالم کہتے تھے کہ جس نے اسلام کو زندہ دیکھنا ہے قادیان میں مرزا صاحب کے پاس جا کے دیکھ لے۔ اس سے بڑے بیان اور آپ کو کیا دکھائیں؟ لیکن جب نبوت کا دعویٰ کر دیا، امام مہدی ہونے کا انہوں نے دعویٰ کر دیا، پھر آپ وہی الٹے پاؤں پھر گئے، تو توبہ نعوذ باللہ، کافر ہے، کذاب ہے، بے ایمان۔ یار اب کسی جگہ کہاں سے بھاگو؟ ہم دکھا کے تھک گئے ہیں، ٹائم ختم ہو گیا، سچائی آپ کے سامنے رکھ کر تھک گئے ہیں۔ ٹائم ختم ہو گیا۔ طلعت صاحب، بات تو قصر سلیم سے شروع ہوئی تھی، آپ کی پرفارمنس سے شروع ہوئی تھی، آپ کی کارکردگی سے شروع ہوئی تھی۔ آپ نے کہا تھا کہ ہمارے مرزا صاحب کے بارے میں آپ کے علماؤں نے یہ کہا، جب علماء کا جواب دیا، اب آپ کہتے ہیں وہ کریکٹر کی بات کر لو۔ مرزا صاحب کے بارے میں، کریکٹر کے بارے میں لوگ باتیں کرتے تھے، جب مرزا صاحب نے دعویٰ کیا آپ ادھر آ گئے ہیں۔ ایک جگہ سے آپ جھوٹے پڑھتے ہیں، دوسری جگہ چلے جاتے ہیں، دوسری جگہ سے جھوٹے پڑھتے ہیں، تیسری جگہ چلے جاتے۔ چلیں جی کریکٹر کی بات کر لیتے ہیں جی۔ لو جی کریکٹر کی بات ہونے لگی ہے جی۔ لو جی طلعت صاحب، یہ خط پڑھ کے نا آپ نے مجھے یہ بتانا ہے کہ یہ کون سا قصور ہے جس کا مرزا صاحب اعتراف کر رہے۔ چلو جی شروع ہو جاؤ جی، میں آخو تو میں پڑھ کے سنا دینا بھارت، میرے ہی ٹائم سے میں پڑھ کے سنا دینا۔ آپ نے یہ بتانا ہے کہ مرزا صاحب اس غلطی کا اعتراف کر رہے ہیں، اس فلاں قصور کا اعتراف کر رہے ہیں۔ یہ کون سا قصور ہے جس کا مرزا صاحب کہہ رہے ہیں
کہ मैं खुद इस कसूर का मोतरफ हूं। ये कौन सा कसूर है जी? पढ़ के सुनाऊं पूरा खत? आज 28 सितंबर 1800 आमिर साहब करैक्टर दी गल होण लगी जे। सुने ना, इथों भी दौड़ना जो सुन लेना। मैंने मेरा आपको तो मेंटेन पूरा करेक्टर की बात नहीं की, ईमान की बात की है। ईमान जो था, आपके उलमा उस वक्त कहते थे, जब तक उन्होंने दावा नहीं किया था कि जिसने इस्लाम को जिंदा देखना है वो मिर्जा गुलाम अहमद साहब के पास जाके देख ले। आप कहे जिसने ये बात की है वो खबीस का बच्चा है, वो खबीस है। आप ऐलान करें वो 15 साल का बच्चा था, खबीस का बच्चा नहीं था कि वो खबीस था, खबीस का बच्चा था। बोलो, वो 15 साल का बच्चा था, खबीस का बच्चा नहीं था। 15 साल 9 महीने उम्र थी, 16 साल का नहीं था, 18 साल। और यार कोई ईमान की गल कर लो यार। आपको कहाँ से हम दिखाते हैं, और उल्टा किसने ये बात कही है? इल्जाम आप हमारे ऊपर लगाते हैं। अब आप यहाँ से हम कहाँ भाग तो आप रहे हो। मैंने आपको सबूत दे दिया कि आपके इस वक्त के जो उलमा है, जिनको पूरी दुनिया के मुसलमान मानते हैं कि ये अहले इल्म है, बहुत बड़े आलम है, वो कहते हैं कि मिर्जा साहब ने कृष्णों के मुंह बंद किए, उन्हें नाकाम किया, उन्हें भगाया। और हमारे उलमाओं के पास उनके ईसाइयों के कोई जवाबात नहीं थे। मैं अभी आपको क्या दिखाऊं? जिसके पास ईमान है और मुत्तकी है उसको पता है ये क्या बात है। आपके पास सिर्फ बाप दादा के अकीदे हैं, पट रखो। मैं ना मानूं, जो कहे मैं ना मानूं, मैं उससे नहीं मनवा सकता। मैं हार गया हूँ आपसे जी, मैं माफी मांगता हूँ। मेहरबानी आपकी। अच्छा मेरी बात सुने, आप भी अहमदी हैं और ये जो फुरकान फोर्स वाला भी अहमदी है, उसने भी बराड़ लगाई हुई है और ज्यादा मिर्जाई उसके साथ जाके बैठे हुए हैं। आप चंद एक लोग हैं जिनको हम समझते हैं कि आप अच्छे आदमी हैं। आप कहते हैं हम अहमदी है, वो कहते हैं हम अहमदी हैं। अगर हम ये कहना शुरू कर दें, ओ भाई ओ तुम्हारे बड़े बड़े जो मिर्जाई थे, तुम्हारे सारे मिर्जाई नबी पाक को गालियां ऐसे दिया करते थे, ये देखो बराड़ लगी हुई, ये देखो राजपाल किताब पर, आप चीखे मारते हैं। आप कहते हैं ये हम इनको ऑन नहीं करते, और जो ये हरकतें कर रहे हैं इनका तल्लक कोई नहीं मसीह मौत से, चीखे मारते हैं ना। ऐसे ही अगर किसी बंदे ने इस तरह की कोई बात की है अपनी ला इल्मी की बिना पर, तो उसको उस बात को कोई बंदा ऑन नहीं करता। जिस बंदे ने ये बात कही थी कि जिसने जिंदा इस्लाम देखना हो जाके देख ले, वो खबीस का बच्चा नहीं था। मैं कह रहा हूँ वो 15 साल का बच्चा था, वो नूर खान का बच्चा था, लामा इकबाल उसका नाम था। 1877 में पैदा हुआ वो बेचारा। 1891 में मिर्जा साहब ने मसीह मऊद होने का दावा किया। 92 में वो अब्बा जी के साथ जाके, नूर खान के साथ जाके मिर्जा साहब की बैत कर रहा है। मिर्जा साहब की उसके वालिद ने बैत की, उसने बैत नहीं की। लेकिन बहरहाल वो 15 साल का बच्चा था। उसने ये कहा था कि जिसने जिंदा इस्लाम देखना हो वो कादियान में देख ले। उसी लामा इकबाल ने जब होश संभाली, आंखें खोली, तो उसने कहा मिर्जाइयों से बिहाई बेहतर है। मिर्जाई आस्तीन के सांप है, ये यहूदियत का चरबा है। इन्होंने इस्लाम के अंदर रहकर जो इस्लाम को नुकसान पहुंचाया है, इससे बेहतर बिहाई हैं। कम से कम इस्लाम से लग तो हो गए, ये तो जोंक की तरह चिमटे हुए हैं इस्लाम को। उसी लामा इकबाल ने फिर कहा था। तो ऐसे ना करें, एक बंदे की बच्चे की बात पेश करके। आमिर साहब दजल ना किया करो, खुदा को जान देनी है। इधर टिक टाक पर बातें नहीं करते रहना। खफन पहनना है आपने भी और मैंने भी, और वहाँ हिसाब अल्लाह ने लेना है, जवाब अल्लाह ने आपसे लेना है, और हमने जवाब अल्लाह को देना है सब ने। वहाँ पर ये आपकी टीम नीचे नहीं बैठी होगी जो कहेगी अमन नदी सुभान अल्लाह, वाह 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 वाह। दजल ना करो। जब मिर्जा साहब ने दावा नबूवत किया उम्मती नबी होने का और इमाम मेहदी होने का, उस वक़्त आपके लोगों ने ये कहा कि मिर्जा साहब आप औलिया अल्लाह बन जाएं, हम आप पर ईमान ले आएंगे। यानी कि उनके दावे, उनकी शख्सियत पे किसी को इतराज नहीं था, उनके दावे पर इतराज था। और ये तो सारे नबियों के साथ हुआ है। किस नबी किस नबी ने दावा किया तो सब ने उन्हें मान लिया। सब नबियों के साथ, नबी से पहले, दावे से पहले सारे मानते थे कि नबी जो है ये नेक है, साले है, अमानतदार है, इखलाक में अच्छा अफजल है। इख्तिलाफ भी उस वक्त होता है जब वो दावा करता है, लेकिन आप हमेशा बेईमानी, झूठ, दजल से काम लेते हो, जो आपकी फितरत बन गया है। और आपको फिक्र ही नहीं है कि मैंने सिर्फ एनजीओ में ये जो लोग नीचे बैठे हैं इनमें सच्चा होना है। आप फिक्र भूल गए हैं कि एक दिन आपने पाक ज़ात के आगे पेश होना है, वहाँ पर आप क्या करोगे। ये जो उजरे आप पेश कर रहे हैं, बेईमानी की, दजल की, झूठ की, फ्रॉड की, इधर की जेर उधर लगा लो, उधर की जबर इधर लगा लो, और अपने मर्जी के मतलब निकाल लो, निकालते रहे। टाइम हो गया।
अच्छा कफन मैंने पहनना है और आपने भी पहनना है, डर मुझे होना चाहिए, आपको डर नहीं होना चाहिए, क्योंकि आपने कौन सा कफन पहनना है। आप जिस दिलेरी के साथ ये झूठ बोल रहे हैं और कह रहे हैं कि हमारे उलमा कह रहे थे मिर्जा साहब आप वली होने का दावा करें हम ईमान ले आएंगे, इन्ना लिल्लाहि व इन्ना इलैहि राजिऊन। किसी एक आलम दीन का ये कौल बखा दो, मैं हारा आप जीते। क्यों झूठ बोलते हैं दिन दिहाड़े आपके। ओ वली के लिए किसी पर ईमान लाने की जरूरत होती है। अगर कोई बंदा कहे मैं वली अल्लाह हूं तो सारे ये मोमिन अल्लाह के वली हैं, इस पर ईमान लाने के वली पर ईमान लाना जरूरी होता है। जी मैं झूठ बोल रहे हैं आप, सारी गलत। एक नहीं, आप खामोश रहे, बट सब सब्र करें, दो बंदों की बात हो रही है। आपके पास कोई दलील नहीं है इस झूठ की भी। मैं आपको सबूत देता हूं कि मिर्जा साहब ने जब उम्मती नबी होने का दावा किया ना 1901 में, उससे 14 साल पहले का ये खत मैंने आपकी आंखों के सामने लगाया हुआ है। और इस खत में शेख बटालवी यही कह रहे हैं, और मिर्जा साहब लोगों से पैसे लिए थे ना और किताब छपवाने के लिए, उसमें 300 दलाइल लिखने थे, और गरीब लोगों ने अपने बच्चों के मुंह से निवाला छीन के आपको 10,000 रुपया दिया था। और खुदा का खौफ करो, या किताबें छापो या पैसे दे दो लोगों के वापस। ना मिर्जा साहब का मसीह मऊद होने का दावा था, ना नबूवत का दावा था। ये खत आपकी आंखों के सामने पड़ा हुआ है। पढ़ के बताओ मिर्जा साहब किस कसूर का एतराफ कर रहे हैं। कहो तो मैं पढ़ के सुना देता हूँ। मिर्जा साहब कह रहे हैं मैं इस गलती का एतराफ करता हूँ, मैं इस कसूर का एतराफ करता हूँ कि लोगों ने मुझे पैसे दिए थे किताब के लिए, वो मुझसे इधर उधर के कामों में लग गए हैं। ये नबी का दावा करने की वजह से इख्तलाफ हो रहा है कि लोगों का माल खाने की वजह से इख्तलाफ हो रहा है। दें जवाब। आमिर साहब इन बातों के 1000 बार आपको जवाब दे चुके हैं। जब आप पूरी तहरीर पढ़ोगे जो आपने मतलब मिर्जा साहब की मुखालफत में निकाले हैं, ये उनके हक में निकल जाएंगे। जब आप लफ्ज़ लफ्ज़ खुद तहरीर पढ़ोगे और नीचे सुनने वाले आपकी टीम नहीं होगी वाह 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 करने वाली, ईमान वाले मुत्तकी बैठे होंगे, तो आपको कहेंगे भाई इसमें बुरी बात क्या है, जो मिर्जा साहब ने बताई है ठीक बात फरमाई है। लेकिन आप हमेशा झूठ दजल बेईमानी से काम लेते हैं। मैंने पहला एक ऐसा माशाल्लाह नबी आ गया दुनिया में जिसकी मुखालफत करना आपकी हुकूमतों ने और आपने फ़र्ज समझ लिया है, और आपने फ़र्ज बनाकर भी फतवे लगा कर भी काफर है, कुरान हाथ नहीं लगाओ, नमाज नहीं, अजान बंद, लेकिन आप उनका कुछ नहीं बिगाड़ सके। आज पूरी दुनिया में हर मुल्क में उनके मानने वाले हैं। और जो झूठे नबी होते हैं उनको तो आज तक आपने किसी ने फ़ोन भी नहीं किया होना। अभी 20, 25, 30 मौजूद हैं, 20 हैं, 15 जितने भी हैं। कभी किसी हुकूमत को ज़रूरत पेश आई कि उसे हुकूमत में जाके असम्बली में कहें कि ये काफिर है या उसके मानने वाले काफिर है, या आपने कभी ज़रूरत पेश की? आज तक साल 2 साल 3 साल हो गए मुझे आप लोगों के साथ इधर बात करते हुए, तो मैंने नहीं देखा आपने किसी को कहा हो कि फलाना झूठा है, फलाना झूठा है। ये आप हमेशा मिर्जा साहब के खिलाफ इतना जोर लगाने के बावजूद, हुकूमतों के जोर लगाने के बावजूद आपने एक बाल भी नहीं बिगाड़ा जमात अहमदिया के, बल्कि मिर्जा गुलाम अहमद अलैहिस्सलाम को जो अल्लाह ने ऐलान किया था कि तेरी तबलीग को मैं ज़मीन के किनारों तक पहुँचाऊँगा, बकौल ये झूठा ऐलान थे, ये सब झूठ था, लेकिन किस शान से पूरा होगा। किसी के ख्वाबो ख्याल भी नहीं था कि दुनिया में ऐसे सिस्टम आएंगे, ये एक जगह बैठ के उसकी आवाज़ को पूरी दुनिया के किनारों तक सुना जाएगा। ठीक है, ये मेरे अल्लाह का हुक्म था। आपके मुखालिफिन सिर्फ 20 सेकंड, आपके मुखालिफिन कहते थे मिर्जा साहब को कि मिर्जा साहब आप पूरी दुनिया के मुसलमानों के इमाम मेहदी बन गए हैं, आपकी आवाज़ को हम कादियान से बाहर नहीं निकलने देंगे। कहाँ है वो आलम? आज जमीन खा गई, कहाँ गए? आसमान निकल गया उन्हें, उनका नामो निशान अल्लाह ताला ने मिटा दिया जो मिर्जा साहब को मिटाना चाहते थे। और मिर्जा साहब की इतनी हुकूमतों की, लोगों मुसलमानों की सख्तियों के मुखालफत के बावजूद आज दुनिया के हर मुल्क में अहमदी मौजूद है। क्या कहाँ से हम आपको निशानात दिखाएं? मलक साहब टाइम हो गया है, ब्रेकां दे पैर रख लो, वो खामोश हो जाए। लो जी तल्लत साहब, ये आपकी आजमाई हुई बात है कि जब आप लाजवाब हो जाते हैं आपके पास आखिरी दलील ये रहती है हम दुनिया में फैल गए हैं। जो सफ़ा साहब ने लगाया है, कहते हैं इसको पढ़ोगे तो पता लग जाएगा कि मिर्जा साहब बेकसूर है। मैं सफ़ा पढ़ने लगा हूँ, आप बता देना कि आप मिर्जा साहब कितने बेकसूर हैं, फिर बाद में चेक कर लेंगे कि आप दुनिया में कितने फैल गए हैं। सारा पाकिस्तान आपकी मुखालफत में लगा हुआ। अस्तगफिरुल्लाह। और लोग तो हमें डांटते हैं, कहते हैं और इनका नाम सुन के पाकिस्तान में लोग नक पे रुमाल रख लेते हैं, तुम्हें पागलों क्या हो गया है?
चंद लोग हैं हम जो आपके पीछे लगे हुए हैं। पाकिस्तान आपको मुंह भी नहीं लगाता। बड़े बड़े उलमा, मैंने पिछले दिनों एक बंदे से पूछा, मैंने कहा पाकिस्तान में सबसे ज्यादा फालन अहमद रजा खां फाजले बरेलवी की है। कितनी किताबें लिखी हैं अहमद रजा खां बरेलवी साहब ने मिर्जा कादियानी साहब के खिलाफ? जरा गिन के बताना, कितने रसाले, कितनी किताबें, कितने इश्तिहारात। मुंह लगाना नहीं उन्होंने समझा आपको इस काबल। सुन लें मिर्जा साहब के अल्फाज। मैं फिर बादब आपकी खिदमत में अर्ज करता हूँ कि आइंदा अखराजात की कमी और तखफीफ की फिक्र में मैं आप ही हूँ, मगर गुज़श्ता तदारक मेरे हद इम्कान से बाहर है। इस कसूर का खुद मोतरफ हूँ कि जो कुछ किताब की कीमत में आया वो खर्च होता रहा है, मगर ये बात कि खुदा ताला के नज़दीक मेरे वो मुसारफ किस रंग में है और नुक्ता चीनों की नज़र में किस रंग में, इसमें बहस नहीं करना चाहता। दलील जी कोई नहीं, क्योंकि गुजरी हुई बात को तूल देना कुछ फायदा नहीं, और मेरी राय नाकस में आपका इस फिक्र में पड़ना माला यलजम है। तुसी कोई जामन बेचे और पैसे मैं लोगों को ले, शेख बटालवी जा दौड़ परा, मैं जाना तो बंदे जानन। अगले सुनना, आम मखदूम से शरई या उर्फी तौर पर कुछ मुवाखजा या मुतालबा नहीं। पैसे मैं लोगों को ले, मैं खादे, मैं क़यामत वाले दिन जवाब देंगा। वला ताज़िरु वाज़िरतुम विज़रा उखरा। मैंने सुरमा चशम आरिया के पहले सफ़े पर ही इश्तिहार दे दिया है कि जो शख्स खरीद किताब पर नाराज हो वो फिस्क बै कर सकता है। ऐसे खतूत जब पहुंचेंगे तो मैं कोशिश करूंगा कि जल्द तर किताबें वापस ली जाएं और उनका रुपया मुस्तरद किया जाए। हाय 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 हाय। सो वो इश्तिहार इतलाए आम के लिए काफी है। अब इसमें कौन सी बात है जिससे मिर्जा साहब बरी होते हैं? और मिर्जा साहब तो लाचारगी का और बेबसी का इजहार फरमा रहे हैं कि लोगों ने मुझे पैसे दिए हैं, मैं मानता हूं मुझसे इधर उधर के कामों में लग गए हैं, पर मैं उसका ये तदारक करने की कोशिश करूंगा। पिछला तो हो नहीं सकता, आइंदा मैं तदारक की कोशिश करूंगा कि आइंदा मैं किताब वाले पैसे इधर उधर के कामों में खर्च ना होने दूं। लेकिन जो लग गया है लग गया है, जो मुझसे खर्च हो गए हैं हो गए हैं। हाँ जी, मैं अब मुझे अब आपको लोगों को अपील करके लेकर दिए थे, और मिर्जा साहब कहते हैं वला ताज़िरु वाज़िरतुम विज़रा उखरा, क़यामत के दिन कोई किसी का बोझ नहीं उठाएगा। पैसे मैं लिए, मैं ही जवाब दूंगा, तुम पीछे हट जाओ। मैं खा गया, मैं जाना, मेरे पैसे जानन, मेरे बंदे जानन। ये दावे की वजह से निकाला है। दो इसका जवाब कि किस तरह मिर्जा साहब इसकी सफाई दे रहे हैं, और कौन सा मिर्जा साहब का कसूर है जिसका वो कह रहे हैं कि मैं खुद इस कसूर का मोतरफ हूं। वो कौन सा कसूर है जिसका वो इतराफ कर रहे हैं? दें जवाब इसका। आमिर नज़ीर साहब, आप हमेशा झूठ बेईमानी से और हमेशा उन मायनों से मतलब लेते हैं। हमेशा तस्वीर के दो रुख होते हैं। आप हमेशा कानी आँख से, उल्टी आँख से देखकर अपने आप को तसल्ली दे देखते हैं कि मैं जो रुख देख रहा हूँ ये ठीक है। मिर्जा साहब ने बताया है कि उस वक़्त जो किताबों के लिए पैसे लिए गए थे, अब हालात वाक़यात के मुताबिक, महंगाई के मुताबिक और किताबें लिखने की वजह से, जो जब किताबें कोई लिखता है अगर मुआवजा नहीं ले उससे वसूल करता, तो किताबों लिखने के दरमियान उसके अखराजात होते हैं। कम अज़ कम उसकी जिम्मेदारी अखराजात पर ही होती है, अगर किसी में ईमान अक्ल है, मुखालफत नहीं है। तो मिर्जा साहब ने यहाँ पर ये इकरार किया है कि किताबें जब लिखी गई इनके अखराजात और जहन में बिठाए गए थे। इसका मतलब ये है अब अखराजात और हुए हैं, और मेरे भी ज़रूरियात जब किताब लिखने के दौरान मेरे अखराजात हुए हैं, वो सारे मिला के ये उन अखराजात में इतनी किताबें नहीं लिखी जा सकती। ये उन्होंने साफ वाज़ेह बताया। लेकिन नज़र उसे आएगा जिसके अंदर ईमान है, ईमान है और वो मुत्तकी है। बड़ा वड्डा इतराज़ कर देता ने जी नबी ते किताबां दे पैसे ले सन ते 5 दे ले सन ते 2 लिख दियां, 7 दे लेकिन तो 1 दे लिख दी। भाई क्या इतराज़ है यार? कुरान खोलो, कोई कुरान हदीस में बताओ। ये आपकी चलाकियाँ, मक्कारियाँ, होशियारियाँ, कौन सा नबी ऐसा है जिस पर इतराज़ नहीं हुए और नहीं हो रहे? क्या कोई नबी, एक नबी दिखा दो कि उनके मुखालफिन ने उस नबी पर इल्ज़ाम तराशियाँ ना ली की हों और उल्टे मतलब लेकर नबी पर इल्ज़ाम ना लगाए हों? एक नबी दिखा दो मुझे भाई, एक नबी दिखाओ। टाइम खत्म हो गया। मिर्जा साहब ने ये बात नहीं कही कि किताब के लिए जो खर्चा हुआ
اس کی کمی بیشی ہوئی. وہ کہتے ہیں میں پھر بادب آپ کی خدمت میں عرض کرتا ہوں کہ آئندہ اخراجات کی کمی اور تخفیف کی فکر میں آپ ہی ہوں. مجھے خود فکر ہے کہ آئندہ میرے اخراجات اس میں کمی ہونی چاہیے. جو میرے اخراجات ہیں وہ اتنے زیادہ ہیں کہ وہ میں نے کتاب خرچ کر ڈالے ہیں. مرزا صاحب یہ کہہ رہے ہیں کہ میں نے مان لیا ہے کہ مجھ سے کتاب کے پیسے ادھر ادھر کے کاموں میں مہمانوں کی خاطرداری وغیرہ میں لگے. پچھلے خط میں لکھا ہوا ہے. یہ 3 خطوط ہیں 1887 کے. قرآن کا پیریڈ بھی شروع ہو جاتا ہے. بندے بیٹھے ہوئے ہیں, اگر آپ نے قرآن کریم سے بات کرنی ہے تو قرآن کریم کے پیریڈ پہ بھی دیکھ لیں گے کہ آپ کیا کارکردگی دکھائیں گے. لیکن فی الحال اس سوال کا جواب دے دیں کہ جو مرزا صاحب فرماتے ہیں کہ میں اس قصور کا خود معترف ہوں کہ جو کچھ کتاب کی قیمت میں آیا وہ خرچ ہوتا رہا ہے. یہ کون سا قصور ہے؟ یہ کہاں خرچ ہوتا رہا ہے؟ کیوں مرزا صاحب اپنا قصور تسلیم کر رہے ہیں؟ کیا قصور کیا ہے مرزا صاحب نے؟ یہ سوال آپ کے سامنے کیا ہے. اگر انہوں نے کتاب کا پیسہ کتاب پر لگایا ہے تو پھر تو اعتراض والی بات ہی کوئی نہیں, پھر تو قصور بنتا ہی کوئی نہیں. کہاں پر لکھا ہے؟ قصور تو پھر ہے ہی نہیں. مرزا صاحب تو بے قصور ہیں. کتاب کے پیسے کتاب پر ہی لگیں گے نا. وہ خرچہ ہو رہا ہے جو مرزا صاحب کہہ رہے ہیں کہ میرا خرچہ ہو گیا ہے, اور وہ خرچہ مجھ سے ادھر ادھر کے کاموں میں ہوا ہے, مہمانوں کی خاطرداری وغیرہ میں. یہ ہے سوال, اس کا جواب دیں. میں نے آپ کو بتایا ہے, لیکن آپ ہمیشہ الٹے مطلب نکالنا چاہتے ہیں. میں آپ کو جو نہ سمجھنا چاہے اسے میں نہیں سمجھا سکتا. مرزا صاحب کی شخصیت پر آپ کے علماء کہتے ہیں کہ مرزا صاحب کی ذاتی زندگی پر کوئی انگلی نہیں اٹھا سکتا, لیکن علامہ عامر نذیر صاحب پیدا ہو گئے ہیں ان کے مخالف, جو ان کی زندگی کے وقت موجود ہی نہیں تھے. وہ ان پر صرف مخالفت کی وجہ سے کہ انہوں نے یہ دعوے کیوں کیے ہیں, اس کی وجہ سے یہ سارے یعنی الزامات لگا رہے ہیں. یہ ان کے وقت کے جو لوگ تھے انہوں نے کیوں نہیں کہا کہ مرزا صاحب ایک صالح نیک انسان نہیں ہے؟ آپ کو ہزاروں تحریرات میں دکھا دیتا ہوں جو مرزا صاحب کے بارے میں علماؤں کی آپ کی ہے کہ مرزا صاحب نیک اور صالح انسان ہے, متقی انسان ہے. پتہ نہیں آپ کون لوگ اپنے علماؤں کی مانتے ہو, نہ قرآن کی مانتے ہو, نہ حدیث کی مانتے ہو. صرف باپ دادا کے جو آپ کو ملے ہوئے ہیں عقیدے, ان کو سامنے رکھ کر جو عقیدوں کو جھوٹا کہے گا کافر ہے. اس کے علاوہ آپ کو کچھ آتا بھی ہے؟ الزام تراشی اگر آپ اتنے سچے ہو تو ہم لوگ اندھے ہیں. ہم لوگوں نے اپنے ہاتھ میں انگار کو پکڑا ہوا ہے. اگر آپ سچے ہیں تو ہمیں سچ کو ماننے میں کیا تکلیف ہے؟ لیکن ہمیں پتہ ہے آپ جھوٹ, بے ایمانی, الزام تراشی کے علاوہ آپ کے پاس کچھ نہیں ہے. آپ ہر مرزا صاحب کی جتنی تحریرات ہیں ان کے مطلب الٹے نکال کر الٹا اس کا تصویر کا رخ دیکھ کر آپ کہتے ہو یہ جو رخ ہم دیکھ رہے ہیں یہ ٹھیک ہے. اور میں کہہ رہا ہوں یہ آپ کے علماؤں کے زمانے میں یہ کتب موجود تھی. کسی عالم کا ان کی کتب پہ کوئی اعتراض اس وقت کیا تو دکھائے مجھے. ان کے جو اعلان تھا, ان کا جو دعویٰ تھا, اس کے خلاف انہوں نے بہت ساری لکھا ہے اور منہ سے باتیں کی, بالکل ٹھیک ہے. لیکن مرزا صاحب کی ذاتی زندگی پہ اگر کسی عالم نے کوئی بات کی ہے تو مجھے دکھائیں, یا میں دکھاتا ہوں جتنی کتب ہے. اور یار عامر صاحب خدا ابھی دکھاتا ہوں میں دکھاتا ہوں ابھی ان کی ذاتی زندگی پر آئینہ کمالات اسلام کتاب کھولے. ابھی میں کہیں تو وہ بھی خط یہاں پہ نکال کے لگا دیتا ہوں. آئینہ کمالات اسلام میں مرزا صاحب کے کلاس فیلو نے محمد حسین بٹالوی نے لکھا ہوا ہے, مرزا صاحب براہین احمدیہ کے لکھنے سے پہلے میں آپ کی ذاتی زندگی کو نہیں جانتا تھا. مرزا صاحب کی تعریف کر دی کہ چلو جی بڑا نیک آدمی معلوم ہوتا ہے, لیکن کہتے ہیں مجھے لگا ہے کہ جو آپ گرداسپور کچہری چڑھے رہے ہیں نا, اور 4 سال ادھر سیالکوٹ کچہری میں نوکری کر کے ہیں, ایسی آپ کو جھوٹ بولنے کی عادت پڑی ہوئی ہے. کوئی بات آپ کی, کوئی تحریر آپ کی جھوٹ سے خالی نہیں ہوتی. ہر بات میں آپ جھوٹ بول رہے ہوتے ہیں. یہ کہا جی اس عالم دین نے جو ان کا بچپن سے دوست تھا, جو ان کو جانتا تھا. باقی اگر کسی بندے سیالکوٹ کا, اگر کوئی بندہ امرتسر کا, یا کوئی بنگال کا بندہ, یا کوئی یہاں لاہور سے ادھر کا بندہ, راولپنڈی کا بندہ, پشاور کا بندہ کہہ دیتا ہے کہ مرزا صاحب بڑے نیک آدمی, اس کو تو پتہ ہی نہیں ہے. جس نے مرزا صاحب کے ساتھ سفر کیا ہے یا مرزا صاحب کے ساتھ تجارت کی, اللہ کے نبی صلی اللہ علیہ وسلم کے پاس ایک بندے نے کھڑے ہو کے کہا فلاں بندہ بڑا اچھا ہے. آپ نے فرمایا تو نے اس کے ساتھ تجارت کی ہے؟ کہتا ہے نہیں. آپ نے فرمایا اس کے ساتھ سفر کیا ہے؟ کہتا ہے نہیں. تو آپ نے فرمایا تمہیں کیسے پتا کہ اچھا آدمی ہے؟
बंदे का पता लगता है जब बंदे के साथ सफर करो या बंदे के साथ कोई लेन देन करो। जिस बंदे ने मिर्जा साहब के साथ कोई लेन देन किया है या सफर किया है, उसने तो कहा मिर्जा साहब आपको झूठ बोलने की ऐसी आदत पड़ी हुई है, हर बात में आप झूठ बोलते हैं। वो पेशावर से हमारे एक आलम दीन आए थे, मिर्जा साहब के पास वहां कादियान में 10 दिन रह के गए। जाने लगे, लोगों ने रोक लिया कि आप इतने बड़े शेख हैं, आप बता के जाएं क्या मिर्जा साहब को आपने माना है? उन्होंने कहा नहीं। तो उन्होंने कहा क्यों नहीं माना? कहते बा वैसे। उन्होंने कहा नहीं वैसे नहीं, आप आलम हैं, आपको जवाब देना होगा। उन्होंने कहा मक्कर और फरेब के अलावा यहाँ हमें कादियान में कुछ दिखाई नहीं दिया। 10 दिन वो कादियान में रह के गए थे। जो मिर्जा साहब कहते थे मेरे पास आकर रहो, मैं तुम्हें अपनी वलायत दिखा दूंगा। तो मिर्जा साहब के तो मुंह पे लोगों ने कहा कि मिर्जा साहब गलत बयानी ना करें। आमिर साहब इतना दजल करो यार जो अल्लाह के सामने जवाब भी दे सको, हद से ना दजल ज्यादा करो। जो हुकूमत अफगानिस्तान के सामने अपनी मौत कबूल कर ली और मिर्जा साहब को झूठा नहीं कहा, वो कौन था? वो केड़ा इंसान थी? ओ मैं बता रहा हूं, कटो बेईमानी, शर्म आनी चाहिए। जो अफगानिस्तान का बादशाह ने कहा कि अगर तूने मिर्जा साहब को झूठा ना कहा तो तुझे मैं मौत दे दूंगा, जिल्लत की मौत मारूंगा। उसने कहा मुझे क्या परवाह, मैंने अल्लाह के उम्मती नबी को माना हुआ, मैं कैसे उसे झूठा कहूँ? मार दे मुझे, मेरी जान ले ले, मैं नहीं बोलूंगा। तो वो आपको नजर नहीं आ रहा, वहां पर आप अंधे हो जाते हैं, आपकी अकल अंधी हो जाती है। खत्म हो गया टाइम। पहली बात तो ये है कि जो बंदा आप पूछ रहे हैं कि जिसको अफगानिस्तान अमीर काबुल ने पूछा था कि भाई मिर्जा साहब की बैत तोड़ दो नहीं तो मैं तुम्हें मरवा दूंगा, उसने कहा मैंने नहीं तोड़नी, और मिर्जा साहब को उसने नहीं छोड़ा। ये बात कहाँ लिखी हुई है जी? कौन सी ऑथेंटिक किताब में है जो आप पेश कर रहे हैं? लाएं जरा इस बात का सबूत। अमीर काबुल ने उसको ज्यादा राह दे के भेजा था, हज करके आओ, हज फरीजा है, हज फर्ज है। वो काबुल से चला, मिर्जा साहब के काबू आ गया। वो जो ज्यादा राह अमीर काबुल ने दिया था वो चंदा दे के वापस चला गया मिर्जा साहब की बातों में आके। वो अमीर काबुल ने कहा मैंने तुम्हें पैसे दे के भेजे थे हज करने के लिए, हज कर रहे हो? कहता नहीं। तो उन्होंने कहा फिर हज नहीं करके आए तो क्या करके? कहता मैं इमाम मेहंदी की बैत कर रहा हूं। उन्होंने कहा इमाम मेहंदी नहीं बताइए नबूवत ही, इंसान का बच्चा बन वाली बैत तोड़ दे, मैं कल तक तुम्हें टाइम देता हूं। दूसरे दिन उसने पूछा मरीज से, अपने सिपाही से, क्या कहता है? कहता जी वो तो नहीं मान रहा। उसने कहा लाओ इसको बाहर लाके पत्थर मार दो, संसार करवा दिया। इतनी बात है, मुख्तसर बात है। मिर्जा साहब ने जितना उसकी कहानी में रंग भरा हुआ है, आपके लिए मिर्जा साहब ने इतनी सी बात है कि एक बंदे ने अपनी जान दे दी और मिर्जा साहब को झूठा नहीं कहा। एक बंदा हज करने जा रहा है मुसलमान, और वो जाके पैसे मिर्जा साहब को दे आता है। क्या देखा है मिर्जा साहब ने? उनका झूठ देखा है, बेईमानी देखी थी, दजल देखा था, फरेब देखा था। शर्म करो, आप लोगों में शर्म नहीं है। आप खामखा की बातों को हेडलाइन करके बताते हो। और जिस बंदे ने मौत कबूल कर ली, सेकंड के लिए मैं कुछ कह सकता हूँ? नहीं किया। नहीं। ये तो वो पत्थर मार के मार दिया, खत्म होगी बात, खत्म। कितनी जल्दी आपने खत्म कर ली। इसे कहते हैं ईमान। ये होता है ईमान। माशाल्लाह साहब, बहुत ईमान की बातें करते हो, माशाल्लाह। ठीक हो गया, टाइम खत्म हो गया जी। मिर्जा साहब के लिए इस एक बंदे ने जान दी, जिसको तल्लत साहब कहते हैं कि ये होता है ईमान। मुसलमा कज़ाब के लिए 27,000 बंदों ने जाने दी। उस ईमान को क्या कहोगे? और तल्लत साहब उस ईमान को क्या कहोगे जो हजारों लोगों ने मुसलमा कज़ाब के लिए जाने दी थी? उनके ईमान का क्या फैसला है आपके पास? दें जवाब। जवाब ये है कि उनके ईमान पर उन्होंने नहीं डटे थे। वो अरब जो थे ग्रोह बन जाते थे, ग्रोह, कबीले। ये कबीला आप हंसो है कबीलों की उसकी सच्चाई की वजह से नहीं थे। वो सबको पता था ये झूठा है, कज़्ज़ाब है। लेकिन मोहम्मद सल्लल्लाहु अलैहि वसल्लम के मुखालिफिन जो मुखालिफ थे वो उसके साथ जा मिले थे, और वो मोहम्मद सल्लल्लाहु अलैहि वसल्लम को जो नहीं पसंद करते थे वो उसके साथ मिल गए थे जाके, और उसके साथ मिलकर उसके ईमान के लिए नहीं लड़े थे। वो मोहम्मद सल्लल्लाहु अलैहि वसल्लम की बुग़्ज़े मोहम्मद सल्लल्लाहु अलैहि वसल्लम में वो उनके साथ लड़े थे, ईमान में नहीं लड़े थे। खुदा का खौफ करो यार। दो कबीले अगर आपस में लड़ाई करते हैं तो एक को शिकस्त हो जाती है, तो आप कहें ये देखो ये कबीला ईमान के लिए लड़े। ओ भाई, वो शख्स, एक अकेला शख्स बादशाह के सामने उसने कहा मैं नहीं छोड़ूंगा, जा जो करनी कल है। एक बंदा क्यों आपको सोना मिला दे, सोना मिलाए नहीं
उधर अच्छा जी, उधर हजारों बंदों ने जान दी, ये एक बंदे को लेकर बैठे हुए हैं। इनका एक बंदा मिर्जा साहब कहते हैं कि इसकी मौत सैयदना हुसैन इब्ने अली की शहादत से बढ़कर है, जो उन्होंने करबला में शहादत हासिल की है। ला हौला वला कुव्वता इल्ला बिल्लाह। ये एक बंदा, अगर इनके लिए कोई हजारों बंदे जान देते, फिर मिर्जा साहब पता नहीं क्या दावा कर देते। एक बंदा मर गया जी मिर्जा साहब की खातर। ओ भाई, जिस बंदे का आप कह रहे हो कि मोहम्मद सल्लल्लाहु अलैहि वसल्लम की दुश्मनी में वो मुसलमा कज़ाब के साथी इकट्ठे हो गए थे, झूठ है। वो मोहम्मद सल्लल्लाहु अलैहि वसल्लम की दुश्मनी में नहीं इकट्ठे हुए थे। वो कहते थे क़यामत के दिन 2 गवाहियां होनी है। ओ मुसलमानों, तुम्हारे पास 1 गवाही है, हमारे पास 2 गवाहियां होनी है। हम नबी पाक को भी अल्लाह का नबी मानते हैं, मुसलमान को भी अल्लाह का नबी मानते हैं। हमारे पास 2 गवाही, हम तुमसे ज्यादा मुत्तकी हैं, हम तुमसे ज्यादा नेक हैं, हमारा ईमान तुमसे ज्यादा मजबूत है। लाओ मैं किताबें खोल के आपको सबूत करके दूं। वो ईमान की वजह से उन्होंने जाने दी हैं, उनका मुसलमान कज़ाब पर ईमान था। आप एक बंदे को लेकर तलियों पे बिठा के बैठे हुए हैं, एक बंदा मर गया साड़ी खातर। अहमद साहब अपने दिल को तसल्लियाँ दें कि जो शख्स, देखिए आपको एक और बात बता दूं, आपने एक अकीदे बनाए हुए। हम इमाम हुसैन अलैहिस्सलाम मोहम्मद सल्लल्लाहु के हवासे थे, हज़रत अली के साहबजादे थे, हम उनका बड़ा प्यार करते हैं, उनसे एहतराम करते हैं, कोई शक नहीं। लेकिन इमाम हुसैन अलैहिस्सलाम ने जब जिस जगह पर उनकी फ़ौज मुखालफिन की आ गई थी, उनसे अपील भी की थी कि हमें रास्ता दो, हम वापस चले जाते हैं। उन्होंने कहा नहीं, हमें अब हुक्म नहीं है आपको वापस भेजने का, इत्थे ही रुको। इमाम हुसैन अलैहिस्सलाम ने ये बात की थी और आपकी कुतुब में लिखी हुई है। और एक शख्स जो कह रहे हैं कि मुझे जान से मार दो, मैं अपना अकीदा नहीं बदली करूँ, ये आप क्या समझते हैं कि रिश्तेदारियाँ या ये अल्लाह ताला के हुज़ूर वो ऊपर होती हैं, या जो नेक होता है या जो अल्लाह पर ईमान रख कर करता है उसका रुतबा बुलंद होता है। आपने दीन में एक अकीदे बना लिए हैं और अकीदों के बगैर सुनने के लिए तैयार ही नहीं है। आप अपनी कुतुब में पढ़ें कि क्या इमाम हुसैन अलैहिस्सलाम ने रास्ता नहीं मांगा था कि मुझे रास्ता दे दो, मैं वापस चला जाता हूं। जी की पे कहंदे हो अमर भाई? टाइम खत्म हो गया। लो जी, ਇਹਦੀ ਰਿਕਾਰਡਿੰਗ, ਇਸ ਹਿੱਸੇ ਦੀ ਰਿਕਾਰਡਿੰਗ ਮੈਨੂੰ ਕੱਟ ਕੇ ਦੇਣੀ ਅਲੀ ਤੱਲਤ ਸਾਹਿਬ ਮੰਨ ਗਏ ਨੇ। ਇਹ ਗੱਲ ਰਾਤੀ ਉਹ ਸ਼ੀਆ ਦੇ ਸਾਹਮਣੇ ਕਰਨੀ ਸੀ ਨਾ, ਉਹ ਜਿਹਦਾ ਆਂਦੇ ਸੋ ਮਨਾਜ਼ਰਾ ਕਰਾਣਾ, ਅਮਰ ਨਜ਼ੀਰ ਨੂੰ ਬੁਲਾਓ, ਸ਼ੀਆ ਆਇਆ ਮਨਾਜ਼ਰਾ, ਇਹ ਗੱਲ ਉਹਦੇ ਸਾਹਮਣੇ ਕਰਨੀ ਸੀ ਕਿ ਹਜ਼ਰਤ ਇਮਾਮ ਹੁਸੈਨ ਤੇ ਉੱਥੋਂ ਨਿਕਲਣਾ ਚਾਹੁੰਦੇ ਸੀ ਤੇ ਸਾਡਾ ਸ਼ਹਜ਼ਾਦਾ ਲਤੀਫ ਤੇ ਨਿਕਲਣਾ ਨਹੀਂ ਚਾਹੁੰਦਾ ਤੇ ਜਾਨ ਦੇਣਾ ਚਾਹੁੰਦਾ ਸੀ। ਇਹ ਗੱਲ ਉਹ ਸ਼ੀਆ ਦੇ ਸਾਹਮਣੇ ਕਿਉਂ ਨਹੀਂ ਕੀਤੀ? ਔਰ ਰਾਤੀ ਤੇ ਤੁਸੀਂ ਅਥਰੂ ਟਮਕਾਣ ਲੱਗੇ ਸੋ ਤੱਲਤ ਸਾਹਿਬ, ਤੁਹਾਡੇ ਨੱਕ ਸੁਣਕਣ ਦੀ ਆਵਾਜ਼ ਆ ਰਹੀ ਸੀ ਫੋਨ ਦੇ ਵਿੱਚ, ਉਹ ਤੁਹਾਨੂੰ ਮਸਾਇਬ ਪੇਸ਼ ਕਰ, ਤੁਸੀਂ ਤਾਂ ਰਾਤੀ ਡਰਾਮਾ ਸ਼ੁਰੂ ਕੀਤਾ ਸੀ। ਇਹ ਗੱਲ ਉਹਨੂੰ ਕਿਉਂ ਨਹੀਂ ਪੇਸ਼ ਕੀਤੀ? ਉਹ ਸ਼ੀਆ ਅਮਰ ਭਾਈ ਉਹਨੂੰ ਇੱਥੇ ਬੁਲਾ ਲੈਣੇ ਆ, ਬਰਾੜ ਸ਼ੇਅਰ ਕਰਕੇ ਉਹਨੂੰ ਇੱਥੇ ਬੁਲਾ ਲੈਣੇ ਆ। ਸ਼ੇਅਰ ਕਰੋ ਇਹ ਸਮਾਨ, ਇਹਨੂੰ ਸ਼ੇਅਰ ਕਰੋ ਇਸ ਮੁੰਡੇ ਨੂੰ, ਉਹਨੂੰ ਲਿਆਓ ਨਾਲ ਹਸਨ ਨੂੰ ਇੱਥੇ। ਇਹ ਤੱਲਤ ਸਾਹਿਬ ਦੀ, ਇਸ ਤੱਲਤ ਸਾਹਿਬ ਦੀ। ਅੱਛਾ ਜੀ, ਐਂਬੂਲੈਂਸ ਆ ਗਈਆਂ ਤੁਹਾਡੀ ਅਮਰ ਨਜ਼ੀਰ ਸਾਹਿਬ, ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ ਖਬਰ ਕਰੋ। ਮੈਨੂੰ ਗੱਲ ਪੂਰੀ ਕਰਨ। ਮੈਂ ਜਿਹੜੀ ਗੱਲ ਕੀਤੀ ਹੈ ਉਸ ਦਾ ਇਤਰਾਜ਼ ਕਰੋ, ਉਸ ਦਾ ਕਹੋ ਕਿ ਨਹੀਂ ਇਹ ਗੱਲ ਗਲਤ ਹੈ, ਇਹ ਸ਼ੀਆ ਨੂੰ ਬੁਲਾ ਲਓ ਤੇ ਫਲਾਣੇ ਨੂੰ ਬੁਲਾ, ਇਹ ਸਵਾਲ ਦਾ ਜਵਾਬ ਹੈ? ਕੋਈ ਖੁਦਾ ਦਾ ਖੌਫ ਹੀ ਨਹੀਂ ਹੈ ਤੁਹਾਡਾ। ਨਾਲੇ ਮੇਰੇ ਫੋਨ ਦੀ ਬੈਟਰੀ ਖਤਮ ਹੋ ਗਈ ਹੈ, ਬੈਟਰੀ ਖਤਮ ਹੋ ਗਈ, ਇਹ ਚੰਗੀਆਂ ਬੈਟਰੀ। ਮਲਕ ਸਾਹਿਬ ਨਾਲ ਹੀ ਪਾਣੀ ਵਾਲੀ ਬੋਤਲ ਰੱਖੀ ਹੈ, ਪਾਣੀ ਪੀ ਲਈਓ, ਤੁਹਾਡੇ ਵਾਸਤੇ ਸਪੈਸ਼ਲ ਬੋਤਲ ਰੱਖੀ ਹੈ। ਪਾਣੀ ਪੀਓ। ਇਹ ਰਾਤੀ ਡਰਾਮਾ ਕਰਨ ਲੱਗੇ ਸੀ, ਉੱਥੇ ਇੱਕ ਸ਼ੀਆ ਨੂੰ ਨਾਲ ਬਾਇਆ ਤੇ ਉਹਨੇ ਕੋਈ ਮਸਾਇਬ ਬਿਆਨ ਕੀਤੇ ਤੇ ਤੱਲਤ ਸਾਹਿਬ ਰੋਣ ਲੱਗੇ ਉਹਦੇ ਸਾਹਮਣੇ। ਟੈਲੀਫੋਨ ਆ ਗਿਆ ਕਿ ਬਿਸਤੀ ਪੇ ਕਰਾਣਾ, ਥੱਲੇ ਲੈ ਆ, ਟੈਲੀਫੋਨ ਆ ਗਿਆ ਉਹਨਾਂ ਨੂੰ। ਹੁਣ ਤੱਲਤ ਸਾਹਿਬ ਅੱਜ ਮਿਨਾਲ ਹਸਨ ਦੇ ਸਾਹਮਣੇ ਆ ਰਿਕਾਰਡਿੰਗ ਪੇਸ਼ ਹੋਣੀ ਹੈ ਤੁਹਾਡੀ। ਅਲੀ ਅੰਨਾ ਹਿੱਸਾ ਕੱਟ ਕੇ ਦੇਣਾ। ਤੱਲਤ ਸਾਹਿਬ ਮੰਨ ਗਏ ਨਹੀਂ, ਸਾਹਮਣੇ ਕਰੋ। ਅੱਜ ਤੱਲਤ ਸਾਹਿਬ ਮੰਨ ਗਏ ਨੇ ਕਿ ਹਜ਼ਰਤ ਇਮਾਮ ਹੁਸੈਨ ਨਾਲੋਂ ਇਹਦੀ ਮੁੱਲਾ ਲਤੀਫ ਦੀ ਸ਼ਹਾਦਤ ਆਲਾ ਸੀ। ਮੰਨ ਗਏ ਹੋ, तस्लीम कर गए हो तल्लत साहब? फैसला हो गया, बस एक निगाह पे ठहरा है फैसला दिल का, वफा से देख लो जाता रहे गिला दिल का। हो गया फैसला तल्लत साहब, ऐसे गल ते ਇਹਦਾ ਮਤਲਬ ਤੁਸੀਂ ਮੰਨ ਗਏ ਹੋ ਕਿ ਹਜ਼ਰਤ ਇਮਾਮ ਹੁਸੈਨ ਨਾਲੋਂ ਤੁਹਾਡੇ ਇਸ ਮੁੱਲਾ ਲਤੀਫ ਦੀ ਜਿਹੜੀ ਮੌਤ ਇਹ ਆਲਾ ਸੀ। ਮੰਨ ਗਏ ਹੋ? ਹਾਂ ਜਾਂ ਨਾ? ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ, ਹਰ ਮਰਜ਼ਈ ਹਰ ਕਾਦੀਆਨੀ ਦਾ ਇਹ ਈਮਾਨ ਹੈ ਕਿਉਂਕਿ ਉਹਨਾਂ ਦੇ ਸੋ ਕਾਲਡ ਨਬੀ ਨੇ ਜੇ ਫਰਮਾ ਦਿੱਤਾ ਹੈ। ਉਹ ਨਹੀਂ ਲੱਪਾ ਪੋਤੀਆਂ ਕਰਦੇ ਨੇ, ਤੈਨੂੰ ਕੀ ਪਤਾ ਬਾਪੂ? ਇਹ ਤਾਂ 100 ਦੇ ਉੱਤੇ ਨਾਜ਼ੀਆਂ ਨੇ ਮਲਕ ਸਾਹਿਬ ਨੇ ਤਾਂ ਠਹਿਰ ਜਾ। ਗੱਲ ਕਰੋ ਮਲਕ ਸਾਹਿਬ, ਮੰਨ ਗਏ ਹਜ਼ਰਤ ਇਮਾਮ ਹੁਸੈਨ ਨਾਲ ਮੁੱਲਾ ਲਤੀਫ ਦੀ ਮੌਤ ਆਲਾ? ਗੱਲ ਸੁਣ ਲਓ ਭਾਈ, ਇਮਾਮ ਹੁਸੈਨ अलैहिस्सलाम सब्र कर जाओ।
ਸਬਰ ਪਿਆ ਹੁੰਦਾ ਇੱਥੇ। ਲਓ ਜੀ ਮੰਨ ਗਏ ਨੇ ਤਲਤ ਸਾਹਿਬ। ਰਿਕਾਰਡਿੰਗ ਇੰਨਾ ਹਿੱਸਾ ਕੱਟ ਕੇ ਦੇਣਾ ਅਲੀ ਮੈਨੂੰ। ਮੈਂ ਚੜਾਣੀ ਹੈ। ਫੋਨ ਆ ਗਿਆ ਅਮਨ ਭਾਈ ਉਹਨਾਂ ਨੂੰ ਲੈ ਆ ਬਿਸਤੀ ਕਿਉਂ ਮਰਜ਼ਾਈਆਂ ਦੀ ਕਰਾਣਾ। ਮੈਂ ਫੋਨ ਆ ਗਿਆ ਇਹਨਾਂ ਨੂੰ ਐਂਬੂਲੈਂਸ ਆ ਗਈ। ਮੈਂ ਤੁਹਾਨੂੰ ਇਹੀ ਕਹਿਣਾ ਸੀ ਇਸ ਵੇਲੇ ਗੱਲ ਕਰਨ ਦੋ ਗੱਲ ਕਰੋ ਗੱਲ ਤੁਸੀਂ ਕਰੋ। ਗੱਲ ਕਰੋ। ਤੁਸੀਂ ਮੰਨ ਗਏ ਹੋ ਕਿ ਹਜ਼ਰਤ ਇਮਾਮ ਹੁਸੈਨ ਨਾਲ ਮੁੱਲਾ ਲਤੀਫ ਦੀ ਮੌਤ ਅੱਲਾ ਹੈ? ਮੰਨ ਗਏ ਹੋ? ਮੈਂ कहना अगर मिर्जा साहब ने किया है तो मैं मनना सच्ची गल है कि मुल्ला लतीफ दी हजरत इमाम हुसैन नाल जेडी मैं उत्ते वे। कहना अगर एक अल्लाह दे नबी ने उम्मती नबी ने एक गल कही है तो है ये गल सी। मैं तो उन्हां दे नुक्ते ते ईमान रखना नुक्ते पे। नहीं ਤੁਸੀਂ ਮਿਰਜ਼ਾ ਸਾਹਿਬ ਦਾ ਦੱਸੋ। ਖਲੋ ਜੋ। ਹੋਰ ਕਿਹੜਾ ਬੰਦਾ ਸੀ ਇੱਥੇ ਅਹਿਮਦੀ? ਉਹ ਬੈਠਾ ਸੀ। ਸਈਦ ਅਹਿਮਦ ਕਿੱਧਰ ਗਿਆ ਯਾਰ? ਤੁਸੀਂ ਮੁਸਲਮਾਨਾਂ ਨੂੰ ਉੱਤੇ ਚਾੜ ਲੈਂਦੇ ਹੋ, ਦੂਜਿਆਂ ਕੋਲੋਂ ਤਸਦੀਕ ਕਰਵਾਣੀ ਹੁੰਦੀ ਅਲੀ। ਉਹ ਸਈਦ ਅਹਿਮਦ ਕਿੱਧਰ ਗਿਆ? ਇਹ ਪੁੱਛਣੀ ਸਾਰਿਆਂ ਨੂੰ ਗੱਲ। ਲਓ ਜੀ ਤਲਤ ਸਾਹਿਬ ਵੀ ਮੰਨ ਗਏ ਜੇ। ਉਹ ਜਿਹੜਾ ਟੋਨੀ ਹੈ ਉਹ ਤੇ ਨਹੀਂ ਮੰਨਦਾ। ਟੋਨੀ ਤੇ ਆਂਦਾ ਨਹੀਂ ਹਜ਼ਰਤ ਇਮਾਮ ਹੁਸੈਨ ਸਭ ਤੋਂ ਉੱਪਰ ਨੇ, ਉਹਨਾਂ ਦੀ ਸ਼ਹਾਦਤ ਸਭ ਤੋਂ ਉੱਪਰ ਹੈ। देखो मैं तो बेड़ा सारी गर्क गल जाए। समझा देती है, तुसी समझना नहीं चाहते हो। तुसी दजल और बेईमानी नाल काम लैंदे हो। मैं जिन्हां नूं उम्मती नबी मने जे कुछ ओ कहंदे मेरा उस ते ईमान ਮਲਿਕ है। ਸਾਹਿਬ ਤੁਹਾਡੇ ਉਮਤੀ ਨਬੀ ਨੇ ਆਖਿਆ ਹੈ ਕਿ ਕੋਈ ਵੀ ਇਨਸਾਨ ਰਸੂਲੁल्लाह सल्लल्लाहु अलैहि वसल्लम ਦੇ ਦਰਜਾਤ ਤੋਂ ਬੁਲੰਦ ਹੋ ਸਕਦਾ ਹੈ। ਇਹ ਵੀ ਤੁਸੀਂ ਫਿਰ ਮੰਨਦੇ ਹੋਵੋਗੇ। ना अल्लाह ताला में कोई उन्होंने नहीं किया, सब ये झूठ ਉਹਨਾਂ ਨੇ ਸਾਰੇ ਕੱਲ ਡਾਕਟਰ ਹੋਲਿਸਪੀਰਿਟ ਨੇ ਕਤਲ ਉਹਨਾਂ ਦੇ ਮੁੰਡੇ ਨੇ ਆਖਿਆ एम्बुलेंस ਇਹਨਾਂ ਦੇ ਮੁੰਡੇ ਨੇ ਆਖਿਆ ਨਬੀ ਪਾਕ ਨੂੰ ਇਹਨੂੰ ਛੱਡ ਦੋ, ਨਵਾਂ ਕੱਟਾ ਨਾ ਖੋਲੋ। ਜਿਹੜਾ ਹੋਇਆ ਉਹਦਾ ਪੱਪੂ ਚੁੱਪ ਕਰ ਜਾ। ਮਲਿਕ ਸਾਹਿਬ ਨੂੰ ਬੋਲਣ ਦੇ। ਮਲਿਕ ਸਾਹਿਬ ਬੋਲੋ, ਉਹਨੂੰ ਮੈਂ ਚੁੱਪ ਕਰਾਣਾ। ਜਿਹੜੀ ਕੀਤੀ ਜੇ पुत्र ने आख्या, जिस ने आख्या नहीं तुसी जो पीठे आओ छान लो पहला। ओ दजल साहब जेड़ी गल मैं कीती है मैं उसदा जिम्मेदार हां। जो मैं गल कीती है कि जेड़ी गल मिर्जा साहब ने कीती है उदे नुक्ते दा मैं जिम्मेदार हां। ਉਹ ਤੁਸੀਂ ਮਰਨਾ ਨਹੀਂ, ਉਹ ਤੁਹਾਨੂੰ ਮੌਤ ਨਹੀਂ, ਤੁਹਾਨੂੰ ਡਰ ਨਹੀਂ ਅੱਲਾ ਦਾ। ਉਹ ਹਜ਼ਰਤ ਇਮਾਮ ਹੁਸੈਨ ਨੂੰ ਅੱਲਾ ਦੇ ਨਬੀ ਨੇ ਜੰਨਤ ਦੇ ਨੌਜਵਾਨਾਂ ਦਾ ਸਰਦਾਰ ਆਖਿਆ ਹੈ। मैं नबियां ते ਉਹ ਅੱਲਾ ਦੇ ਨਬੀ ਨੇ, ਨਬੀਆਂ ਦੇ ਇਮਾਮ ਨੇ। ਉਹ ਮੇਰੀ ਗੱਲ ਸੁਣੋ। ਉਹ ਤਲਤ ਸਾਹਿਬ ਉਹ ਤੁਹਾਨੂੰ ਡਰ ਨਹੀਂ ਕਬਰ ਦਾ। ਉਹ ਤੁਹਾਨੂੰ ਆਪਣੇ ਕਫਨ ਦਾ ਡਰ ਨਹੀਂ। और अल्लाह दे नबी सल्लल्लाहु अलैहि वसल्लम ने सैयदना हुसैन नु और जन्नत दे नौजवानों दा सरदार आख्या। जालमो और जालमो मरजइयो और जन्नत दे नौजवानों दे सरदार ने और नबी दे कंधे ते सवारियां करदे रहे ने। ओ भाई सवारियां और नबी अलैहिस्सलातु वस्सलाम उन्हां दा मुंह चुमदे रहे ने। और जालमो मरजइयो मिर्जा और जालमो मरजइयो और तुसा मरना नहीं। और ਤੁਹਾਨੂੰ ਕਬਰ ਦੇ ਠੂਏ ਯਾਦ ਨਹੀਂ ਰਹੇ। और ਤੁਹਾਨੂੰ ਕਬਰ ਦੇ ਸੱਪ ਯਾਦ ਨਹੀਂ ਰਹੇ। ਜ਼ਾਲਮੋ और ਜ਼ਾਲਮੋ बाप दादा दे की और ਤੁਹਾਨੂੰ ਅੱਲਾ ਚੁੱਕੇ ਇਸ ਦੁਨੀਆ ਤੋਂ। और ਜਿਹੜੇ बाप दादा दे ਮੇਰੀ ਗੱਲ ਦਾ ਜਵਾਬ ਦੋ। अल्लाह दे नबी मेरी गल का जवाब दो। ओ जेड़ा नबी अलैहिस्सलातु वस्सलाम दे कंधे ते सवार करता रहा। खामोश हो जाओ और कोई बंदा ना बोले। हुसैन अलैहिस्सलाम दा फरमान है, उन्हां दे फरमान है अगर मेरे होने मेहदी आ जाए ते मैं जाके उसदी इताअत करा। झूठ है गलत है। नहीं क्या हज़रत इमाम हुसैन ने ओ नहीं ओ अच्छा तो फिर ये राती दसना सी इमाम मेहंदी ओनू शिया नूं दसना सी आना ये साडा इमाम मेहंदी है। इस इमाम मेहंदी दा आख्या सी हज़रत इमाम हुसैन ने। ਉਹ ਆਖਿਆ ਸੀ ਜਿਹੜਾ ਇਤਰਤ ਫਾਤਿਮਾ ਚੋਂ ਏ, ਜਿਹੜਾ ਨਬੀ ਅਲੈਹਿਸਸਲਾਮ ਦਾ ਦੋਤਰਾ ਏ, ਜਿਹੜਾ ਨਬੀ ਪਾਕ ਦੀ ਨਸਲ ਚੋਂ ਏ, ਉਹਦਾ ਆਖਿਆ ਸੀ। ਇਹਦਾ ਆਖਿਆ ਸੀ ਕਾਦੀਆਂ ਚ ਪੈਦਾ ਹੋਣ ਵਾਲੇ ਦਾ। ਅੱਲਾ ਤੂੰ ਡਰ ਜੋ। ਉਹ ਤੁਸੀਂ ਮਰਨਾ ਨਹੀਂ। ਵੱਡੇ ਨਬੀ ਦੇ ਰਿਸ਼ਤੇਦਾਰ ਵੱਡੇ ਤੋਂ ਵੱਡੇ ਹੋ ਜਾਣ, ਕਿਸੇ ਨਬੀ ਦੇ ਨਿਜ਼ਾਮ ਨਾਲ ਨਹੀਂ ਹੁੰਦਾ ਉਹਨਾਂ ਦਾ। ਅਗਰ ਨਬੀ ਆ ਜਾਏ ਤੇ ਉਹਨਾਂ ਦੀ ਰਿਸ਼ਤੇਦਾਰ ਸਾਰੇ ਵਾਸਤੇ ਲਾਜ਼ਮ ਹੋ ਨਬੀ ਦੀ ਇਤਾਅਤ ਕਰਨ। ਮੈਂ ਕੀ ਪਿਆ ਗੱਲ ਪੁੱਛਣਾ? ਮੈਂ ਨਾ ਪਿਆ ਤੁਹਾਨੂੰ ਕਬਰ ਦੇ ਠੂਏ ਯਾਦ ਨਹੀਂ ਰਹੇ? ਤੁਹਾਨੂੰ ਕਬਰ ਦੇ ਸੱਪ ਯਾਦ ਨਹੀਂ ਰਹੇ? ਉਹ ਤੁਸੀਂ ਐਡਾ ਹੀ ਜ਼ੁਲਮ ਚੁੱਕ ਲਿਆ। ਤੁਸੀਂ ਹੁਣ ਪਿਆਂਦੇ ਹੋ। ਉਹ ਜਿਹੜਾ ਮਾਰੀ ਤੇ ਆਪਣੇ ਜ਼ਾਲਮੋ ਅਕੀਦਾ ਛੋੜਿਆ। ਉਹ ਜ਼ਾਲਮੋ ਇੱਕ ਇੱਕ ਕਰਕੇ ਸਾਰੇ ਮੁਲਹਦ ਹੁੰਦੇ ਜਾਂਦੇ ਹੋ। ਉਹ ਅੱਲਾ ਦੇ ਨਬੀ ਤੇ ਇਮਾਨ ਲੈ ਆਇਆ। ਕਿਹੜਾ ਇਲਾਜ ਇਖਤਿਆਰ ਕੀਤਾ ਹੈ? ਅੱਲਾ ਦੇ ਨਬੀ ਇਹਦੇ ਨਾਲ ਮੁਲਹਦ ਹੋ ਜਾਓ। ਇਮਾਨ ਰੱਖਣਾ ਅੱਲਾ ਦੇ ਨਬੀ ਕਿਹਦੀ ਗੱਲ ਤੇ? ਅੱਲਾ ਦੇ ਉਮਤੀ ਨਬੀ ਦੇ ਹਰ ਗੱਲ ਤੇ ਇਮਾਨ ਰੱਖਣਾ। ਸਾਰਿਆਂ ਝੂਠਾਂ ਦੇ ਤੁਸੀਂ ਕਹਿੰਦੇ ਰਹੋ ਅੱਲਾ ਦੇ ਨਬੀ ਨੇ। ਆ ਮੇਰੀ ਗੱਲ ਸੁਣੋ, ਆ ਮੇਰੀ ਗੱਲ ਸੁਣੋ। ਅੱਲਾ ਸਾਹਿਬ ਕਹਿੰਦੇ ਕ੍ਰਿਸਚੀਅਨ ਕਹਿੰਦੇ ਅੱਲਾ ਦੇ ਨਬੀ ਹੋ ਜਿਨ੍ਹਾਂ ਨੂੰ ਅਸਾਂ ਨੇ ਮੰਨ ਲਿਆ। ਅੱਲਾ ਸਾਹਿਬ ਸੁਣੋ ਮੇਰੀ ਗੱਲ। ਯਹੂਦੀ ਹੌਸਲਾ ਕਰੋ।
ਹੌਸਲਾ ਕਰੋ। ਅਮਰ ਭਾਈ ਇਹਦਾ ਨੂੰ ਰਾਮ ਬੋਲਣ ਦੋ, ਨਸਣ ਦਾ ਮੌਕਾ ਵੀ ਲੱਭਦਾ ਜੀ ਉਹਨਾਂ ਨੂੰ, ਨਸ ਜਾਣਾ ਜੀ ਉਹਨਾਂ ਨੇ। ਨਸਣਾ ਹੀ ਹੁਣ ਬਾਨੇ ਨਸਾਣ ਵਾਲਾ ਮੈਂ ਤੇ ਆਪਰੇਸ਼ਨ ਕਰਨ ਨਸਣ ਵਾਲਾ ਨਹੀਂ, ਆ ਜਾ ਤੁਸੀਂ ਬਹਾਨਾ ਤਲਾਸ਼ ਕਰ ਰਹੇ ਹੋ। ਐਂਬੂਲੈਂਸ ਆਨੇ ਆ ਅੱਛਾ ਐਂਬੂਲੈਂਸ ਤੁਹਾਡੀ ਆਈ ਹੈ, ਅੱਛਾ ਤੁਹਾਡੇ ਖਿਆਲ ਚ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਖਮੋਸ਼ ਹੁਣ ਟਾਈਮ ਤੁਹਾਡਾ ਮੁੱਕਿਆ, ਵਾਰੀ ਨਾਲ ਗੱਲ ਕਰੋ ਨਾ, ਖਮੋਸ਼ ਹੋ ਜਾਓ। ਐਂਬੂਲੈਂਸ 6 ਦਫਾ ਆ ਚੁੱਕੀ ਹੈ, ਮੈਂ ਸਭ ਨੂੰ ਖੁਦ ਖਮੋਸ਼ ਕਰਾ ਰਿਹਾ, ਐਂਬੂਲੈਂਸ 6 ਵਾਰ ਮੈਂ ਸਭ ਨੂੰ ਖੁਦ ਖਮੋਸ਼ ਕਰਵਾ ਰਿਹਾ, ਕੋਈ ਬੰਦਾ ਨਹੀਂ ਬੋਲ ਸਕਦਾ। ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਅੱਛਾ ਤੁਸੀਂ ਨੇ ਕਿ ਆਪ ਜਿਸ ਐਂਬੂਲੈਂਸ ਨੂੰ ਵਾਪਸ ਭੇਜਿਆ। ਹਾਂਜੀ, ਜਿਹੜਾ ਬੱਚਾ ਨਬੀ ਅਲੈਹਿਸਸਲਾਤੁ ਵਸਲਾਮ ਜਿਹਦਾ ਮੂੰਹ ਚੁੰਮਦੇ ਰਹੇ, ਔਰ ਜਿਹਨੂੰ ਕੰਧੇ ਤੇ ਬਾ ਕੇ ਉਟੇ ਦਿੰਦੇ ਰਹੇ, ਔਰ ਜਿਹਦੇ ਵਾਸਤੇ ਨਬੀ ਅਲੈਹਿਸਸਲਾਤੁ ਵਸਲਾਮ ਉਹ ਮਿੰਬਰ ਛੱਡ ਕੇ ਥੱਲੇ ਢਾਲ ਆਉਂਦੇ ਸੀ, ਉਹਦੇ ਬਾਰੇ ਨਬੀ ਅਲੈਹਿਸਸਲਾਤੁ ਵਸਲਾਮ ਨੇ ਫਰਮਾਇਆ ਜੰਨਤ ਦੇ ਨੌਜਵਾਨਾਂ ਦਾ ਸਰਦਾਰ ਹੈ ਮੇਰਾ ਬੇਟਾ। ਉਹ ਤੁਸੀਂ ਉਹਦੇ ਤੋਂ ਵੱਧ ਕੇ ਪਿਆਉਂਦੇ ਹੋ, ਇਹਦੀ ਮੌਤ ਹੈ। ਉਹ ਤੁਹਾਨੂੰ ਰੱਬ ਦਾ ਡਰ ਨਹੀਂ ਰਿਹਾ? ਸਰਦਾਰਾਂ ਦਾ ਹੋਣਾ, ਤੁਸੀਂ ਸਿੱਖ ਹੋ ਜਾਂਦੇ ਚੰਗਾ ਸੀ। ਨਬੀਆਂ ਵਿੱਚ ਹੋਣਾ ਬੜਾ ਫਰਕ ਹੈ, ਨਬੀਆਂ ਵਿੱਚ ਤੁਸੀਂ ਮਰਜ਼ਾਈ ਹੋਏ, ਤੁਸੀਂ ਸਿੱਖ ਹੋ ਜਾਂਦੇ ਚੰਗਾ ਸੀ। ਤੁਸੀਂ ਹੁਣ ਨਬੀ ਤੋਂ ਵੀ ਉੱਤੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਰਿਸ਼ਤੇਦਾਰਾਂ ਨੂੰ ਉਹਦੀ ਔਲਾਦ ਨੂੰ ਮਕਾਮ ਦੇ ਦਿੰਦੇ ਨਬੀਆਂ ਦੇ ਉੱਤੇ। ਥੱਲੇ ਰਾਜਪਾਲ ਦਾ ਪੁੱਤਰ ਪਿਆ ਲਿਖਦਾ ਜੇ ਨਬੀ ਪਾਕ ਨੇ ਕਿਸ ਦਾ ਮੂੰਹ ਚੁੰਮਿਆ ਤੇ ਫਿਰ ਕੀ ਹੋ ਗਿਆ? ਮੈਂ ਤੇ ਕਹਿ ਰਿਹਾ ਕਿ ਤੁਹਾਡੇ ਮਾਸ਼ਾਅੱਲਾ ਜਿਹੜੀ ਈਸਾ ਅਲੈਹਿਸਸਲਾਮ ਆਣਗੇ, ਉਹ ਵੀ ਇਮਾਮ ਹੁਸੈਨ ਹਸਨ ਦੀ ਬੈਤ ਤੁਸਨੇ ਕਰਵਾਣੀ ਹੈ। ਅੱਲਾ ਸਾਹਿਬ ਗੱਲ ਖਤਮ ਕਰੀਏ, ਮੇਰੀ ਗੱਲ ਸੁਣੋ। ਅੱਲਾ ਸਾਹਿਬ ਗੱਲ ਮੁਕਾਈਏ, ਇਹਨਾਂ ਦੀ ਬੈਤ ਕਰੋ। ਮੇਰੀ ਗੱਲ ਸੁਣੋ, ਗੱਲ ਖਤਮ ਕਰਨੀ ਹੋਗੀ ਤੁਹਾਡੀ ਨਬੂਵਤ ਦੀ ਗੱਲ ਖਤਮ ਕਰਨੇ ਆ। ਮੈਂ ਨਾ ਅੱਲਾ ਦੀ ਕਸਮ ਹੈ ਤੁਸੀਂ ਮਰਜ਼ਾਈ ਹੋਣ ਨਾਲ ਸਿੱਖ ਹੋ ਜਾਂਦੇ ਚੰਗਾ ਸੀ। ਤੁਹਾਡੇ ਕਹਿਣਾ ਮੈਂ ਕਹਿਣਾ ਤੁਸੀਂ ਬੇਮੌਤ ਬੇਦੀਨ ਮਰ ਜਾਂਦੇ, ਇਸ ਅਕੀਦੇ ਤੋਂ ਅੱਛਾ ਸੀ ਕਿ ਕਿਸੇ ਨਬੀ ਦੀ ਮੁਖਾਲਫਤ ਵਿੱਚ ਮਰ ਗਏ। ਕਮ ਅਜ਼ ਕਮ ਸਿੱਖਾਂ ਨੇ ਵੀ ਹਜ਼ਰਤ ਇਮਾਮ ਹੁਸੈਨ ਦਾ ਇਤਰਾਮ ਕੀਤਾ ਹੈ। ਮੈਂ ਕਹਿ ਰਿਹਾ ਸਿੱਖਾਂ ਨੂੰ ਜਾ ਕੇ ਪੁੱਛ ਲਓ, ਹਜ਼ਰਤ ਇਮਾਮ ਹੁਸੈਨ ਦਾ ਨਾਮ ਸੁਣ ਕੇ ਮੂੰਹ ਚੁੰਮਣਗੇ, ਹੱਥ ਚੁੰਮਣਗੇ, ਮਰ ਜਾਂਦੇ। ਹਜ਼ਰਤ ਅਲੀ ਨੂੰ ਤੇ ਹਜ਼ਰਤ ਇਮਾਮ ਹੁਸੈਨ ਨੂੰ ਸਿੱਖ ਤੇ ਹਿੰਦੂ ਵੀ ਮੰਨਦੇ ਨੇ। ਉਹ ਤੁਸੀਂ ਹਿੰਦੂ ਹੋ ਜਾਂਦੇ ਨਾ, ਤੁਸੀਂ ਸਿੱਖ ਹੋ ਜਾਂਦੇ ਤੇ ਉਹ ਚੰਗਾ ਸੀ। ਤੁਹਾਡੇ ਨਾਲੋਂ ਤੇ ਉਹ ਹਜ਼ਰਤ ਇਮਾਮ ਹੁਸੈਨ ਦਾ ਇਤਰਾਮ ਕਰਦੇ, ਤੁਸੀਂ ਕੀ ਸ਼ੈਮਾ ਮਰ ਜਾਂਦੇ ਨਾ। میں خوشی ہوتی کہ یار اس بندے کو علم نہیں آیا, تعلیم نہیں آئی, یہ بہت ہو گیا. لیکن نبی دے مان گئے جو تلت صاحب بھی, تلت صاحب بھی مان گئے جو آندے نے کہ حضرت امام حسین نالوں ساڈا ملا لطیف چنگا ہے. ہیلو لے لو لوٹ. میں ایک دفعہ نہیں 100 دفعہ کہنا کہ جیڑا ساڑے اللہ دے نبی امتی نبی نے گل کیتی ہے, میں 101 نہیں 1101 دفعہ اس تے ایمان رکھنا اور اسی طرح مننا جس طرح انہوں دا حکم ہے. لو جی لیم صاحب تسی بھی مندے ہو حضرت امام حسین نال ملا لطیف دی موت نو اوپر مندے ہو؟ بھائی گل انج ہے کہ جو مسیح موعود نے کیا ہے, جو لکھیا ہے وہ انہوں نے ٹھیک لکھیا ہے. باقی انہوں ڈیبیٹیبل گل ہے کہڑے سیاق و سباق چ لکھیا ہے. باقی طلعت صاحب دی یہ گل ٹھیک ہے کہ اسی انہاں دی گل تے اگے پیچھے نہیں ہٹ سکدے. یہ گل تے بالکل ٹھیک ہے جو انہوں نے لکھیا ہے مرزا صاحب نے, جڑے الفاظ لکھے وہ ٹھیک لکھے. طلعت صاحب نے بھی یہی گل کیتی ہے. بالکل انہاں یہ لفظ لکھے نے جڑے طلعت صاحب نے بیان کیتے نے بھی حضرت امام حسین نو تے طلعت صاحب نے کوئی بیان نہیں, جھوٹ بے ایمانی اور وہ جھوٹیا امر نذیرہ دجل نہ کر خدا دا نام اللہ نو کی منہ دکھائیں گا. میں گالا نہیں کرتا دجل کر خدا دے بندے. میں کیا جڑا مرزا صاحب نے لکھیا ہے میں انہاں دے ایک نقطے تے ایمان رکھنا. بالکل یہی گل ہے. اگر اسی ایمان نہیں رکھتے چپ کر جو سعید صاحب نو پوچھن دو مینوں. سعید صاحب تسی بھی مندے ہو حضرت امام حسین دی شہادت نال ملا لطیف دی موت اللہ ہے؟ ہاں جی لین دو مینوں رائے انہاں دی ایک واری. مرزا صاحب لکھے گا تو میں مننا. بالکل یہی گل ہے. اے تے سارے مرزائی ملحد نے, اوے تے سارے ملحد تسی سکھ کیوں نہیں ہو گئے؟ نبیوں دے انکار کرنے والے عمر بھائی گل سن, نبی کریم علیہ السلام دا انکار کر کے کہندے نے نبی دی اولاد لطیف دا افضل مننا, نبی کریم دا انکار کر رہا ہے. مولا لطیف دا افضل مننا امام حسین دی کہ نبی دی اولاد نو کہندے ہو کہ دوے نبی تو افضل ہے. ساڈا ایمان شرم حیا ختم ہو چکا ہے. کل تسی عیسیٰ علیہ السلام نو بھی کہو گے کہ عیسیٰ علیہ السلام بالکل طلعت صاحب بھی یہی گل ہے کہ مولا لطیف افضل قرار دینا امام حسین دی جنت دی سرداری دا انکار ہے, نبی کریم دے قول دا انکار ہے, نبی کریم دے واسطے دا انکار ہے. ایمان ہی نہیں ہے. بالکل وہ بندہ دسن مطابق قرآن دے مطابق ہی باہر ہو جاندا ہے. دجل کر دیو بس دجل کر دیو.
ਟਾਈਮ ਲਾਇਆ ਤੇ ਹੁਣ ਸਾਰੇ ਚੁੱਪ ਹੋ ਗਏ। ਮਲਕ ਸਾਹਿਬ ਤੁਹਾਡੇ ਕੋਲ ਟਾਈਮ ਹੈ, ਹੁਣ ਬੋਲੋ ਵਾਰੀ ਵਾਰੀ, ਸਾਰਿਆਂ ਦਾ ਸ਼ੋਰ ਸੀ ਥੱਲੇ, ਕਿਸੇ ਨੂੰ ਸਮਝ ਨਹੀਂ ਸੀ ਆ ਰਹੀ। और पाया जाने देखो जितना मर्जी है नबी जिस तरह मोहम्मद सल्लल्लाहु अलैहि वसल्लम ने फरमाया, और माइक बंद करोगे तो आवाज आनी है। मोहम्मद ਮਲਕ सल्लल्लाहु ਸਾਹਿਬ अलैहि ਤੁਸੀਂ वसल्लम ਗੱਲ ने फरमाया, ਕਰੋ ਆਰਾਮ ਨਾਲ, ਅਸੀਂ ਤੁਹਾਨੂੰ ਮਨਾ ਨਹੀਂ ਕਰਦੇ, ਤੁਸੀਂ ਗੱਲ ਕਰੋ ਆਰਾਮ ਨਾਲ ਕਰੋ, ਇੱਕ ਇੱਕ ਕਰਕੇ ਬੰਦਾ ਗੱਲ ਕਰੇ, आराम ਅਗਲੇ ਬੰਦੇ ਨੂੰ आराम ਸਮਝ करो। ਆਏ। मैं आराम ਮੈਂ न करने लगा, ਜਿੰਨੀ तुम ਵਾਰੀ रिकॉर्डिंग करो अपनी, ਜਿੰਨੀ ਵਾਰੀ ਤੁਹਾਨੂੰ तुम मैं रिकॉर्डिंग आख्या करो, वे मैं आराम न करा, कोई मसला नहीं। अच्छा ठीक ठीक हो गया, ठीक हो गया। मैं अर्ज कर रहा कि जिले किसी नबी ते ईमान लैके आया जाता है, अपने सारे अकीदे उसके सामने हरा के नबी नूं मनिया जाता है। इस तरह नहीं मनिया जाता कि मैं ए ते मनांगा, ए नहीं मनांगा, ए मनांगे तो इसका मतलब है ईमान नहीं लैके। जिले ईमान भी दाखिल हो तो पूरे चलो पप्पू माइक ओपन कर दे, बोलदा तू भी बड़ा शौक ਜੀ अस्सलाम वालेकुम। हाँ देखो ਤਲਤ ਸਾਹਿਬ ਨੇ ਬਹੁਤ ਅੱਛੀ ਗੱਲ ਕੀਤੀ ਹੈ। ਜਦੋਂ ਕਿਸੇ ਨਬੀ ਤੇ ਈਮਾਨ ਲਿਆਂਦਾ ਜਾਂਦਾ ਹੈ ਨਾ, ਉਹਦੀ ਹਰ ਗੱਲ ਤੇ ਈਮਾਨ ਲਿਆਇਆ ਜਾਂਦਾ ਹੈ। ਤੇ ਰਸੂਲੁल्लाह सल्लल्लाहु अलैहि वसल्लम ਦੀ ਬੁਖਾਰੀ ਦੀ ਹਦੀਸ ਹੈ, ਜਿਹੜਾ ਮੁਨਾਫਿਕ ਹੁੰਦਾ ਉਹਦੇ 4 ਨਿਸ਼ਾਨੀਆਂ ਨੇ। ਇੱਕ ਜਦੋਂ ਬੋਲੇ ਝੂਠ ਬੋਲੇ, ਅਮਾਨਤ ਤੇ ਖਿਆਨਤ ਕਰੇ, ਚੋਰੀ ਕਰੇ ਤੇ ਗਾਲੀ ਦੀ, ਜਦੋਂ ਲੜਾਈ ਹੋਏ ਗਾਲੀ ਤੇ ਆਏ। 4 ਚੀਜ਼ਾਂ ਮੇਰੇ ਨਜ਼ਦੀਕ ਜਿਨ੍ਹਾਂ ਤੱਕ ਮੇਰਾ ਮੁਤਾਲਿਆ ਹੈ, 4 ਚੀਜ਼ਾਂ ਤੇ ਮਾਸ਼ਾਅੱਲਾ ਮਿਰਜ਼ਾ ਸਾਹਿਬ ਪੂਰੇ ਉਤਰਦੇ ਨੇ। ਤੇ ਅਗਰ ਉਹ ਮੁਨਾਫਿਕ ਨੇ ਹਦੀਸ ਦੀ ਰੋਸ਼ਨੀ 'ਚ, ਤੇ ਮੁਨਾਫਿਕ ਬੰਦੇ ਤੇ ਨਬੂਵਤ ਕਿਸ ਤਰ੍ਹਾਂ ਜਾਰੀ ਹੋ ਸਕਦੀ ਹੈ? ਅੱਗੇ ਜ਼ਿੱਲੀ ਬੁਰੀ ਮੰਨਿਆ ਕੋਈ ਆ ਸਕਦਾ ਹੈ, ਅਗਰ ਕੋਈ ਆ ਵੀ ਸਕਦਾ ਹੈ ਤੇ ਕਮ ਅਜ਼ ਕਮ ਮਿਰਜ਼ਾ ਅਹਿਮਦ ਰਜ਼ਾ ਕਾਦਰੀ ਸਾਹਿਬ ਨਹੀਂ ਹੋ ਸਕਦੇ, ਕਾਦੀਆਨੀ, ਕਿਉਂਕਿ ਉਹਨਾਂ ਦੇ 4 ਨਿਸ਼ਾਨੀਆਂ ਮੇਰੇ ਨਜ਼ਦੀਕ ਪੂਰੀਆਂ ਹੋ ਰਹੀਆਂ ਨੇ। ਇਹ ਹਦੀਸ ਆਥੈਂਟਿਕ ਹੈ, ਮੁਸਲਿਮ ਦੀ ਹੈ। ਜਜ਼ਾਕ ਅੱਲਾ ਖੈਰ। ਅਮਰ ਭਾਈ ਮਾਈਕ ਓਪਨ ਕਰੋ ਤੇ ਬੋਲੋ ਅੱਗੇ, ਮਾਈਕ ਤੁਹਾਡਾ। अमर भाई माइक ओपन करो। जैद जमील साहब बोलो, अगर है तो नहीं थले लावा तो मैं। अपना लीन साहब तुम्हारी वारी आई है, माइक ओपन। मेरा तो टाइम ही खत्म हो गया। मेरा ख्याल है मैं ना थले उतर गया सी यार, मैं नहीं गल सुनी है। तौबा करो इन्हां तो। हाँ जी, तला साहब कह रहे हैं कि इमाम हुसैन रजी अल्लाह तआला अन्हु तू मुल्ला ने तीन ही शहादत अफजल है। नबी करीम अलैहि सलाम, इमाम हुसैन अलैहि सलाम जन्नत दा मरना। नबी करीम दे कोल दा सरी इनकार है कि ना वो जन्नत दे सरदार ने उन्हां दी सरदारी शारी कोई नहीं। मुल्ला लतीफ अफजल है उन्हां तू। इन्हां शुहदा दी तारीख दा पता ही नहीं। हबीब बिन ज़ैद दी शहादत पढ़न जाके इन्हां नूं पता लगे शहादत की होंदी है कि जिसम लेके किसा कट के लग कर दिता गया सी, किसी कदे तकाबुल नहीं कीता सी। लेकिन मिर्जाइयत दी मिसाल उस फाहिशा उस रंडी जई है कि जिहड़ी मूंह आंदी सी खावां ते मैं तेरियां ते दिहाड़ी सारी बाहर मुंह भी मार ते खावां दे भी आखसी कि मैं तेरी हां, मैं बाहर तकदी भी ना ते सारी बाहर मुंह भी मार सी। उस फाहिशा औरत रंडी दी मिसाल है इस मिर्जाइयत दी।